ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਪੀਰ ਸਚ ਨਾਨਕ ਹੋਸੀ ਭੀ ਸਚ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੈ ਖੇਤ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਉ ਖੇਤ ਜੋ ਮੰਡਿਓ ਸੂਰਮਾ ਆਬ ਜੂਝਨ ਕੋ ਦਾਓ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰਾਂ ਤੋ ਹਰ ਕੈ ਦਵਾਰ ਮਤ ਹਰ ਪੂਛੈ ਕੌਣ ਹੈ ਪਰਾ ਹਮਾਰੇ ਬਾਰ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਨਾਲ ਸਰਬੱਤ ਸੰਗਤਾਂ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖ ਬ੍ਰਹਮ ਗਿਆਨੀ ਨਾਮ ਰਸੀਏ ਵੀਰ ਰਸੀਏ ਮਹਾਬਲੀ ਯੋਧੇ ਵਿਦਿਆ ਮਾਰਤੰਡ ਜਿੰਨੇ ਸ਼ੁਭ ਗੁਣ ਨੇ ਸਾਰਿਆਂ ਦੇ ਧਾਰਨ ਕਰਨ ਵਾਲੇ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਸ਼ਹੀਦੀ ਦਿਨ 13 ਨਵੰਬਰ ਨੂੰ ਸੰਗਤਾਂ ਨੇ ਸੰਸਾਰ ਭਰ ਚ ਮਨਾਇਆ ਹੈ। ਸੋ ਅੱਜ ਉਹਨਾਂ ਦਾ ਸ਼ਹੀਦੀ ਦਿਨ ਦੇ ਸੰਬੰਧ ਵਿੱਚ ਹੀ ਆਪਾਂ ਜੀਵਨ ਦਾ ਕੁਝ ਹਿੱਸਾ ਜੋ ਹੈ ਸ਼ਰਵਣ ਕਰਾਂਗੇ। ਸੋ ਇਹ ਜੋ ਪਹਿਲਿਆਂ ਸਮਿਆਂ ਵਿੱਚ ਭਾਸ਼ਾ ਵਿਭਾਗ ਵੱਲੋਂ ਇੱਕ ਸੀਰੀਜ਼ ਸ਼ੁਰੂ ਕੀਤਾ ਸੀ, ਸਾਹਸ ਤੇ ਵੀਰਤਾ ਸੀਰੀਜ਼। ਸ਼ਹੀਦ ਬਾਬਾ ਦੀਪ ਸਿੰਘ ਜੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਪੁਰਾਣੇ ਸਮੇਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਵਿੱਚ ਲਿਖਣ ਵਾਲੇ ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਹੋਏ ਨੇ। ਬੜਾ ਸੁੰਦਰ ਜੋ ਬਾਬਾ ਜੀ ਦਾ ਜੀਵਨ ਉਹਨਾਂ ਨੇ ਲਿਖਿਆ, ਪੜ੍ਹ ਕੇ ਪਸੰਦ ਵੀ ਆਇਆ। ਸਾਰਾ ਕੁਝ ਬੜਾ ਸ਼ਰਧਾ ਪੂਰਵਕ ਹੈ। ਸੋ ਉਸ ਵਕਤ ਦੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਡਾਕਟਰ ਮਦਨ ਲਾਲ ਹਸੀਜਾ ਜੀ ਹੋਏ ਨੇ। ਉਹਨਾਂ ਨੇ ਵੀ ਬੜਾ ਸੁੰਦਰ ਲਿਖਿਆ ਇਸ ਪੁਸਤਕ ਦੇ ਸੰਬੰਧ ਵਿੱਚ 2 ਅੱਖਰ, ਔਰ ਉਹਨਾਂ ਦੀ ਸ਼ਰਧਾ ਵੀ ਦੇਖੋ ਲਿਖਣ ਦਾ ਕੀ ਕਾਰਨ ਹੈ, ਕਿਉਂ ਇਹ ਸੀਰੀਜ਼ ਸ਼ੁਰੂ ਕੀਤੇ ਗਏ ਨੇ, ਤਾਂ ਕਿ ਆਪਾਂ ਨੂੰ ਆਪਣੇ ਵੀਰ ਯੋਧੇ ਜਿੰਨੇ ਅੱਜ ਤੱਕ ਹੋਏ ਨੇ ਉਹਨਾਂ ਬਾਰੇ ਗਿਆਨ ਹੋ ਸਕੇ
ਪੰਜਾਬ ਦਾ ਇਤਿਹਾਸ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਹੀ ਇਤਿਹਾਸ ਹੈ। ਪੰਜਾਬੀਆਂ ਸੰਬੰਧੀ ਇੱਕ ਕਹਾਵਤ ਕਹਿੰਦੇ ਪ੍ਰਸਿੱਧ ਹੈ ਕਿ ਪੰਜਾਬ ਦੇ ਜੰਮੇ ਨੂੰ ਨਿਤ ਮੁਹਿੰਮਾਂ, ਕਿਉਂਕਿ ਮੁੱਢ ਕਦੀਮ ਤੋਂ ਪੰਜਾਬ ਭਾਰਤ ਦਾ ਦਰਵਾਜ਼ਾ ਰਿਹਾ ਹੈ। ਇਸ ਲਈ ਭਾਰਤ ਉੱਤੇ ਹਮਲਾ ਕਰਨ ਵਾਲਿਆਂ ਦੇ ਜ਼ੁਲਮ ਤੇ ਤਸ਼ੱਦਦ ਪੰਜਾਬੀਆਂ ਨੂੰ ਹਮੇਸ਼ਾ ਹੀ ਸਹਿਣੇ ਪੈਂਦੇ ਰਹੇ ਨੇ। ਨਤੀਜੇ ਵਜੋਂ ਮੱਧਕਾਲੀ ਪੰਜਾਬ ਦਾ ਸਮਾਜਿਕ ਸੰਗਠਨ ਨਿਰਬਲ ਅਤੇ ਬਹੁਤ ਅਤਿ ਕਮਜ਼ੋਰ ਹੋ ਗਿਆ। ਇਹੋ ਜਿਹੇ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੰਜਾਬ ਦੇ ਵਾਸੀਆਂ ਨੂੰ ਚੜ੍ਹਦੀ ਕਲਾ ਵਾਲਾ ਅਹਿਸਾਸ ਬਖਸ਼ਿਆ। ਨਵੇਂ ਸਿਰਿਓਂ ਸੁਰਜੀਤ ਕੀਤੇ ਪੰਜਾਬੀਆਂ ਨੂੰ ਨਵੇਂ ਸਿਰਿਓਂ ਸਾਜ ਕਰਕੇ ਖਾਲਸਾ ਪੰਥ ਨੂੰ ਮਾਨੋ, ਜਿਵੇਂ ਪੰਜਾਂ ਦੇ ਸੀਸ ਲੈ ਕੇ ਫਿਰ ਸੁਰਜੀਤ ਕਰਨਾ ਅੰਮ੍ਰਿਤ ਦੇ ਨਾਲ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਦਰਜਾ ਬਖਸ਼ਿਆ, ਸਿੰਘਾਂ ਦਾ ਰੁਤਬਾ ਪ੍ਰਦਾਨ ਕੀਤਾ। ਸੋ ਇਨ੍ਹਾਂ ਸੂਰਬੀਰ ਸ਼ੇਰਾਂ ਨੇ ਸਮਾਜ ਵਿਰੋਧੀਆਂ, ਹਮਲਾਵਰਾਂ, ਜ਼ਾਲਮ ਤੇ ਜਨਤਕ ਦੋਖੀਆਂ ਦਾ ਬਹੁਤ ਡਟ ਕੇ ਮੁਕਾਬਲਾ ਕੀਤਾ, ਕੁਰੀਤੀਆਂ ਕੱਢੀਆਂ, ਭਰਮ ਦੂਰ ਕੀਤੇ। ਪੰਜਾਬ ਦੇ ਲੋਕ ਜੋ ਥੱਲੇ ਨੂੰ ਬਿਲਕੁਲ ਹੀ ਬੈਠ ਗਏ ਸਨ, ਉਸ ਵਕਤ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੇ, ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ਾਂ ਕੀਤੀਆਂ। ਸੋ ਇਹੋ ਜਿਹੇ ਬਹਾਦਰ ਸਿੰਘਾਂ ਵਿੱਚੋਂ ਸਿਰਮੌਰ ਸ਼੍ਰੋਮਣੀ ਨਿਧੜਕ ਸਿੰਘ ਬਾਬਾ ਦੀਪ ਸਿੰਘ ਜੀ ਹੋਏ ਨੇ, ਜਿਨਨੇ ਵੀ ਬੇਨਤੀ ਕੀਤੀ ਹੈ ਕਿ ਗੁਣ ਲਾ ਲਈਏ। ਪੂਰਨ ਬ੍ਰਹਮ ਗਿਆਨੀ, ਸੰਤ ਮਹਾਤਮਾ, ਪੂਰਨ ਪੁਰਖ, ਚੜ੍ਹਦੀ ਕਲਾ ਵਾਲੇ ਸਿੰਘ, ਨਿਧੜਕ ਜਰਨੈਲ, ਮਹਾਬਲੀ ਯੋਧੇ, ਸਾਰੇ ਹੀ ਗੁਣ ਨੇ। ਜਨਨੀ ਜਨੈ ਤਾਂ ਭਗਤ ਜਨ, ਇਹ ਵੀ ਹੈ। ਕੈ ਦਾਤਾ ਕੈ ਸੂਰ, ਇਹ ਵੀ ਦੋਨੋਂ ਤਿੰਨੇ ਗੁਣ ਸਾਰੇ ਹੀ। ਨਾਹੇ ਤਾਂ ਜਨਨੀ ਬਾਝ ਰਹਿ, ਕਾਹੇ ਗਵਾਵੈ ਨੂਰ। ਸੋ ਇਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਇੱਕ ਸੂਝਵਾਨ, ਦਲੇਰ ਤੇ ਸੁਲਝੇ ਹੋਏ ਆਗੂ ਅਤੇ ਬਹੁਤ ਜ਼ਿਆਦਾ ਅਥਾਹ ਬਾਹੂ ਬਲ ਵਾਲੇ ਯੋਧੇ ਹੋਏ ਨੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ੍ਰੇਸ਼ਟ ਵਿਦਵਤਾ, ਡੂੰਘੀ ਸਿੱਖੀ, ਜਜ਼ਬਾ ਬਹੁਤ ਜ਼ਿਆਦਾ, ਜਿਨ੍ਹਾਂ ਵਿੱਚ ਸਿੱਖੀ ਭਰੀ ਹੋਈ ਸੀ ਕੁੱਟ-ਕੁੱਟ ਕੇ। ਅਕਾਲ ਪੁਰਖ ਦੀ ਬੜੀ ਬਖਸ਼ਿਸ਼, ਕਲਗੀਧਰ ਦੀ ਬਖਸ਼ਿਸ਼ ਅਤੇ ਨਾਮ ਬਾਣੀ ਦਾ ਅਭਿਆਸ, ਸੇਵਾ ਦਾ ਬਹੁਤ ਜ਼ਿਆਦਾ ਚਾਓ ਉਮਾ। ਰਾਤ ਦਿਨ ਵਿੱਚ ਘੰਟਾ 2 ਘੰਟੇ ਹੀ ਵਿਸ਼ਰਾਮ ਕਰਦੇ ਸੀ, ਬਸ ਇੱਕ ਜਿੱਦਾਂ ਚਾਓ ਹੀ ਚੜਿਆ ਰਹਿੰਦਾ, ਸੇਵਾ ਦਾ, ਬੰਦਗੀ ਦਾ, ਬਾਣੀ ਪੜ੍ਹਨ ਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਵਿੱਚ ਇਹ ਸੋਹਣੇ ਗੁਣ ਦੇ ਨਾਲ ਨਾਲ ਵਿਦਵਤਾ ਬੜੀ ਸੀ, ਡੂੰਘਾ ਸਿੱਖੀ ਜਜ਼ਬਾ, ਨਾਮ ਬਾਣੀ ਦਾ ਅਭਿਆਸ। ਇਹ ਗੁਣਾਂ ਦਾ ਸਦਕਾ ਹੀ ਇਹਨਾਂ ਨੂੰ ਬਾਬਾ ਦੀ ਉਪਾਧੀ ਸਾਰਿਆਂ ਨੇ ਦਿੱਤੀ, ਬਾਬਾ ਜੀ ਨਾਲ ਸਨਮਾਨੇ ਗਏ। ਇੱਕ ਤਾਂ ਉਮਰ ਵੀ, ਦੂਸਰਾ ਕੋਈ ਇਹ ਵੀ ਹੁੰਦਾ ਜਿਵੇਂ ਧੰਨ ਧੰਨ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇਹ ਜੇ ਕਹੀਏ ਕਿ ਲਾਲਨਾਮੇ ਪੰਡਤ ਨੇ ਕਿਹਾ ਛੋਟੀ ਜੀ ਉਮਰ ਹੈ, ਇਹਨਾਂ ਨੂੰ ਗੁਰੂ ਸਾਹਿਬ ਕਹੀ ਜਾਂਦੇ ਹੋ, ਫਿਰ ਉਹਨੇ ਦਰਸਾ ਵੀ ਦਿੱਤਾ। ਪਦਵੀ ਦੀ ਗੱਲ ਹੈ, ਜਿੱਥੇ ਮਹਾਨ ਕਾਰਜ ਕੀਤੇ ਜਾਂਦੇ ਨੇ। ਧੰਨ ਧੰਨ ਬਾਬਾ, ਛੋਟੀ ਜੀ ਉਮਰ 'ਚ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਬਾਬਾ ਇੱਕ ਵੱਡੀ ਪਦਵੀ ਹੈ ਗੁਰੂ ਘਰ ਦੀ, ਬਾਬਾ ਬੁੱਢਾ ਜੀ ਸਾਹਿਬ। ਸੋ ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਛਕਣ ਅਤੇ ਸ਼ਸਤਰ ਵਿੱਦਿਆ ਪ੍ਰਾਪਤ ਕਰਨ ਦਾ ਮਾਣ ਵੀ ਬਾਬਾ ਦੀਪ ਸਿੰਘ ਨੂੰ ਪ੍ਰਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖੁਦ ਬਾਬਾ ਦੀਪ ਸਿੰਘ ਜੀ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਸੇਵਾ ਸੰਭਾਲ ਅਤੇ ਸਿੱਖੀ ਦਾ ਪ੍ਰਚਾਰ ਸੌਂਪਿਆ ਆਪ। ਬਾਬਾ ਜੀ ਜਦੋਂ ਵੀ ਦੇਸ਼ ਕੌਮ ਦੀ ਸੇਵਾ ਲਈ ਸਿੰਘਾਂ ਨੂੰ ਪ੍ਰੇਰਦੇ ਤਾਂ ਸਿੰਘ ਵਹੀਰਾਂ ਪਾ ਕੇ ਆ ਹਾਜ਼ਰ ਹੁੰਦੇ ਸੀ। ਪ੍ਰਤਾਪ ਬੜਾ ਸੀ, ਇੱਕੋ ਹੀ ਆਵਾਜ਼ ਮਾਰਦੇ ਸੀ। ਬਾਬਾ ਜੀ ਦੀ ਵੱਡੀ ਜਿਹੜੀ ਖੂਬੀ ਇਹ ਸੀ ਕਿ ਜੰਗ ਦੇ ਮੈਦਾਨ ਵਿੱਚ ਉਹ ਆਪ ਸਭ ਤੋਂ ਅੱਗੇ ਹੁੰਦੇ ਸੀ। ਇਹ ਨਹੀਂ ਕਿ ਪੁਰਾਣੀ ਇੱਕ ਕਹਾਵਤ ਹੈ, ਕਹਿੰਦੇ ਪਿੰਡਾ ਅੱਗੇ ਪੁੱਤਾ ਪਿੱਛੇ। ਮੈਂ ਪੁੱਛਿਆ ਸਿਆਣ ਨੂੰ ਇਹ ਕਹਾਵਤ ਦਾ ਮਤਲਬ ਕੀ ਹੈ? ਕਹਿੰਦੇ ਲੜਾਈ ਹੋ ਗਈ 2 ਪਿੰਡਾਂ ਦੀ,
ਇੱਕ ਕਹਿੰਦੇ ਮਾਤਾ ਆਪਦੇ ਨਿਆਣੇ ਨੂੰ ਤਾਂ ਕਹੇ ਪੁੱਤਾ ਪਿੱਛੇ ਰਹਿ, ਤੂੰ ਪਿੰਡ ਨੂੰ ਸ਼ਾਬਾਸ਼, ਪਿੰਡ ਵਾਲਿਓ ਅੱਗੇ ਹੋ ਕੇ ਲੜੋ ਭਾਈ, ਉਹ ਆਪਦੇ ਮੁੰਡੇ ਨੂੰ ਪਿੱਛੇ ਪਿੱਛੇ ਕਰੀ ਜਾਵੇ। ਇੱਥੇ ਬਾਬਾ ਦੀਪ ਸਿੰਘ ਜੀ ਆਪ ਅੱਗੇ ਹੋ ਕੇ, ਜਰਨੈਲ ਉਸੇ ਦਾ ਨਾਂ ਜਿਹੜਾ ਅੱਗੇ ਹੋ ਕੇ ਲੜੇ, ਬਾਬਾ ਜੀ ਅੱਗੇ ਹੋ ਕੇ ਲੜਦੇ ਰਹੇ। ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੈ ਪਗ ਨਾ ਧਰੇ। ਉਗਰਦੰਤੀ ਬਾਣੀ ਚ ਮਹਾਰਾਜ ਨੇ ਬਚਨ 10ਵੇਂ ਪਾਤਸ਼ਾਹ ਨੇ ਲਿਖਿਆ। ਸੋ ਬਾਬਾ ਜੀ ਦਾ ਬਾਹੂਬਲ ਤੇ ਜੋਰੋ ਜਲਾਲ ਵੇਖ ਕੇ ਜ਼ਾਲਮਾਂ ਦੇ ਵੱਡੇ ਵੱਡੇ ਜਰਨੈਲ ਇਹਨਾਂ ਦੀ ਤਾਬ ਨਹੀਂ ਸੀ ਚੱਲ ਸਕਦੇ ਹੁੰਦੇ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸ੍ਰੀ ਤਰਨਤਾਰਨ ਸਾਹਿਬ ਤੋਂ ਚੱਲਣ ਸਮੇਂ ਬਾਬਾ ਜੀ ਨੇ ਇਹ ਅਰਦਾਸਾ ਸੋਧਿਆ ਕਿ ਅਕਾਲ ਪੁਰਖ ਫਤਿਹ ਬਖਸ਼ਣ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਸ਼ਹੀਦੀ ਦੀ ਦਾਤ ਨਾ ਬਖਸ਼ਣ। ਦੇਖੋ, ਇਹ ਵੀ ਸਿੱਖ ਦਾ ਦਾਈਆ। ਉਹਨਾਂ ਦੀ ਅਰਦਾਸ ਪ੍ਰਵਾਨ ਹੋਈ। ਲੜਦਿਆਂ ਰਸਤੇ ਵਿੱਚ ਇੱਕ ਅਕਹਿ ਵਾਰ ਨਾਲ ਸਾਂਝਾ ਵਾਰ ਚੱਲ ਗਿਆ। ਜਦੋਂ ਬਾਬਾ ਜੀ ਦਾ ਸੀਸ ਲੱਥ ਗਿਆ, ਉਹ ਆਪਣਾ ਸੀਸ ਤਲੀ ਤੇ ਰੱਖ ਕੇ ਲੜਦੇ ਰਹੇ ਤੇ ਅੰਤ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਵਿੱਚ ਆਪਣਾ ਸੀਸ ਜਾ ਕੇ ਭੇਟਾ ਕੀਤਾ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪੰਜਾਬੀ ਪਾਠਕਾਂ ਨੂੰ ਕਹਿੰਦੇ ਆਪਣੇ ਸੂਰਬੀਰਾਂ ਦੇ ਜੀਵਨ ਤੋਂ ਜਾਣੂ ਕਰਾਉਣ ਲਈ ਭਾਸ਼ਾ ਵਿਭਾਗ ਪੰਜਾਬ ਨੇ ਸਾਹਸ ਅਤੇ ਵੀਰਤਾ ਸਿਰਜ ਅਧੀਨ ਪੁਸਤਕਾਂ ਤਿਆਰ ਕਰਨ ਦਾ ਉਪਰਾਲਾ ਕੀਤਾ ਸੀ। ਇਹ ਹੱਥਲੀ ਪੁਸਤਕ ਜਿਹੜੀ ਹੈ, ਕਹਿੰਦੇ ਨੇ ਕਿ ਸ਼ਹੀਦ ਬਾਬਾ ਦੀਪ ਸਿੰਘ ਇਸ ਸੀਰੀਜ਼ ਦੀ ਇੱਕ ਕੜੀ ਹੈ। ਇਸ ਪੁਸਤਕ ਦਾ ਪਹਿਲਾ ਐਡੀਸ਼ਨ 1980 ਵਿੱਚ ਛਪਿਆ। ਫਿਰ ਇਹਦੀ ਬਹੁਤ ਮੰਗ ਵਧੀ ਜਦੋਂ ਫਿਰ ਦੁਬਾਰਾ ਛਾਪਿਆ ਗਿਆ। ਇਹ ਜਿਹੜੀ ਪੁਸਤਕ ਛਾਪੀ ਗਈ ਆ, ਆਸ ਹੈ ਵੀ ਇਹ ਪੁਸਤਕ ਕਹਿੰਦੇ ਨੇ ਬੱਚਿਆਂ ਦੇ ਮਨਾਂ ਵਿੱਚ ਸੱਚਾਈ, ਅਣਖ, ਸਵੈ ਭਰੋਸਾ ਅਤੇ ਸਵੈ ਰੱਖਿਆ ਦਾ ਜਜ਼ਬਾ ਉਭਾਰਨ ਵਿੱਚ ਸਹਾਈ ਹੋਵੇਗੀ। ਇਹ ਡਾਕਟਰ ਮਦਨ ਲਾਲ ਹਸੀਜਾ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕੁਝ ਅੱਖਰ ਲਿਖੇ। ਮੈਂ ਤਾਂ ਇਹ ਚੀਜ਼ਾਂ ਸੁਣਾਈਆਂ ਵੀ ਇੱਕ ਹਿੰਦੂ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਹੋਏ ਡਾਇਰੈਕਟਰ ਸਨ, ਉਹਨਾਂ ਨੇ ਬਾਬਾ ਜੀ ਦੀ ਕਿੰਨੀ ਤਾਰੀਫ ਕੀਤੀ ਤੇ ਲਿਖਿਆ ਵੀ ਸੀਸ ਉਹਨਾਂ ਦਾ ਲੱਥ ਗਿਆ, ਇਹ ਤਲੀ ਤੇ ਰੱਖਿਆ, ਜੰਗ ਕੀਤਾ, ਹਰਮੰਦਰ ਸਾਹਿਬ ਤੱਕ ਪਹੁੰਚੇ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ ਬਚਨ ਕਮਾਇਆ। ਤੋ ਇਸੇ ਪ੍ਰਕਾਰ ਜੋ ਲਿਖਣ ਵਾਲੇ ਹਨ ਉਹਨਾਂ ਨੇ ਵੀ ਆਪਣਾ ਨਿਸ਼ਚਾ ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਨੇ ਦ੍ਰਿੜ ਕਰਵਾਇਆ ਹੈ। ਮੈਂ ਤਾਂ ਸੁਣਾਇਆ ਵੀ ਅੱਜ ਕੱਲ ਦੇ ਲੋਕ ਬਹੁਤ ਸਾਰੀਆਂ ਗੱਲਾਂ ਬੋਲਦੇ ਨੇ, ਇਸ ਕਰਕੇ ਆਪਾਂ ਕੱਲੇ ਜੇ ਹੁਣ 2 ਬੰਦੇ 4 ਬੰਦੇ ਖੜੇ ਹੋ ਜਾਣ, ਸੋ ਕਹਿੰਦੇ ਨੇ ਕਾਵਾਂ ਦੇ ਕਹੇ ਕਦੇ ਢੱਗੇ ਨਹੀਂ ਮਰਦੇ, ਪੁਰਾਣੀ ਕਹਾਵਤ ਆ। ਇਹ ਰੌਲਾ ਜੇ ਪਾਉਣ ਵਾਲੇ ਨੇ 5 10 20 ਬੰਦੇ, ਇਹ ਵੀ ਚੰਗੇ ਹੁੰਦੇ, ਨਜ਼ਰ ਬੱਟੂ ਲੱਗੇ ਹੋਏ ਨੇ, ਆਪਾਂ ਨੂੰ ਇਹ ਨਜ਼ਰ ਨਹੀਂ ਲੱਗਦੀ ਇਹ ਨਾਲ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਬਣਾ ਕੇ ਬੜੀਆਂ ਸਾਰੀਆਂ ਗੱਲਾਂ। ਕਦੇ ਉਹ ਇੱਕ ਦਿਨ ਇੱਕ ਕਥਾ ਕਰਦਾ, ਕਹਿੰਦਾ ਮਾਤਾ ਸਾਹਿਬ ਕੌਰ ਤਾਂ ਆਖੇ ਪੰਥ ਦੀ ਮਾਤਾ, ਕਹਿੰਦੇ ਆਖੇ ਇਹ ਮਾਤਾ ਆ ਕੌਲਾਂ ਹੀ ਪਤਾ ਨਹੀਂ ਕਿੱਥੋਂ ਹੁਣ ਨਵੀਂ ਕੱਢ ਲਈ ਇਹਨਾਂ ਨੇ। ਇਹ ਤਾਂ ਪੁੱਤ ਜਦ ਦਰਗਾਹ 'ਚ ਲੇਖਾ ਦੇਣਾ ਪੈਣਾ ਨਾ, ਉਦੋਂ ਪਤਾ ਲੱਗਣਾ। 6ਵੇਂ ਪਾਤਸ਼ਾਹ ਦੇ ਮੂਹਰੇ ਖੜ ਨਹੀਂ ਹੋਣਾ ਫਿਰ। ਸੋ ਇਸ ਕਰਕੇ ਇਹੀਆਂ ਗੱਲਾਂ ਨਾ ਸੰਗਤ ਸੁਣੇ ਤੇ ਨਾ ਹੀ ਆਪਾਂ ਨੂੰ ਸੁਣਨ ਦੀ ਲੋੜ ਹੈ। ਅੱਜ ਵੀ ਇੱਕ ਸਵੇਰੇ ਲੱਗਿਆ ਹੋਇਆ ਸੀ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਨ, ਫਿਰ ਸਿੰਘਾਂ ਨੇ ਫੋਨ ਕਰਕੇ ਸਿੱਖ ਚੈਨਲਾਂ ਨੂੰ ਕਿਹਾ ਵੀ ਇਹਨੂੰ ਬੰਦ ਕਰੋ ਪਰੇ, ਇਹ ਹੋਰ ਹੀ ਗੱਲਾਂ ਕਰੀ ਜਾਂਦਾ। ਵਿਚਾਰੇ ਕਿਤਾਬਾਂ ਪੜ੍ਹ ਕੇ ਇਧਰ ਉਧਰੋਂ ਸਿੱਖ ਸਿਖਾ ਕੇ ਜੇ ਸਟੇਜਾਂ ਤੇ ਬਹਿ ਜਾਂਦੇ ਨੇ, ਅਸਲੀਅਤ ਦਾ ਗਿਆਨ ਹੀ ਨਹੀਂ ਕਿਸੇ ਨੂੰ। ਇਸ ਕਰਕੇ ਇਹ ਚੀਜ਼ਾਂ ਸੁਣਾਉਣ ਦੇ ਨਾਲ ਪਿੱਛੇ ਮਾਤਾ ਸਾਹਿਬ ਕੌਰ ਜੀ ਦਾ ਜਦੋਂ ਜੀਵਨ ਸੁਣਾਇਆ, ਬਹੁਤ ਸੰਗਤਾਂ ਪ੍ਰਸੰਨ ਹੋਈਆਂ ਵੀ ਸਾਨੂੰ ਤਾਂ ਮਾਤਾ ਜੀ ਬਾਰੇ ਪਤਾ ਹੀ ਨਹੀਂ ਸੀ ਵੀ ਇੰਨੇ ਸਾਲ ਰਹੇ, ਇੰਨੀ ਸੇਵਾ ਕੀਤੀ। ਹੁਣ ਸੰਗਤਾਂ ਦੇ ਮਨ ਵਿੱਚ ਮਾਤਾਵਾਂ ਪ੍ਰਤੀ ਬਹੁਤ ਸਤਿਕਾਰ ਬਣਿਆ। ਨਾਸਤਕਾਂ ਨੇ ਤਾਂ ਫੈਲਾ ਹੀ ਦਿੱਤੀਆਂ ਸੀ ਬਹੁਤ ਸਾਰੀਆਂ ਗੱਲਾਂ। ਸੋ ਸੰਗਤ ਇਹਨਾਂ ਬਚਨਾਂ ਤੋਂ, ਜਿਹੜੇ ਗਲਤ ਕੋਈ ਕਰਦੇ ਉਹਨਾਂ ਤੋਂ ਸੁਚੇਤ ਰਹੋ। ਸੁਣਨ ਦੀ ਲੋੜ ਨਹੀਂ। ਜੇ ਕੋਈ ਕਹਿੰਦਾ ਵੀ ਇਹ ਤਾਂ ਕਾਂ ਚਿੜੀਆਂ ਜਾਨਵਰ ਬਥੇਰੇ ਬੋਲੇ ਜਾਂਦੇ ਆ, ਮਹਾਰਾਜ ਨੇ ਬਾਣੀ 'ਚ ਕਿਹਾ ਸਾਕਤ ਕਾ ਬਕਨਾ ਆਉ ਜਾਨੋ ਜੈਸੇ ਪਵਨ ਝੁਲਾਈ। ਮਹਾਰਾਜ ਕਹਿੰਦੇ ਹਵਾ ਨਹੀਂ ਚੱਲਦੀ, ਹਵਾ ਨਾਲ ਪਿੱਪਲ ਦੇ ਪੱਤੇ ਖੜਖੜ ਕਰਦੇ, ਦਰਖਤਾਂ ਦੇ ਉਹ ਕਰੀ ਜਾਂਦੇ ਆ, ਕੂਕਰ ਭੌਂਕਦੇ ਹੀ ਰਹਿੰਦੇ ਨੇ। ਕਹਿੰਦੇ ਉਹ ਜ਼ਰੂਰੀ ਤਾਂ ਨਹੀਂ ਵੀ ਉਹਨਾਂ ਦਾ ਅਸਰ ਕਬੂਲੀਏ ਆਪਾਂ, ਆਪਣੇ ਅੰਦਰ ਵੀ ਤਾਂ ਆਤਮਾ ਹੈ, ਆਪਾਂ ਵੀ ਤਾਂ ਸਿੱਖ ਹਾਂ, ਆਪਾਂ ਨੂੰ ਪਤਾ ਸਾਰਾ ਕੁਝ।
तो इस करके किसी दे कहे कहाए कोई गल नहीं मननी। हाँ, अपनी अखां नाल देखो, इतिहास सारे इतिहास लिखे पे मिल जाते ने। ते उन्हां इतिहास जिहड़े असीं भी तां हुण चंगे चंगे बंदियां दे पढ़दे ही आ। इतिहास जदों पहलां आप पढ़ीदा फिर देखीदा हाँ कसवट्टी ते पूरा उतरदा। सो इस करके आओ बाबा जी वल, सो देखिए बाबा जी ने किस प्रकार सारे कारज कीते ने। पावन धरती श्री ਅੰਮ੍ਰਿਤਸਰ साहब पंजाब दा सब तो वड्डा ते प्रसिद्ध शहर है। इत्थे सिखां दा धर्म केंद्र श्री हरमंदर साहब पावन स्थान, इस लई ਅੰਮ੍ਰਿਤਸਰ संसार भर विच मशहूर है। इस धर्म मंदिर दे दर्शनां लई श्रद्धालु सिख देशां विदेशां तो नित हजारां दी गिणती विच इत्थों दी यात्रा लई आउंदे ने। सिखां तो इलावा इत्थे सैकड़े विदेशी यात्रु हर रोज इस सुंदर धर्म स्थान नूं दर्शन करन आउंदे ने। इत्थे कोई भी आ सकदा, चार दरवाजे चारों पासेों खुले। किसे धर्म दा, किसे देश दा, किसे कौम दा, छोटा वड्डा अमीर गरीब सारिआं नूं अधिकार है। इस करके महाराज सच्चे पातशाह ने बख्शिश कीती है, हर जपे हर मंदिर साजिया संत भगत गुण गावे राम। श्री हरमंदर साहब की परिक्रमा में दक्षिणी बाही वाले पासे एक गुरुद्वारा ते एक निशान साहब है। बाबा दीप सिंह जी शहीद ने इस थां ते अंतिम समय विच आके अंतिम सवास इत्थे छड्डे सी, सीस रख के उपरंत। ये हुण बहुतियां लोकां ने ये असल विच कमी तां पैगी जिहड़े अजकल दे प्रचारक ने, ये तां विचारे मेरा ख्याल 3 बाणियां तो हुण हौली हौली 2 ते 1 ते आउंदे आउंदे मैं तां अज ये भी सोचिया सी आ कईयां दीयां गल्लां सुण के आ जिहड़े रौला पाउंदे ने 10वें पातशाह बारे जां उन्हां दी बाणी बारे, मैं सोचदा भी तुसीं अंदाजा जिहा लाओ 3 ਤੋਂ 4 साल दे विच विच ये लोग कहण लग जाणगे भी 10वें पातशाह तां होए ही नहीं, इन्हां ने हौली हौली ये काम ही मुका देना। तुसीं देख लिओ कई चीजां अज तो 5 साल 7 साल पहला जी अमृत बाणी सीरीज भरियां सी पटियाले दुख निवारण साहब, उदों कई गल्लां कईयां सी, मेरा अंदाजा सी भी हौली हौली ऐ कहण लग जाणगे। क्यों? ये अगे अगे वधी जांदे आ वधी जांदे आ वधी जांदे आ। फिर हुण महाराज सच्चे पातशाह अगे अरदास ही करिए, महाराज सारिआं नूं समत बख्शिश करन। सो बाबा जी ने उस थां दे उत्ते जो सवास अंतिम सवास लए ते वाहिगुरू कह के उस वक्त अपना जो शरीर सी 5 भूत चोला सी उत्ते आ गया। श्री पावन धरती ਅੰਮ੍ਰਿਤਸਰ साहब विच शहीद बाबा दीप सिंह दा जिथे अंतिम संस्कार किया गया, उत्थे हुण ये बहुत ही सुंदर स्थान गुरुद्वारा बाबा शहीदां बाबा दीप सिंह दे नाम ते है। उत्थे भी एक बार काफी वड्डा समागम होया सी टकसाल वालों, बड़ी पुरानी गल है। ते एक रागी सिंह चंगा तकड़ा, चलो ठीक है, उन्होंने नहीं सी पता, वो कहना जी इत्थों साध संगत जी खड़ के बाबा दीप सिंह ने अपना शीस वगा के मारिया, उपर कर्मा डिग्या। उदों टकसाल दे सिंघां ने फिर उस वक्त रागी सिंह नूं कहा, भाई ये पुठियां गल्लां ना बोल, ये इदां किदां हो सकदा, तूं शहीदां दी इह बेअदबी कर रहा। इस करके बड़े लोगों नूं एवें कई इत्थों सीस सिटिया, कोई कहना टक वज्जिया। ये पावन स्थान गुरुद्वारा रामसर साहब के नजदीक है। इसका नाम गुरुद्वारा शहीदां है। हर रोज हजारां संगतां इत्थे आउंदियां ने। हर ऐतवार नूं इत्थे भारी इकट्ठ हुंदा। हर साल भारी शहीदी जोड़ मेला लगदा है। बाबा दीप सिंह शहीदां दी मिसल दे मुखी होए ने। शहीदां दी मिसल 12 मिसलां विचों एक प्रसिद्ध मिसल सी। बाबा दीप सिंह बारे जानकारी प्राप्त करन तो पहले यह जानना जरूरी है कि 12 मिसलां किहड़ियां हन ते शहीदां मिसल दे जिम्मे की काम लग्या होया सी। सो 12 मिसलां ते शहीदां दी मिसल जिहड़ी सी, धन गुरु गोबिंद सिंह साहब महाराज दे समय सिखां नूं कई औंकड़ां दा सामना करना पिया। उदों भारत उपर मुगल बादशाह औरंगजेब दा राज सी। दशमेश गुरु अजे 9 सालां दे सन जदों कि उन्हां दे पूजनीक सत्कारयोग पिता जी धन धन शहीदां दे सरताज धन धन गुरु तेग बहादुर साहब महाराज सच्चे पातशाह जी ने 1675 ईस्वी विच शहीदी दिती, जिन्हां दा
ਪੁਰਾਤਨ ਰਵਾਇਤਾਂ ਵਿੱਚ ਹੁਣ ਸ਼ਹੀਦੀ ਦਿਨ 21 ਨਵੰਬਰ ਨੂੰ ਸੰਗਤਾਂ ਮਨਾ ਰਹੀਆਂ ਨੇ। ਤੋ ਬਾਕੀ ਚਲੋ 24 ਨੂੰ ਵੀ ਕਹਿੰਦੇ ਨੇ। 10ਵੇਂ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਬਹੁਤ ਅਨੇਕਾਂ ਲੜਾਈਆਂ ਲੜੀਆਂ। ਸਤਿਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਅਣਗਿਣਤ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਮਗਰੋਂ ਸਿੱਖਾਂ ਲਈ ਬਹੁਤ ਜ਼ਿਆਦਾ ਹੀ ਕਰੜੇ ਇਮਤਿਹਾਨ ਦਾ ਸਮਾਂ ਆਇਆ। 18ਵੀਂ ਸਦੀ ਦੇ ਅੱਧ ਤੱਕ ਸਿੱਖਾਂ ਨੂੰ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ। ਸੋ ਇਸ ਕਰਕੇ ਗੁਰਸਿੱਖਾਂ ਲਈ ਇਹ ਸਖਤ ਮੁਸੀਬਤ ਦਾ ਸਮਾਂ ਸੀ। ਲਗਭਗ 60 ਸਾਲ ਸਾਰੇ ਪੰਥ ਉੱਤੇ ਘੋਰ ਅਤਿਆਚਾਰ ਹੁੰਦੇ ਰਹੇ। ਅਨੇਕਾਂ ਸਿੱਖ ਸ਼ਹੀਦ ਹੋਏ, ਪਰ ਸਿੱਖ ਹਮੇਸ਼ਾ ਹੀ ਕਹਿੰਦੇ ਚੜ੍ਹਦੀ ਕਲਾ ਵਿੱਚ ਵਿਚਰਦਾ। ਸੋ ਇਸ ਸਮੇਂ ਸਿੱਖਾਂ ਦੇ 12 ਜਥੇ ਬਣ ਗਏ, ਜਿਨ੍ਹਾਂ ਨੂੰ 12 ਮਿਸਲਾਂ ਕਿਹਾ ਜਾਂਦਾ। ਇਹਨਾਂ ਮਿਸਲਾਂ ਵਿੱਚੋਂ ਬਹੁਤੀਆਂ ਮਿਸਲਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕੇ ਮੱਲ ਕੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ। ਮਿਸਲਾਂ ਦੇ ਨਾਮ ਇਸ ਪ੍ਰਕਾਰ ਨੇ ਭਈ ਪਹਿਲੀ ਮਿਸਲ ਜਿਹੜੀ ਆ ਆਹਲੂਵਾਲੀਆ ਦੀ ਮਿਸਲ, ਦੂਸਰੀ ਸੀ ਸ਼ਹੀਦਾਂ ਦੀ ਮਿਸਲ ਜਿਹਦੇ ਚ ਬਾਬਾ ਦੀਪ ਸਿੰਘ ਜੀ ਦਾ ਨਾਮ ਆਇਆ, ਤੀਸਰੀ ਸਿੰਘਪੁਰੀਆਂ ਦੀ ਮਿਸਲ ਜਿਹਨੂੰ ਫੈਜ਼ਲਾਪੁਰੀਆਂ ਦੀ ਮਿਸਲ ਵੀ ਕਹਿੰਦੇ ਆ, ਚੌਥੀ ਮਿਸਲ ਹੈ ਸ਼ੁਕਰਚਾਰੀਆਂ ਦੀ, ਪੰਜਵੀਂ ਘਨਈਆਂ ਦੀ ਮਿਸਲ, ਛੇਵੀਂ ਕਰੋੜੀਆਂ ਦੀ ਮਿਸਲ, ਸੱਤਵੀਂ ਡੱਲੇ ਵਾਲਿਆਂ ਦੀ ਮਿਸਲ, ਅੱਠਵੀਂ ਨਿਸ਼ਾਨ ਵਾਲੀ ਮਿਸਲ, ਨੌਵੀਂ ਨਕਈਆਂ ਦੀ ਮਿਸਲ, 10ਵੀਂ ਫੂਲਕਿਆਂ ਦੀ ਮਿਸਲ, 11ਵੀਂ ਭੰਗੀਆਂ ਦੀ ਮਿਸਲ ਤੇ 12ਵੀਂ ਰਾਮਗੜੀਆਂ ਦੀ ਮਿਸਲ। ਸ਼ਹੀਦਾਂ ਦੀ ਮਿਸਲ ਕੋਲ ਹੋਰ ਮਿਸਲਾਂ ਵਾਂਗ ਕੋਈ ਖਾਸ ਫੌਜ ਤਾਂ ਨਹੀਂ ਸੀ ਹੁੰਦੀ, ਨਾ ਹੀ ਇਸ ਮਿਸਲ ਕੋਲ ਕੋਈ ਆਪਣਾ ਮਿਥਿਆ ਹੋਇਆ ਇਲਾਕਾ ਸੀ। ਇਸ ਮਿਸਲ ਵਿੱਚ ਸਿਰਲੱਥ ਬਹਾਦਰ ਸਨ। ਉਹ ਦੇਸ਼ ਤੇ ਕੌਮ ਲਈ ਜੂਝਣ ਵਾਸਤੇ ਹਰ ਸਮੇਂ ਤਿਆਰ ਰਹਿੰਦੇ ਸਨ। ਜਦੋਂ ਕੋਈ ਭੀੜ ਬਣਦੀ ਅਤੇ ਫੌਜੀ ਜਾਂ ਕਿਸੇ ਹੋਰ ਪ੍ਰਕਾਰ ਦੀ ਸਹਾਇਤਾ ਦੀ ਲੋੜ ਪੈਂਦੀ ਤਾਂ ਸ਼ਹੀਦਾਂ ਦੀ ਮਿਸਲ ਵਾਲੇ ਦੂਜੀਆਂ ਮਿਸਲਾਂ ਕੋਲੋਂ ਸਹਾਇਤਾ ਮੰਗ ਲੈਂਦੇ ਸੀ। ਬਾਕੀ ਦੀਆਂ ਸਾਰੀਆਂ ਮਿਸਲਾਂ ਵਾਲੇ ਇਹਨਾਂ ਦੀ ਬੜੀ ਇੱਜ਼ਤ ਕਰਦੇ। ਹੋਰ ਮਿਸਲਾਂ ਜਿਹੜੀਆਂ ਸੀ, ਇਸ ਕਰਕੇ ਲਗਭਗ ਸਾਰੇ ਸਰਦਾਰਾਂ ਨੇ ਸ਼ਹੀਦਾਂ ਦੀ ਮਿਸਲ ਦੇ ਸਰਦਾਰਾਂ ਪਾਸੋਂ ਅੰਮ੍ਰਿਤ ਛਕਿਆ। ਇਸ ਮਿਸਲ ਦੇ ਆਗੂ ਆਚਰਨ ਤੇ ਰਹੁ ਰੀਤ ਵਿੱਚ ਬੜੇ ਉੱਚੇ ਸਨ, ਕਿਉਂਕਿ ਹੋਰ ਮਿਸਲਾਂ ਦੇ ਜਿਹੜੇ ਸੀ, ਇਹ ਜਿਹੜੀ ਸ਼ਹੀਦਾਂ ਦੀ ਮਿਸਲ ਸੀ ਅੰਮ੍ਰਿਤ ਸੰਚਾਰ ਬਹੁਤ ਕਰਦੀ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਤੋ ਇਹ ਜਿਹੜੀ ਸੀ ਅੰਮ੍ਰਿਤ ਛਕਿਆ ਸਾਰਿਆਂ ਨੇ ਤਾਂ ਬਹੁਤ ਸਤਿਕਾਰ ਕਰਦੇ। ਇਸ ਮਿਸਲ ਦੇ ਆਗੂ ਆਚਰਨ ਤੇ ਰਹੁ ਰੀਤ ਵਿੱਚ ਬੜੇ ਉੱਚੇ ਸਨ। ਇਸ ਮਿਸਲ ਦੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ। ਉਹ ਸਾਬੋ ਕੀ ਤਲਵੰਡੀ ਗੁਰਦੁਆਰਾ ਦਮਦਮਾ ਸਾਹਿਬ ਦੇ ਮੁਖੀ ਸਨ। ਦਮਦਮਾ ਸਾਹਿਬ ਦੇ ਮੁਖੀ ਵੀ ਸਨ ਤੇ ਦਮਦਮੀ ਟਕਸਾਲ ਦੇ ਮੁਖੀ ਵੀ ਆਪ ਹੋਏ ਨੇ। ਦਮਦਮੀ ਟਕਸਾਲ ਦੀ ਸੇਵਾ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ, ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਬੋ ਇਹ ਆਪਣਾ ਜੋ ਪਾਵਨ ਸਥਾਨ ਹੈ ਸੱਤੋ ਕੀ ਗਲੀ ਦੇ ਵਿੱਚ ਅਮੀਰ ਭੰਡਾਰ ਜਿਹੜੀ ਆਪਾਂ ਸਟੀਕ ਪੜ੍ਹਦੇ ਹਾਂ ਸਾਰਾ, ਤੇ ਉਹਦੇ ਵਿੱਚ ਜਿਹੜੀ ਸੀ ਸੰਤ ਬਾਬਾ ਕਿਰਪਾਲ ਸਿੰਘ ਜੀ ਹੋਏ। ਇਹ ਸੱਤੋ ਕੀ ਗਲੀ ਪੈਂਦੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿੱਥੇ ਟਕਸਾਲ ਬਾਬਾ ਜੀ ਪੜ੍ਹਾਉਂਦੇ ਰਹੇ ਸੰਗਤਾਂ ਨੂੰ। ਆਪ ਵਿਦਵਾਨ ਹੋਣ ਦੇ ਨਾਲ ਨਾਲ ਇੱਕ ਬਹਾਦਰ ਯੋਧੇ ਵੀ ਸਨ। ਆਪ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰੱਖਿਆ ਲਈ 1761 ਈਸਵੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਹ ਉਹ ਸਮਾਂ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਪਰ 5-6 ਹਮਲੇ ਕੀਤੇ। ਅਹਿਮਦ ਸ਼ਾਹ ਨੇ ਇਨ੍ਹਾਂ ਹਮਲਿਆਂ ਦੇ ਦੌਰਾਨ ਭਾਰਤ ਨੂੰ ਬਹੁਤ ਲੁੱਟਿਆ। ਅਹਿਮਦ ਸ਼ਾਹ ਨੇ ਜਹਾਨ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪਿਆ ਸੀ। ਉਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਅਨੁਸਾਰ ਅੰਮ੍ਰਿਤਸਰ ਦੀ ਨਾਕਾਬੰਦੀ ਕਰ ਦਿੱਤੀ। ਅਹਿਮਦ ਸ਼ਾਹ ਤੇ ਉਹਦੇ ਸੂਬੇਦਾਰ ਸਿੱਖਾਂ ਦੇ ਵਿਰੁੱਧ ਸਨ। ਸਿੱਖਾਂ ਦੇ ਧਰਮ ਕੇਂਦਰ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ। ਜਿਹੜੇ ਸਿੱਖ ਰਸਤੇ ਵਿੱਚ ਮਿਲੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਗਿਆ। ਇਥੋਂ ਦੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਭੁਰ ਦਿੱਤਾ। ਇਸ ਸਥਾਨ ਉੱਤੇ ਮਾਲ ਡੰਗਰ ਬੰਨ੍ਹ ਲਏ। ਇਸ ਪਵਿੱਤਰ ਸਥਾਨ ਦੀ ਬੇਅਦਬੀ ਸਿੱਖ ਕਿਵੇਂ ਸਹਿ ਸਕਦੇ ਸਨ। ਸੋ ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਨ ਵਿਰੁੱਧ ਅੰਦੋਲਨ ਆਰੰਭ ਲਿਆ ਆਪਣਾ। ਜਹਾਨ ਖਾਨ ਦੇ ਸੈਂਕੜੇ ਫੌਜੀ ਮਾਰੇ ਗਏ। ਲੜਦੇ ਲੜਦੇ ਬਾਬਾ ਦੀਪ ਸਿੰਘ ਜੀ ਵੀ ਸ਼ਹੀਦ ਹੋਏ। ਬਾਬਾ ਦੀਪ ਸਿੰਘ ਇੱਕ ਬਹਾਦਰ ਅਤੇ ਨਿਡਰ ਯੋਧੇ ਸਨ। ਉਹ ਪੂਰਨ ਗੁਰਸਿੱਖ ਅਤੇ ਮਹਾਨ ਵਿਦਵਾਨ, ਪੂਰਨ ਪੁਰਖ,
ਉਹ ਨਿਸ਼ਕਾਮ ਸੇਵਕ ਤੇ ਬਹੁਤ ਭਾਰੀ ਮੰਨ ਲਓ ਕਿ ਤਪਸਵੀ ਸਨ। ਤਪਸਵੀ ਕਿਵੇਂ? ਗੁਰ ਸੇਵਾ ਤਪਾਂ ਸਿਰ ਤਪਸਾਰ। ਧੰਨ ਬਾਬਾ ਦੀਪ ਸਿੰਘ ਨੂੰ ਬਚਪਨ ਵਿੱਚ ਨਹੀਂ ਸੀ ਲੋਕਾਂ ਨੂੰ ਪਤਾ ਕਿ ਇਹਨਾਂ ਨੇ ਇੰਨੇ ਵੱਡੇ ਯੋਧੇ ਬਣਨਾ ਹੈ। ਸੋ ਕੱਚਾ ਜਿਹਾ ਨਾਂ ਲੈ ਕੇ ਲੋਕ ਬੁਲਾਇਆ ਕਰਦੇ ਬਾਬਾ ਜੀ ਨੂੰ। ਉਦੋਂ ਤਾਂ ਕੱਚਾ ਲੋਕ ਨਾਂ ਲੈ ਲੈਂਦੇ ਨੇ, ਪਰ ਆਪਾਂ ਦੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੀ ਕਹਿਣਾ। ਬਾਅਦ ਵਿੱਚ ਇਹਨਾਂ ਦਾ ਨਾਮ ਬਾਬਾ ਦੀਪ ਸਿੰਘ ਪ੍ਰਸਿੱਧ ਹੋਇਆ। ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਕੁਝ ਸਮਾਂ ਬਤੀਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਯੁੱਧ ਵੀ ਕੀਤੇ। ਦਮਦਮਾ ਸਾਹਿਬ ਦੇ ਗੁਰਦੁਆਰੇ ਦੀ ਸੇਵਾ ਕਰਦੇ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਪੰਥ ਨੂੰ ਜਦੋਂ ਵੀ ਲੋੜ ਪਈ ਤਾਂ ਆਪਣੀ ਜਾਨ ਦੀ ਬਾਜੀ ਲਗਾ ਕੇ ਮੈਦਾਨ 'ਚ ਨਿਕਲ ਆਏ। ਬਾਬਾ ਜੀ ਦਾ ਜਿਹੜਾ ਜਨਮ ਹੈ ਤੇ ਬਚਪਨ ਦਾ ਸਮਾਂ, ਬਾਬਾ ਦੀਪ ਸਿੰਘ ਜੀ ਦਾ ਜਨਮ ਲਿਖਿਆ 1682 ਈਸਵੀ ਵਿੱਚ ਹੋਇਆ। ਇਹ ਥੋੜੇ ਆਪਸ ਵਿੱਚ ਕੁਝ ਮਤਭੇਦ ਜੇ ਚੱਲਦੇ ਰਹਿੰਦੇ ਨੇ। ਰੋਹ ਵਿਚਾਰ ਸਮਾਂ ਜਿਸ ਪ੍ਰਕਾਰ ਦਾ ਬਣਦਾ ਹਲੇ ਖੋਜ ਹੋ ਰਹੀ ਹੈ। ਪਹਿਲਾਂ ਵੀ ਦੱਸਿਆ ਸੀ ਕਿ ਆਮ ਤੌਰ ਤੇ ਆਪਾਂ ਇਹ ਜਨਮ ਦਿਨ ਬਾਬਾ ਜੀ ਦਾ ਜਨਵਰੀ 'ਚ ਹੀ ਆਉਂਦਾ, 25, 26, 27 ਜਨਵਰੀ ਇਹਨਾਂ ਕੁ ਦਿਨਾਂ 'ਚ ਆਉਂਦਾ। ਸੋ ਆਪ ਦੇ ਪਿਤਾ ਦਾ ਨਾਂ ਭਗਤਾ ਸੀ ਤੇ ਮਾਤਾ ਜੀ ਦਾ ਨਾਮ ਸੀ ਮਾਤਾ ਜਿਉਣੀ ਜੀ। ਸੋ ਆਪ ਦਾ ਜਨਮ ਪਿੰਡ ਪਹੂਵਿੰਡ ਵਿੱਚ ਹੋਇਆ। ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ। ਬਾਬਾ ਦੀਪ ਸਿੰਘ ਨੂੰ ਕਹਿੰਦੇ ਨੇ ਬਚਪਨ ਦੇ ਵਿੱਚ ਨਿਆਣੇ ਕੱਚੇ ਨਾਂ ਨਾਲ ਹੀ ਬੁਲਾਉਂਦੇ ਸੀ। ਆਪ ਦੇ ਪਿਤਾ ਧਾਰਮਿਕ ਖਿਆਲਾਂ ਵਾਲੇ ਜੱਟ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਸੀ। ਉਹਨਾਂ ਨੇ ਆਪਣੇ ਸਪੁੱਤਰ ਨੂੰ ਵਾਹੀ ਦੇ ਨਾਲ ਗੁਰਮੁਖੀ ਪੜ੍ਹਨੀ ਵੀ ਸਿਖਾਈ, ਨਾਲੇ ਖੇਤੀਬਾੜੀ ਕਰਨੀ, ਨਾਲੇ ਊੜਾ ਆੜਾ ਈੜੀ ਸੱਸਾ ਹਾਹਾ ਸਿਖਾਉਣਾ। ਇਹ ਪਹਿਲਾਂ ਮੌਜ ਸੀ ਨਾ, ਤੇ ਪਹਿਲਾਂ ਸੰਥਿਆ ਵੀ ਨਾਲ ਹੀ ਕਰਾ ਦਿੰਦੇ ਹੁੰਦੇ ਸੀ, ਸਿਹਾਰੀ ਬਿਹਾਰੀ ਔਂਕੜ ਦਲੈਂਕੜ। ਹੁਣ ਨਿਆਣੇ ਵੱਡੇ ਹੋ ਗਏ, ਅੰਗਰੇਜ਼ੀ ਪੜ੍ਹਦੇ ਨੇ, ਕੋਈ ਪੜ੍ਹਾਈ ਕਰਦਾ ਮਸਾਂ ਕਿਤੇ, ਫਿਰ ਕਈ 25, 30 ਸਾਲ 50 ਸਾਲ ਦੇ ਹੋ ਗਏ, ਉਹਨਾਂ ਨੂੰ ਹਾਲੇ ਤੱਕ ਊੜਾ ਆੜੇ ਦਾ ਪਤਾ ਹੀ ਨਹੀਂ ਵੀ ਸਿਹਾਰੀ ਬਿਹਾਰੀ ਕਿੱਧਰ ਨੂੰ ਲੱਗਦੀ ਹੈ। ਇਸ ਕਰਕੇ ਉਦੋਂ ਗੁਰਮੁਖੀ ਲਿਪੀ ਪਹਿਲਾਂ ਹੀ ਪੜ੍ਹਾ ਦਿੱਤੀ ਜਾਂਦੀ ਸੀ। ਸੋ ਬਾਬਾ ਦੀਪ ਸਿੰਘ ਜੀ ਹੌਲੀ ਗੁਰਬਾਣੀ ਦਾ ਪਾਠ ਕਰਨ ਲੱਗ ਪਏ। ਉਹ ਗੁਰਸਿੱਖਾਂ ਦੀ ਸੰਗਤ ਕਰਦੇ, ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮ 'ਚ ਹੱਥ ਵਟਾਉਂਦੇ। ਸੋ ਬਾਬਾ ਜੀ ਬਚਪਨ ਤੋਂ ਹੀ ਇੱਕ ਸਡੌਲ ਤੇ ਚੰਗੇ ਜੁੱਸੇ ਵਾਲੇ ਸੀ। ਸਰੀਰ ਬੜਾ ਤਕੜਾ ਸੀ, ਯੋਧੇ ਸੀ ਬੜੇ ਤਕੜੇ। ਕੁਦਰਤ ਵੱਲੋਂ ਹੀ ਮਹਾਰਾਜ ਦੀ ਕਿਰਪਾ ਸੀ। ਸੋ ਉਹਨਾਂ ਨੂੰ ਕੁਸ਼ਤੀਆਂ ਤੇ ਘੋੜਸਵਾਰੀ ਦਾ ਬੜਾ ਸ਼ੌਂਕ ਸੀ। ਆਪਣੇ ਪਿਤਾ ਵਾਂਗ ਸ਼ੁਰੂ ਤੋਂ ਹੀ ਧਾਰਮਿਕ ਰੁਚੀ ਵਾਲੇ ਸੀ। ਜਦੋਂ ਬਾਬਾ ਜੀ ਵੱਡੇ ਹੋਏ ਤਾਂ ਉਹ ਸੋਹਣੇ ਭਰਵੇਂ ਨੌਜਵਾਨ ਬਣੇ। ਉਹਨਾਂ ਨੇ ਸ਼ਸਤਰ ਵਿਦਿਆ ਸਿੱਖੀ, ਗੱਤਕਾ ਸਿੱਖਿਆ, ਘੋੜਸਵਾਰੀ ਸਿੱਖੀ। ਤੋ ਇਸ ਕਰਕੇ ਉਹ ਬੜੇ ਨਿਡਰ ਸਨ। ਬਾਣੀ ਦਾ ਪ੍ਰਤਾਪ ਫਿਰ ਇਸ ਪ੍ਰਕਾਰ ਪਿਤਾ ਦੇ ਉੱਤੇ ਵੀ ਸਾਰੀ ਗੱਲ ਹੈ। ਕੰਮਕਾਰ ਕਰਨ ਕਰਕੇ ਖੇਤੀਬਾੜੀ ਦੇ ਕੰਮ ਕਰਨ ਵਾਲਿਆਂ ਦੇ ਹੱਥ ਵੈਸੇ ਹੀ ਨਰੋਏ ਵੀ ਹੋ ਜਾਂਦੇ ਨੇ, ਨਾਲੇ ਉਦੋਂ ਹਲ ਵਾਹੁਣੇ, ਹੋਰ ਕਾਰਜ ਕਰਨੇ। ਸੋ ਆਚਰਨ ਦੇ ਬੜੇ ਉੱਚੇ ਤੇ ਸੁੱਚੇ ਸੀ। ਉਦੋਂ ਸਮਾਂ ਹੀ ਐਸਾ ਸੀ, ਵੈਸੇ ਵੀ ਬਹੁਤ ਹੈ ਹੀ ਨਹੀਂ ਸੀ ਵਿਸ਼ੇ ਵਿਕਾਰ। ਆ ਤਾਂ ਹੁਣ ਬਾਹਲੀ ਅੱਗ ਜੀ ਜਿਹੜੀ ਲੱਗੀ ਆ 40 ਕੁ ਸਾਲਾਂ ਤੋਂ, ਆ ਫਿਲਮਾਂ ਜੀਆਂ ਆ ਗਈਆਂ, ਸੀਰੀਅਲ ਆ ਗਏ, ਇਹਨਾਂ ਲੋਕਾਂ ਨੂੰ ਅੱਗ ਲਾਈ ਬਾਹਲੀ ਵਿਸ਼ਿਆਂ ਵਿਕਾਰਾਂ ਦੀ। ਨਹੀਂ ਪਹਿਲਾਂ ਕਿੱਥੇ ਹੁੰਦੀਆਂ ਸੀ ਅੱਗਾਂ। ਸੋ ਇਸ ਕਰਕੇ ਬਹੁਤ ਸ਼ਾਂਤਮਈ ਤੇ ਸੁੱਚੇ ਆਚਰਨ ਵਾਲੇ ਬਾਬਾ ਜੀ ਹਰ ਰੋਜ਼ ਖੇਤੀ ਦੇ ਕੰਮ ਕਾਜ ਤੋਂ ਇਲਾਵਾ ਸਵੇਰੇ ਸ਼ਾਮ ਸਤਸੰਗ ਕਰਦੇ, ਦੋਨੋਂ ਟਾਈਮ। ਫਿਰ ਗੁਰਬਾਣੀ ਪੜ੍ਹਦੇ, ਕੀਰਤਨ ਸੁਣਦੇ। ਜਦੋਂ ਵੇਲ ਲੱਗਦੀ ਤਾਂ ਸ੍ਰੀ ਸਾਹਿਬ ਚਲਾਉਣੀ, ਨੇਜਾ ਸੁੱਟਣਾ, ਘੋੜਸਵਾਰੀ ਦਾ ਅਭਿਆਸ ਕਰਨਾ। ਇਹ ਜਿਹੜੇ ਚਿਪਸਾਂ ਜੀਆਂ ਖਾ ਕੇ ਤੁਰੇ ਫਿਰਦੇ ਨਾ ਅੱਜ ਕੱਲ, ਗੱਲਾਂ ਕਰਦੇ ਨੇ, ਸੀਸ ਨਹੀਂ ਲੱਥਾ ਨਹੀਂ ਲੱਥਾ। ਤੁਸੀਂ ਤਾਂ ਪਾਈਏ ਦਾ ਵੱਟਾ ਚੱਕ ਕੇ ਨਹੀਂ ਤੁਰ ਸਕਦੇ। ਤੁਹਾਨੂੰ ਕੀ ਪਤਾ ਸਿੱਖੀ ਹੁੰਦੀ ਕੀ। ਜਿਨ੍ਹਾਂ ਨੇ ਖੇਤੀਬਾੜੀ ਕੀਤੀ ਆ, ਮਹਾਂਪੁਰਖਾਂ ਨੇ 22 ਘੰਟੇ ਖੇਤਾਂ 'ਚ ਕੰਮ ਕੀਤਾ, ਮੈਨੂੰ ਪਤਾ ਉਹਨਾਂ ਦਾ ਹੱਥ ਕਿੰਨਾ ਕਰੜਾ ਸੀ। ਜੇ ਇੱਕ ਵਾਰ ਵੱਜ ਜਾਂਦਾ ਸੀ ਨਾ ਕਿਸੇ ਦੇ, ਤੇ ਐਨ ਇੱਕ ਵਾਰ ਲਾਲ ਕਰ ਦਿੰਦੇ ਸੀ ਮੂੰਹ, ਜਾੜਾਂ ਜੂੜਾਂ ਸਭ ਹਿੱਲ ਜਾਂਦੀਆਂ। ਯੋਧਿਆਂ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ, ਤੇ ਐਵੇਂ ਬਹਿ ਕੇ ਆ ਕਮਰਿਆਂ ਦੇ ਵਿੱਚ ਗੱਲਾਂ ਕਰ ਲੈਣੀਆਂ ਇੱਕ ਅਲੱਗ ਗੱਲ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਲਾਪ ਕਿਵੇਂ ਹੋਇਆ। ਸੋ ਬਾਬਾ ਦੀਪ ਸਿੰਘ ਜੀ ਦਾ ਸੁਭਾਅ ਬਹੁਤ ਮਿੱਠਾ ਸੀ, ਮਿਠਾਸ ਭਰਿਆ। ਬਾਬਾ ਜੀ ਦੀ ਪਿਛਲੇ ਵੀ ਕਮਾਈ ਬਹੁਤ ਜ਼ਿਆਦਾ ਹੈ। ਚਲੋ ਅੱਜ ਕੱਲ ਦੇ ਜਿਹੜੇ ਇਹ ਨਹੀਂ ਮੰਨਣੀ ਨਾ ਮੰਨੋ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਨਾ, ਹੇਮਕੁੰਟ ਪਰਬਤ ਹੈ ਜਹਾਂ, ਉਸ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਸੀ ਬਹੁਤ ਤਪੱਸਿਆ ਕੀਤੀ। ਬਾਬਾ ਦੀਪ ਸਿੰਘ ਦੀ ਤਪੱਸਿਆ ਵੀ ਸਤਿਯੁਗ ਤੋਂ ਲੈ ਕੇ ਹੋਈ ਹੈ।
ਇੰਨੇ ਜਾਣ ਲਓ ਕਿ ਐ ਗੱਲਾਂ ਨਹੀਂ ਹੋ ਜਾਂਦੀਆਂ ਹੁੰਦੀਆਂ। ਇਹ ਬੜੀ ਕਮਾਈ ਹੈ ਇਹਨਾਂ ਦੀ ਪਿਛਲੇ ਸਮੇਂ ਤੋਂ ਲੈ ਕੇ। ਧੰਨ ਬਾਬਾ ਦੀਪ ਸਿੰਘ ਜੀ, ਹੋਰ ਨਾ ਕੋਈ ਐ ਕਰ ਗਿਆ। ਮਹਾਂਪੁਰਖ ਹੀ ਐਸਾ ਕਰ ਸਕਦੇ ਨੇ, ਜੀਵਨ ਮੁਕਤ ਮਹਾਂਪੁਰਖ। ਸੋ ਉਹਨਾਂ ਨੇ ਧਾਰਮਿਕ ਰੁਚੀਆਂ ਕਰਕੇ ਪਿੰਡ ਪਹੂ ਪਿੰਡ ਦੇ ਕੋਲ ਲੋਕ ਇਹਨਾਂ ਨੂੰ ਬਹੁਤ ਸਤਿਕਾਰ ਕਰਦੇ। ਆਚਰਨ ਦਾ ਉੱਚਾ, ਸਤਸੰਗੀ ਹੋਣ ਕਰਕੇ ਪਿੰਡ ਵਾਲੇ ਇਹਨਾਂ ਨੂੰ ਭਾਈ ਦੀਪ ਕਹਿਣ ਲੱਗੇ, ਭਾਈ ਦੀਪਾ ਕਹਿਣ ਲੱਗ ਪਏ, ਕਿਉਂਕਿ ਉਦੋਂ ਅੰਮ੍ਰਿਤ ਨਹੀਂ ਨਾ ਛਕਿਆ। ਭਾਈ ਦੀਪਾ ਜੀ ਜਦੋਂ 18 ਸਾਲ ਦੇ ਕਹਿੰਦੇ ਹੋ ਗਏ ਤਾਂ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ। ਪਿਛਲਾ ਕਰਮ ਜਾਗ ਪਿਆ। ਹੁਣ ਉਹ ਇੱਥੇ 3 ਮਹੀਨੇ ਤੇ 11 ਦਿਨ ਰਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਸੁਣਦੇ ਰਹੇ। ਜਦੋਂ ਭਾਈ ਕਹਿੰਦੇ ਬਾਬਾ ਦੀਪ ਸਿੰਘ, ਆਪਾਂ ਤਾਂ ਕਹਿਣਾ ਉਹ ਪਹਿਲਾ ਨਾਮ ਦੱਸਦੇ ਨੇ ਉਦੋਂ, ਕਿਉਂਕਿ ਹਲੇ ਅੰਮ੍ਰਿਤ ਛਕਣਾ ਸੀ। ਜਦੋਂ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ ਤਾਂ ਇਹ ਹੋਲੇ ਦੇ ਦਿਨ ਸਨ। ਉਦੋਂ ਇੱਥੇ ਦੂਰੋਂ ਨੇੜਿਓਂ ਬੇਅੰਤ ਸੰਗਤਾਂ ਆਈਆਂ ਹੋਈਆਂ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖਾਲਸਾ ਸਾਧ ਚੁੱਕੇ ਸੀ। ਹੋਲੇ ਮਹੱਲੇ ਦੇ ਸੋਹਣੇ ਮੌਕੇ ਤੇ ਅੰਮ੍ਰਿਤ ਸੰਚਾਰ ਹੋਣਾ ਸੀ। ਸੰਗਤਾਂ ਦੂਰੋਂ ਦੂਰੋਂ ਆ ਕੇ ਮਹਾਰਾਜ ਦੇ ਕਰ ਕਮਲਾਂ ਤੋਂ ਅੰਮ੍ਰਿਤ ਛਕਣਾ ਅਤੇ ਚੰਗੇ ਭਾਗ ਸਮਝਦੀਆਂ ਸੀ। ਭਾਈ ਭਗਤਾ, ਉਹਨਾਂ ਦੀ ਸਪਤਨੀ ਬੀਬੀ ਜੀਵਨੀ ਅਤੇ ਉਹਨਾਂ ਦਾ ਸਪੁੱਤਰ ਬਾਬਾ ਦੀਪ ਸਿੰਘ ਜੀ ਨਰੋਜ਼ ਸਤਸੰਗ ਦੇਖ ਕੇ ਬਹੁਤ ਖੁਸ਼ ਹੋਏ। ਉਹ ਲੰਗਰ ਦੀ ਸੇਵਾ ਕਰਦੇ ਰਹੇ, ਸ਼ਬਦ ਕੀਰਤਨ ਸੁਣਦੇ ਅਤੇ ਮਹਾਰਾਜ ਦੇ ਸੋਹਣੇ ਬਚਨ ਸੁਣ ਕੇ ਬੜੇ ਖੁਸ਼ ਹੁੰਦੇ। ਹੋਲੇ ਮਹੱਲੇ ਵਾਲੇ ਦਿਨ ਹੋਲੇ ਮਹੱਲੇ ਦਾ ਸਮਾਗਮ ਹੋਇਆ। ਜਦੋਂ ਉਹਨਾਂ ਨੇ ਬਹਾਦਰ ਸਿੱਖਾਂ ਦੀ ਤੀਰ ਅੰਦਾਜ਼ੀ, ਗੱਤਕਾ ਤੇ ਤਲਵਾਰ ਚਲਾਉਣੇ ਤੇ ਕੌਤਕ ਦੇਖੇ, ਘੋੜਿਆਂ ਦੀਆਂ ਦੌੜਾਂ ਤੱਕੀਆਂ, ਤਾਂ ਉਸ ਵਕਤ ਬਾਬਾ ਜੀ ਦੇ ਮਨ ਵਿੱਚ ਨਵਾਂ ਉਤਸ਼ਾਹ ਪੈਦਾ ਹੋ ਗਿਆ। ਕਿਉਂ? ਇਹ ਕੁਦਰਤੀ ਹੁੰਦਾ। ਕਈਆਂ ਦੇ ਮਨ 'ਚ ਹੁੰਦਾ ਮਾਲਾ ਫੜ ਲੈਣੀ ਵੀ ਮੈਂ ਭਗਤੀ ਕਰਨੀ ਹੈ, ਕਈਆਂ ਦੇ ਮਨ 'ਚ ਹੁੰਦਾ ਮੈਂ ਸੇਵਾ ਹੀ ਕਰਨੀ ਹੈ, ਉਹ ਲੰਗਰ 'ਚ ਭਾਂਡੇ ਮਾਂਜਣ ਲੱਗ ਜਾ ਕੇ। ਕਈਆਂ ਦੇ ਮਨ 'ਚ ਹੁੰਦਾ ਮੈਂ ਤਾਂ ਗੱਤਕਾ ਸਿੱਖਣਾ, ਵੀ ਮੈਂ ਤਾਂ ਯੋਧਾ ਬਣਨਾ। ਆਪੋ ਆਪਣੀ ਬਿਰਤੀ ਦੇ ਮੁਤਾਬਕ ਹੈ। ਬਾਬਾ ਜੀ ਨੇ ਜਦੋਂ ਘੋੜ ਸਵਾਰੀ ਦੇਖੀ, ਕਿਉਂਕਿ ਸ਼ਸਤਰ ਚਲਾਉਣਾ ਤਾਂ ਪਹਿਲਾਂ ਤੋਂ ਜਾਣਦੇ ਸੀ, ਬੜਾ ਚਾਅ ਉੱਠਿਆ ਵੀ ਮੇਰੀ ਇੱਛਾ ਪੂਰੀ ਹੋ ਗਈ। ਉਹਨਾਂ ਦਾ ਚਿੱਤ ਕੀਤਾ ਕਿ ਉਹ ਵੀ ਸਤਿਗੁਰੂ ਮਹਾਰਾਜ ਦੇ ਬਹਾਦਰ ਸਿੱਖਾਂ ਵਾਂਗੂ ਸ਼ਸਤਰ ਚਲਾਉਣ, ਘੋੜ ਸਵਾਰੀ ਵਿੱਚ ਨਿਪੁੰਨ ਹੋਣ। ਭਾਈ ਭਗਤਾ, ਉਹਨਾਂ ਦੇ ਪਿਤਾ ਜੀ ਅਨੰਦਪੁਰ ਸਾਹਿਬ ਜਦੋਂ ਕੁਝ ਸਮਾਂ ਰਹੇ ਤਾਂ ਇੱਕ ਦਿਨ ਉਹਨਾਂ ਨੇ ਆਪਣੀ ਉਸ ਵਕਤ ਪਤਨੀ ਸਮੇਤ ਦੀਵਾਨ ਵਿੱਚ ਖੜੇ ਹੋ ਕੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਗਰੀਬ ਨਵਾਜ। ਭਾਈ ਭਗਤਾ, ਮਾਤਾ ਜੀਵਨੀ, ਭਾਈ ਭਗਤ ਸਿੰਘ ਜੀ ਬਣ ਗਏ। ਸੋ ਬੀਬੀ ਜੀਵਨ ਕੌਰ ਜੀ ਬਣ ਗਏ। ਮਹਾਰਾਜ ਨੇ ਉਹਨਾਂ ਦੇ ਸੀਸ ਤੇ ਹੱਥ ਰੱਖਿਆ, ਸਭ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਭਗਤਾ ਜੀ ਦਾ ਨਾਮ ਭਗਤ ਸਿੰਘ ਤੇ ਬਾਬਾ ਜੀ ਦਾ ਨਾਮ ਰੱਖਿਆ। ਅੱਜ ਤੋਂ ਇਹ ਦੀਪ ਸਿੰਘ ਹੈ। ਭਾਈ ਦੀਪ ਸਿੰਘ ਜੀ ਹਨ। ਇਹ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਸਾਹਿਬ ਜਾਣਦੇ ਨੇ। ਹੋਲੇ ਮਹੱਲੇ ਤੋਂ ਕੁਝ ਦਿਨ ਮਗਰੋਂ ਭਾਈ ਭਗਤ ਸਿੰਘ ਵਾਪਸ ਘਰ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਮਹਾਰਾਜ ਦੇ ਹਜ਼ੂਰ ਹਾਜ਼ਰ ਹੋ ਕੇ ਘਰ ਜਾਣ ਦੀ ਆਗਿਆ ਮੰਗੀ। ਬਾਬਾ ਦੀਪ ਸਿੰਘ ਆਪਣੇ ਮਾਤਾ ਪਿਤਾ ਨਾਲ ਹੱਥ ਜੋੜੀ ਖੜੇ ਸੀ। ਦਸ਼ਮੇਸ਼ ਪਿਤਾ ਦੀ ਬਾਬਾ ਜੀ ਵੱਲ ਤੱਕਿਆ। ਮਹਾਰਾਜ ਨੇ ਪੁੱਛਿਆ, ਭਾਈ ਦੀਪ ਸਿੰਘ, ਤੂੰ ਜਾਣਾ ਕਿ ਇੱਥੇ ਰਹਿਣਾ? ਗੁਰਾਂ ਨੇ ਉਹਦੇ ਅੰਨਾਂ ਦੇ ਅੰਦਰਲੀ ਗੱਲ ਪਕੜ ਲਈ ਵੀ ਜਾਣਾ ਨਹੀਂ ਚਾਹੁੰਦੇ ਹਨ। ਇਹ ਮੇਰਾ ਹੀ ਆ, ਮੇਰਾ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬਾਰੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਕਿਹਾ, ਕਿੰਨੇ ਪੁੱਤਰ ਨੇ? ਕਹਿੰਦੇ 7। ਕਹਿੰਦੇ ਆਹ ਸਾਨੂੰ ਦੇ ਦਿਓ। ਕਹਿੰਦੇ ਇੱਕ ਪੁੱਤਰ ਸਾਨੂੰ ਦੇ ਦਿਓ। ਕਹਿੰਦੇ ਜਿਹੜਾ ਮਰਜ਼ੀ ਲੈ ਲਓ। ਕਹਿੰਦੇ ਆਹ ਦੇ ਦਿਓ। ਮਹਾਂਪੁਰਸ਼ ਮੰਗ ਕੇ ਲੈ ਲਿਆ ਕਰਦੇ ਹੁੰਦੇ ਨੇ। ਇਹ ਬੜਿਆਂ ਮਹਾਂਪੁਰਖਾਂ ਨਾਲ ਹੋਇਆ, ਇੱਕ ਨਾਲ ਨਹੀਂ। ਕੋਈ ਮਹਾਂਪੁਰਖ ਜਾਊਗਾ, ਕਹੂਗਾ ਆਹ ਸਾਨੂੰ ਦੇ ਦਿਓ। ਬਾਬਾ ਦੀਪ ਸਿੰਘ ਦਾ ਜੀ ਨਹੀਂ ਸੀ ਕਰਦਾ ਸ੍ਰੀ ਅਨੰਦਪੁਰ ਸਾਹਿਬ ਜਾਣ ਤੋਂ। ਅੰਦਰ ਅੰਦਰ ਅਰਦਾਸਾਂ ਕਰਦੇ, ਮਹਾਰਾਜ ਕਿਤੇ ਮੈਂ ਇੱਥੇ ਹੀ ਰਹਿ ਜਾ, ਮੇਰੇ ਮਾਂ-ਬਾਪ ਨਾਲ ਜਾਣ। ਮਹਾਰਾਜ ਨੇ ਪੁੱਛਿਆ ਕਿ ਭਾਈ ਤੂੰ ਇੱਥੇ ਰਹਿਣਾ ਕਿ ਜਾਣਾ ਹੈ? ਬਾਬਾ ਜੀ ਨੇ ਉਸ ਨਿਮਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡਾ ਸੇਵਕ ਹਾਂ, ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ। ਦੇਖੋ ਲਾਇਕ ਜਾਣਨਾ, ਦੇਖੋ ਇਹਨਾਂ ਗੱਲਾਂ ਤੋਂ ਪਹਿਚਾਣ ਹੁੰਦੀ ਹੈ ਉਹਨਾਂ ਦੀ ਸਿਆਣਪ, ਬਾਬਾ ਜੀ ਦੀ ਸੂਝ-ਬੂਝ। ਇਹ ਨਹੀਂ ਕਿਹਾ ਠਾ ਦੇਣੇ ਵੀ ਮੈਂ ਇੱਥੇ ਰਹੂੰਗਾ ਜੀ, ਮੈਂ ਨਹੀਂ ਘਰ ਜਾਣਾ ਜੀ। ਬੋਲਣ ਦਾ ਵੀ ਤਮੀਜ਼ ਹੋਣੀ ਚਾਹੀਦੀ, ਤਰੀਕਾ ਹੁੰਦਾ। ਸੱਚੇ ਪਾਤਸ਼ਾਹ ਤੁਹਾਡਾ ਸੇਵਕ ਹਾਂ, ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ। ਭਾਈ ਭਗਤ ਸਿੰਘ ਆਪਣੇ ਪੁੱਤਰ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ।
ਉਹਨਾਂ ਨੇ ਗੁਰਾਂ ਅੱਗੇ ਬੇਨਤੀ ਕੀਤੀ, हे ਮਾਲਕ ਜੀ, ਸੱਚੇ ਪਾਤਸ਼ਾਹ ਜੀ, ਸਾਡਾ ਬੇਟਾ ਆਪ ਦਾ ਚਰਨ ਸੇਵਕ ਹੈ, ਜੇ ਇਹਨੂੰ ਆਪ ਜੀ ਦੀ ਸ਼ਰਨ ਵਿੱਚ ਰਹਿਣ ਦਾ ਮਾਣ ਮਿਲੇ ਤਾਂ ਸਾਡੇ ਧੰਨ ਭਾਗ ਸਾਡੇ ਸੱਚੇ ਪਾਤਸ਼ਾਹ ਜੀ ਤੁਹਾਡੀ ਸੇਵਾ ਕਰੇ। ਇਸ ਕਰਕੇ ਉਹ ਬਹੁਤ ਖੁਸ਼ ਹੋਏ, ਬੜੇ ਖੁਸ਼ ਹੋਏ। ਸਾਥੋਂ ਵੱਧ ਖੁਸ਼ ਨਸੀਬ ਕੌਣ ਹੋਵੇਗਾ ਮਹਾਰਾਜ? ਸਤਿਗੁਰਾਂ ਨੇ ਕਿਹਾ, ਸਾਨੂੰ ਖੁਸ਼ੀ ਹੈ ਕਿ ਭਾਈ ਦੀਪ ਸਿੰਘ ਸਾਡੇ ਪਾਸ ਰਹੇਗਾ। ਭਾਈ ਦੀਪ ਸਿੰਘ ਦੇ ਮਾਤਾ ਪਿਤਾ ਵਾਪਸ ਆਪਣੇ ਪਿੰਡ ਚਲੇ ਗਏ, ਤਾਂ ਬਾਬਾ ਜੀ ਗੁਰੂ ਸਾਹਿਬ ਦੇ ਕੋਲ ਰਹਿ ਪਏ। ਉਹਨਾਂ ਦਾ ਚਿੱਤ ਕੀਤਾ ਉਹ ਵੀ ਗੁਰੂ ਸਾਹਿਬ ਦੇ ਬਹਾਦਰ ਸਿੱਖਾਂ ਵਾਂਗ ਬਹਾਦਰ ਤੇ ਨਿਡਰ ਬਣਨ। ਇਹ ਪਹਿਲਾਂ ਤੋਂ ਹੀ ਮਨ ਦੇ ਅੰਦਰ ਇਸ ਪ੍ਰਕਾਰ ਵੀਰ ਰਸ ਆਇਆ ਹੀ ਹੁੰਦਾ। ਗੁਰਾਂ ਦੀ ਕਿਰਪਾ, ਜਿਹੀ ਜੀ ਸੇਵਾ ਲੈਣੀ ਹੁੰਦੀ ਆ, ਉਹ ਜਿਹਾ ਮਨ ਬਣਾ ਦਿੰਦੇ ਮਹਾਰਾਜ। ਸੋ ਉਸ ਵਕਤ ਸ੍ਰੀ ਅਨੰਦਪੁਰ ਸਾਹਿਬ ਰਹਿੰਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਰੋਜ਼ ਦਰਸ਼ਨ ਕਰਕੇ, ਸੇਵਾ ਕਰਕੇ, ਉਧਰ ਭਾਂਡੇ ਮਾਂਜਣੇ, ਕਦੇ ਝਾੜੂ ਦੇਣਾ, ਨਾਲ ਨਾਲ ਸਾਰੀ ਸੇਵਾਵਾਂ ਚਾਅ ਨਾਲ ਭੱਜੇ ਫਿਰਨਾ, ਬਹੁਤ ਖੁਸ਼ੀਆਂ ਮਿਲਣੀਆਂ ਮਹਾਰਾਜ ਦੀਆਂ। ਦਿਨ ਰਾਤ ਵਾਹਿਗੁਰੂ ਦੀ ਯਾਦ ਵਿੱਚ ਆਨੰਦ 'ਚ ਰਹਿਣਾ, ਆਉਣ ਜਾਣ ਵਾਲੀਆਂ ਸੰਗਤਾਂ ਦੀ ਸੇਵਾ 'ਚ ਰੁੱਝੇ ਰਹਿਣਾ, ਕਦੇ ਲੰਗਰ ਦੀ ਸੇਵਾ, ਕਦੇ ਝਾੜੂ ਦੀ ਸੇਵਾ, ਕਿਸੇ ਹੋਰ ਸੇਵਾ ਵਿੱਚ ਲੱਗ ਜਾਂਦੇ, ਵਿਹਲੇ ਨਾ ਬਹਿਣਾ। ਕਦੇ ਗੁਰਬਾਣੀ ਦਾ ਪਾਠ ਕਰਨਾ, ਕਦੇ ਦੂਜਿਆਂ ਨੂੰ ਪਾਠ ਸੁਣਾਉਣਾ, ਕਈਆਂ ਨੂੰ ਕਹਿਣਾ ਮੇਰਾ ਪਾਠ ਸੁਣ ਲਓ ਭਾਈ, ਮੈਨੂੰ ਜਪਜੀ ਸਾਹਿਬ ਸਿਖਾ ਦਿਓ ਭਾਈ, ਮੈਂ ਠੀਕ ਪੜ੍ਹਦਾ ਜੀ, ਮੈਂ ਗੁਰਮੁਖੋ ਆ ਸੁਣਿਓ ਤਾਂ ਮੇਰੇ ਕੋਲੋਂ ਵੀ ਜਾਪ ਸਾਹਿਬ ਦਾ ਪਾਠ। ਏਦਾਂ ਇੱਕ ਦੂਜੇ ਗੁਰਮੁਖਾਂ ਨੂੰ ਸੁਣਾ ਕੇ ਨਾ ਪਾਠ ਆਪਣਾ ਸ਼ੁੱਧ ਵੀ ਕਰਵਾ ਲਈਦਾ। ਕਦੇ ਛੋਟੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਲੱਗ ਜਾਣਾ। ਬਾਬਾ ਜੀ ਨੇ ਆਪ ਵੱਡੀ ਉਮਰ ਦੇ ਸੀ ਨਾ, ਛੋਟੇ ਛੋਟੇ ਬੱਚਿਆਂ ਨੂੰ ਬਿਠਾ ਲੈਣਾ, ਤੁਸੀਂ ਊੜਾ ਐੜਾ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਦੇਖੋ, ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ ਦੇਖੋ। ਸੰਥਿਆ ਤਾਂ ਸ਼ੁਰੂ ਕਰਾ ਦਿੱਤੀ ਬਾਬਾ ਜੀ ਨੇ, ਤੇ ਅਰਥ ਸਮਝਾਉਂਦੇ ਸੀ। ਜਦੋਂ ਅਸੀਂ ਜਥੇ 'ਚ ਹੁੰਦੇ, ਨਿੱਕੇ ਨਿੱਕੇ ਭਜੰਗੀਆਂ ਨੇ ਕਹਿਣਾ ਹਾਸੇ ਖੇਡੇ 'ਚ, ਕਿਉਂਕਿ ਸਾਰੇ ਬੜੇ ਪਿਆਰ ਨਾਲ ਹੱਸਦੇ ਹੀ ਰਹਿਣਾ। ਭਜੰਗੀਆਂ ਨੇ ਕਈ ਵਾਰ ਕਹਿਣਾ ਕਥਾ ਕਿੱਦਾਂ ਕਰੀਦੀ ਹੈ, ਸਾਨੂੰ ਤਾਂ ਪਤਾ ਨਹੀਂ ਲੱਗਦਾ। ਮੈਂ ਕਹਿਣਾ ਇੱਥੇ ਚੱਲ ਬੈਠ, 8-10 ਭਜੰਗੀ ਬਿਠਾ ਲੈਣੇ, ਚੱਲ ਪੜ੍ਹ ਪੰਗਤੀ ਪੜ੍ਹਨੀ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਮੈਂ ਭਜੰਗੀਆਂ ਨੂੰ ਸਮਝਾਉਣਾ, ਜਦੋਂ ਪੂਰਿਆਂ ਗੁਰਾਂ ਨੇ ਕਿਰਪਾ ਕੀਤੀ, ਮਹਾਰਾਜ ਦੀ ਕਿਰਪਾ ਨਾਲ ਸਾਡੀ ਜਿਹੜੀ ਲੋਚਾ ਸੀ, ਇੱਛਾ ਪੂਰੀ ਹੋ ਗਈ। ਕਥਾ ਕਰਨੀ ਤਾਂ ਬਹੁਤ ਖੁਸ਼ ਹੋਣਾ ਨਿਆਣਿਆਂ ਨੇ, ਉਹਨੇ ਅਸੀਂ ਵੀ ਸਿੱਖਾਂਗੇ। ਹਾਂ, ਤੁਸੀਂ ਵੀ ਸਿੱਖੋਗੇ। ਤੇ ਇਸ ਕਰਕੇ ਇਹ ਸੁਭਾਅ ਹੀ ਹੁੰਦਾ ਵੀ ਜਿੰਨਾ ਪੜ੍ਹਾ ਸਕੀਏ, ਜਿੰਨੀ ਸੰਥਿਆ ਕਰਾ ਸਕੀਏ, ਜਿੰਨਾ ਊੜਾ ਸਿਖਾ ਸਕੋ, 10ਵੇਂ ਪਾਤਸ਼ਾਹ ਨੇ ਕਿਹਾ ਉਨਾ ਹੀ ਪੁੰਨ ਲੱਗੂਗਾ ਤੁਹਾਨੂੰ। ਮਹਾਂਪੁਰਖਾਂ ਨੇ ਕਿਹਾ ਸੀ ਜਿਹੜੀ ਕਥਾ ਕਰਨੀ ਹੈ ਨਾ, ਕਥਾ ਤੇ 10ਵੇਂ ਪਾਤਸ਼ਾਹ ਪ੍ਰਚਾਰ ਕਰਨ ਤੇ ਬਹੁਤ ਖੁਸ਼ ਹੁੰਦੇ ਨੇ ਕਲਗੀਆਂ ਵਾਲੇ। ਕਦੇ ਸਰੀਰਕ ਕਸਰਤ ਕਰਦੇ ਬਾਬਾ ਜੀ, ਕਦੇ ਹੋਰ ਸਾਥੀਆਂ ਨਾਲ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਦੀ ਸਿਖਲਾਈ 'ਚ ਜੁਟੇ ਰਹਿੰਦੇ। ਕੁਛ ਹੁਣ ਗੁਰੂ ਸਾਹਿਬ ਦੀ ਨਿਗਾਹ 'ਚ ਰਹਿਣਾ, ਕਿਰਪਾ ਦ੍ਰਿਸ਼ਟੀ ਹੁੰਦੀ ਰਹਿਣੀ ਉੱਪਰ। ਸੋ ਬਾਬਾ ਦੀਪ ਸਿੰਘ ਜੀ ਸਡੌਲ ਉਹ ਸਰੀਰ ਦੇ, ਨੌਜਵਾਨ ਤਾਂ ਬੜੇ ਪਹਿਲਾਂ ਸੀ, ਹੁਣ ਗੱਠਵਾਂ ਸਰੀਰ ਬਣਾ ਕੇ ਹੋਰ ਵੀ ਸੋਹਣਾ ਹੋ ਗਏ, ਕਿਉਂਕਿ ਬਹੁਤ ਮਿਹਨਤ ਕਰਨੀ। ਹੌਲੀ ਹੌਲੀ ਬਾਬਾ ਦੀਪ ਸਿੰਘ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਨੇੜਤਾ ਪ੍ਰਾਪਤ ਹੋਣ ਲੱਗ ਗਈ। ਮਹਾਰਾਜ ਵੀ ਜਾਣਦੇ ਨੇ ਇਹ ਕੌਣ ਹੈ, ਮੇਰਾ ਪਿਆਰਾ ਹੈ। ਹੌਲੀ ਹੌਲੀ ਪਿਆਰ ਹੋ ਜਾਂਦਾ, ਕੁਦਰਤੀ ਹੁੰਦਾ। ਆ ਜਾ ਭਾਈ ਦੀਪ ਸਿੰਘ, ਤੂੰ ਸਾਡੇ ਕੋਲ ਵੀ ਬੈਠਿਆ ਕਰ ਭਾਈ, ਤੂੰ ਸੇਵਾ ਹੀ ਕਰਦਾ ਰਹਿਣਾ, ਇੱਧਰ ਆ ਸਾਡੇ ਕੋਲ ਬੈਠ ਜਾ। ਨਾਲੇ ਹੌਲੀ ਹੌਲੀ ਨਿਗਾਹ ਕਰ ਦੇਣੀ, ਨਾਲੇ ਸੀਸ ਤੇ ਹੱਥ ਫੇਰ ਦੇਣਾ, ਕਦੇ ਕਦੇ ਥਾਪੜਾ ਦੇ ਦੇਣਾ। ਹੌਲੀ ਹੌਲੀ ਅਥਾਹ ਸ਼ਕਤੀ ਭਰਦੇ ਗਏ ਉਹਨਾਂ 'ਚ। ਚੰਗੇ ਗੁਣਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵੀ ਬੜੇ ਖੁਸ਼ ਸੀ ਵੀ ਐ ਸਿੰਘ ਆ ਬਈ, ਸੇਵਾ ਕਰਦਾ, ਦੌੜਿਆ ਫਿਰਦਾ, ਇਹ ਬੈਠਦਾ ਹੀ ਨਹੀਂ, ਤਾਂ ਸਾਰਾ ਦਿਨ ਬੜੀ ਸੇਵਾ ਕਰਦਾ। ਸੋ ਇਸ ਕਰਕੇ ਇੱਕ ਮਨ ਦੇ ਅੰਦਰ ਹੀ ਚਾਓ ਉਤਸ਼ਾਹ ਉਮਾਹ ਹੁੰਦਾ, ਚਾਹ ਹੁੰਦਾ ਸਵੇਰੇ ਉੱਠਣ ਦਾ, ਸੇਵਾ ਕਰਨ ਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਭਾਈ ਦੀਪ ਸਿੰਘ ਸਿਮਰਨ 'ਚ ਹੀ ਮਗਨ ਰਹਿੰਦੇ ਨੇ 24 ਘੰਟੇ, ਵੀ ਸਿਦਕ ਤੇ ਭਰੋਸੇ ਵਾਲਾ ਸਿੱਖ ਹੈ, ਨਿਸ਼ਕਾਮ ਸੇਵਕ ਹੈ। ਗੁਰਾਂ ਨੇ ਦੇਖ ਲਿਆ ਉਹਦੇ ਦਿਲ ਦੇ ਵਿੱਚ ਕੋਈ ਇੱਛਾ ਨਹੀਂ ਹੈ। ਗੁਰਬਾਣੀ ਤੇ ਗੁਰਮਤਿ ਦੀ ਚੰਗੀ ਸੂਝ ਰੱਖਦੇ ਆ, ਨਾਲ ਸੰਥਿਆ ਕਰਾਉਂਦੇ ਨੇ, ਆ ਹੁਣੇ ਹੀ ਊੜਾ ਪੜ੍ਹਾਉਂਦੇ, ਨਾਲੇ ਅਰਥਾਂ ਦੀ ਬੜੀ ਸੋਝ ਹੈ ਇਹਨਾਂ ਨੂੰ, ਤਾਂ ਬੜਾ ਕਿਰਪਾ ਹੈ। ਹਰ ਕਿਸੇ ਨੂੰ ਬੜੇ ਪ੍ਰੇਮ ਨਾਲ ਤੇ ਨਿਮਰਤਾ ਨਾਲ ਮਿਲਦੇ ਨੇ। ਇਹ ਗੁਣ ਦੇਖ ਦੇਖ ਕੇ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਸਨਮੁਖੀ ਸਿੱਖਾਂ ਵਿੱਚ ਸ਼ਾਮਲ ਕਰ ਲਿਆ। ਸਨਮੁਖ ਰਹਿਣਾ, ਬਸ ਮੇਰੇ ਕੋਲ ਰਹਿਣਾ। ਸਨਮੁਖੀ ਹੁਣ ਕੌਣ ਹੁੰਦੇ ਨੇ?
ਸਨਮੁਖੀ ਸਿੱਖ ਉਹ ਹੁੰਦੇ ਜੋ ਗੁਰੂ ਸਾਹਿਬ ਦੇ ਨੇੜੇ ਜਾਂ ਹਜ਼ੂਰੀ 'ਚ ਹੀ ਰਹਿੰਦੇ ਹੁੰਦੇ ਆ। ਸੋ ਇਸ ਕਰਕੇ ਉਹ ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਹੀ ਰਹਿਣ ਲੱਗ ਪਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਖਾਸ ਕੰਮ ਪੈਂਦਾ ਨਾ ਤਾਂ ਹਜ਼ੂਰੀ ਸਿੱਖਾਂ ਵਾਂਗ ਬਾਬਾ ਜੀ ਨੂੰ ਖਾਸ ਸੇਵਾ ਦਿੱਤੀ ਜਾਂਦੀ ਸੀ। ਇਹ ਖਾਸ ਫਿਰ ਨੇੜਤਾ ਹੌਲੀ ਹੌਲੀ ਮਿਲਦੀ ਆ। ਇਹ ਨਹੀਂ ਹੁੰਦਾ ਕਿ ਪਹਿਲੇ ਦਿਨ ਹੀ ਨੇੜੇ ਲਾ ਲੈਂਦੇ ਨੇ। ਪਹਿਲਾਂ ਦੇਖ ਕੇ ਚੰਗੇ ਚੰਗੇ ਗੁਣ, ਫਿਰ ਹੌਲੀ ਹੌਲੀ ਨੇੜੇ ਲਾ ਲੈਣਾ। ਪਹਿਲਾਂ ਅਸੀਂ ਬੜੇ ਖੁਸ਼ ਹੋਣਾ, ਆ ਮਹਾਂਪੁਰਖਾਂ ਦਾ ਜਾ, ਗੁਰਮੁਖ ਸਿੰਘ ਗੜਵਈ ਨੇ ਕਹਿਣਾ ਅਜਾ ਮਹਾਂਪੁਰਖਾਂ ਦਾ ਪਰਨਾ ਧੋ ਲਿਆ, ਆ ਤੂੰ ਆ ਬਾਟਾ ਮਾਂਜ ਲਿਆ। ਅਸੀਂ ਇੰਨੇ 'ਚ ਬੜੇ ਖੁਸ਼ ਰਹਿਣਾ, ਮੈਂ ਅੱਜ ਮਹਾਂਪੁਰਖਾਂ ਦਾ ਪਰਨਾ ਧੋ ਕੇ ਲਿਆ, ਅੱਜ ਮੈਂ ਬਾਟਾ। ਫਿਰ ਹੌਲੀ ਹੌਲੀ ਜਾ ਉੱਥੋਂ ਪ੍ਰਸ਼ਾਦਾ ਲੈ ਕੇ ਆ। ਇੰਨੇ 'ਚ ਬੜੇ ਖੁਸ਼ ਹੁੰਦੇ ਸੀ ਵੀ ਅੱਜ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਸਮਾਂ ਲੱਗਿਆ ਸਾਨੂੰ। ਜੇ ਕਿਸੇ ਨੂੰ ਪਾਠ ਕਰਨ ਨਾਲ ਬਿਠਾ ਲੈਣ ਤਾਂ ਬਹੁਤ ਚਾਅ ਚੜ੍ਹਦਾ, ਨਹੀਂ ਮੈਨੂੰ ਆਹ ਸੇਵਾ ਮਿਲੀ ਹੈ, ਉਹ ਤੂੰ ਰਾਤ ਨੂੰ ਪਹਿਰੇ ਤੇ ਖੜਿਆ ਕਰ, ਮੇਰੇ ਕੋ ਤੂੰ ਪੱਖਾ ਕਰਿਆ ਕਰ ਓਏ, ਸਤ ਬਚਨ ਜੀ। ਵੀ ਇਹਨੇ ਦਾ ਸਿੰਘ ਬੜੇ ਖੁਸ਼ ਰਹਿੰਦੇ ਵੀ ਮੈਨੂੰ ਮਹਾਂਪੁਰਖਾਂ ਦੀ ਸੇਵਾ ਮਿਲੀ ਹੈ। ਇਸ ਤਰ੍ਹਾਂ ਵੀ ਮੈਂ ਉਹੀ ਅੰਦਾਜ਼ਾ ਲਾਉਣਾ ਨਾ ਵੀ ਮਹਾਰਾਜ ਵੇਲੇ ਵੀ ਕਿੰਨਾ, ਅਸੀਂ ਵੀ ਕਦੇ ਕਦੇ ਸੋਚਦੇ ਮਹਾਰਾਜ ਵੇਲੇ ਵੀ ਹੁੰਦੇ, ਉਦੋਂ ਉਹਨਾਂ ਦੀ ਸੇਵਾ ਕਰਦੇ ਸੱਚੇ ਪਾਤਸ਼ਾਹ ਦੀ। ਤੋਂ ਹਜ਼ੂਰੀ 'ਚ ਰਹਿਣ ਲੱਗ ਪਏ। ਖਾਸ ਕੰਮ ਹੁੰਦਾ ਤਾਂ ਬਾਬਾ ਜੀ ਨੂੰ ਭੇਜਣਾ, ਖਾਸ ਸੇਵਾ ਦੇਣ ਲੱਗ ਪਏ। ਜਦ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਉਦੋਂ ਬਾਬਾ ਜੀ ਵੀ ਨਾਲ ਜਾਂਦੇ ਹੁੰਦੇ ਸੀ। ਮਹਾਰਾਜ ਵੱਲੋਂ ਬਾਬਾ ਦੀਪ ਸਿੰਘ ਨੂੰ ਹਰ ਤਰ੍ਹਾਂ ਦੀ ਵਡਿਆਈ ਮਿਲਦੀ ਰਹੀ। ਬਾਬਾ ਜੀ ਨੇ ਗੁਰੂ ਸੇਵਾ ਦੇ ਨਾਲ ਨਾਲ ਸੰਗਤਾਂ ਦੀ ਸੇਵਾ ਵੀ ਕਰਨੀ। ਸੋ ਉਹਨਾਂ ਦਾ ਸਿਦਕ ਤੇ ਪ੍ਰੇਮ ਦੇਖ ਕੇ ਸੰਗਤਾਂ ਵਿੱਚ ਵੀ ਸਤਿਕਾਰ ਵੱਧ ਗਿਆ ਤੇ ਉਹਨਾਂ ਦੇ ਸਾਥੀ ਉਹਨਾਂ ਦੀ ਬਹੁਤ ਇੱਜ਼ਤ ਕਰਨ ਲੱਗ ਪਏ। ਸਾਰੀ ਸੰਗਤ ਭਾਈ ਦੀਪ ਸਿੰਘ ਕਰਨ ਲੱਗ ਪਈ। ਸਾਰੇ ਪਾਸੇ ਸਤਿਕਾਰ ਨਾਲ ਹੁਣ ਹੌਲੀ ਹੌਲੀ ਭਾਈ ਦੀਪ ਸਿੰਘ ਜਾਂ ਭਾਈ ਜੀ ਕਹਿ ਕੇ ਬੁਲਾਉਂਦੇ, ਭਾਈ ਸਾਹਿਬ, ਸਾਰੇ ਬੜਾ ਸਤਿਕਾਰ ਦੇਣ ਲੱਗ ਪਏ। ਉਹਨਾਂ ਦਾ ਮਾਣ ਤੇ ਇੱਜ਼ਤ ਦਿਨੋਂ ਦਿਨ ਵਧਣ ਲੱਗਿਆ। ਉਹ ਜੋ ਵੀ ਬਚਨ ਕਹਿੰਦੇ ਗੁਰੂ ਸਾਹਿਬ ਦੇ ਸਿੱਖ ਖੁਸ਼ੀ ਨਾਲ ਮੰਨ ਲੈਂਦੇ। ਸਾਰੇ ਸਿੰਘ ਉਹਨਾਂ ਨੂੰ ਹੌਲੀ ਹੌਲੀ ਮੰਨਣ ਲੱਗ ਪਏ ਵੀ ਇਹ ਸਿੰਘ ਚੜ੍ਹਦੀ ਕਲਾ ਵਾਲੇ ਆ। ਇਉਂ ਬਾਬਾ ਜੀ ਆਨੰਦਪੁਰ ਸਾਹਿਬ ਦੀ ਸੰਗਤ ਦਾ ਇੱਕ ਸ਼੍ਰੋਮਣੀ ਸਿੱਖ ਬਣ ਗਏ। ਲੋਕਾਂ ਵੱਲੋਂ ਇੰਨੇ ਮਾਣ ਦੇ ਬਾਵਜੂਦ ਬਾਬਾ ਜੀ ਬਹੁਤ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਂਦੇ ਸੀ। ਇਹ ਨਹੀਂ ਕਿ ਹੁਣ ਮੈਨੂੰ ਸੰਗਤ ਵੱਡਾ ਕਹਿਣ ਲੱਗ ਪਈ, ਮੈਂ ਵੱਡਾ ਬਣ ਗਿਆ। ਹਰ ਇੱਕ ਨੂੰ ਆਪਣੀ ਮਿੱਠੀ ਜ਼ਬਾਨ ਨਾਲ ਮੋਹ ਲੈਣਾ। ਬਾਬਾ ਜੀ ਉਸ ਵਕਤ ਬਾਬਾ ਦੀਪ ਸਿੰਘ ਨੂੰ ਆਨੰਦਪੁਰ ਸਾਹਿਬ 'ਚ ਰਹਿੰਦਿਆਂ ਕੁਝ ਸਮਾਂ ਬਤੀਤ ਹੋਇਆ। ਪਿੰਡ ਪਹੂਬਿੰਡ ਤੋਂ ਉਹਨਾਂ ਦੇ ਮਾਤਾ ਪਿਤਾ ਕੁਝ ਸੰਬੰਧੀ ਮਹਾਰਾਜ ਦਰਸ਼ਨਾਂ ਲਈ ਆਏ। ਉਸ ਵਕਤ ਉਹ ਬਾਬਾ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਹਨਾਂ ਦਾ ਉੱਚਾ ਲੰਬਾ ਕੱਦ ਕਾਠ, ਸੋਹਣੀ ਡੀਲ ਡੌਲ ਦੇਖ ਕੇ ਜਦੋਂ ਪਾਇਆ, ਨੀਲਾ ਬਾਣਾ, ਸ਼ਸਤਰ ਸਜਾਏ ਹੋਏ, ਸੋਹਣੇ ਦਸਤਾਰੇ ਸਜਾਏ ਹੋਏ, ਚੰਦ ਤੋੜਾ ਲਾਇਆ, ਕਿਤਨੇ ਸੋਹਣੇ ਲੱਗਦੇ ਹੋਣਗੇ। ਲਾਲ ਚਿਹਰਾ ਤੇ ਛੋਟਾ ਛੋਟਾ ਕਾਲਾ ਦਾੜਾ ਬਾਬਾ ਜੀ ਦਾ, ਤੇ ਦੇਖ ਕੇ ਬੜੇ ਮਾਪੇ ਖੁਸ਼ ਹੋਏ। ਸਾਡਾ ਪੁੱਤ, ਮਾਂ-ਬਾਪ ਵੀ ਰੱਬ ਨੇ ਉਹੋ ਜਿਹੇ ਦਿੱਤੇ। ਬਾਬਾ ਦੀਪ ਸਿੰਘ ਜੀ ਨੇ ਦੋਹਰੀ ਦਸਤਾਰ ਸਜਾਈ ਹੋਣੀ ਦਮਾਲਾ ਪਿੰਡ ਤੇ। ਉਸ ਵਕਤ ਪਿਛਲੇ ਪਾਸੇ ਪਿੱਠ ਤੇ ਢਾਲ ਤੇ ਕਮਰ ਤੇ ਸੋਹਣਾ ਗਾਤਰਾ ਸਜਾਇਆ। ਸ੍ਰੀ ਸਾਹਿਬ ਵੱਡੀ ਕਟਾਰ ਨਾਲ, ਸ਼ਸਤਰਾਂ ਦੇ ਬਹੁਤੇ ਸ਼ਕੀਨ ਸੀ ਨਾ। 1.25 ਮਣ ਕੱਚੇ ਦਾ ਤਾਂ ਬਾਬਾ ਜੀ ਦਾ ਇਸ ਦਾ ਪ੍ਰਕਾਰ ਦੱਸਦੇ, ਸਾਰਾ ਜਿੰਨਾ ਵੀ ਕਮਰ ਕਸਾ ਸੀ ਸਾਰਾ ਇੰਨਾ ਸੀ। ਤਾਂ ਉਹਨਾਂ ਦੇ ਕਰ ਕਮਲਾਂ ਵਿੱਚ ਤੀਰ ਕਮਾਨ ਸੀ। ਉਹ ਨੱਚਦੇ ਟੱਪਦੇ ਆਏ ਤੇ ਬੜੇ ਜੋਸ਼ੀਲੇ ਸੀ। ਮਾਪਿਆਂ ਨੂੰ ਸੀਸ ਝੁਕਾ ਕੇ ਫਤਿਹ ਬੁਲਾਈ ਆ ਕੇ ਪਿੰਡ ਦਿਆਂ ਦਾ ਹਾਲ ਪੁੱਛਿਆ। ਉਸ ਵਕਤ ਬਾਬਾ ਦੀਪ ਸਿੰਘ ਨੇ ਕੁਝ ਫੌਜੀ ਕਰਤੱਵ ਕਰਕੇ ਦਿਖਾਏ। ਘੋੜ ਸਵਾਰੀ ਦੇਖੋ ਪਿਤਾ ਜੀ, ਮੈਂ ਘੋੜਾ ਹੁਣ ਬਹੁਤ ਤੇਜ਼ ਭਜਾਉਣਾ। ਜਦੋਂ ਘੋੜਾ ਦੜਾ ਤਾਂ ਜਿਵੇਂ ਹਵਾ ਨਾਲ ਗੱਲਾਂ ਕਰ, ਤੀਰ ਅੰਦਾਜ਼ੀ, ਤਲਵਾਰ ਸ੍ਰੀ ਸਾਹਿਬ ਚਲਾਉਣੀ, ਗੱਤਕੇ ਬਾਜੀ, ਨੇਜਾ ਸੁੱਟਣ, ਸਾਰੇ ਕਰਤੱਵ ਦੇਖ ਕੇ ਮਾਤਾ ਪਿਤਾ ਪਿੰਡ ਵਾਲੇ ਬਹੁਤ ਖੁਸ਼। ਉਹ ਬੱਲੇ ਭਾਈ ਭਗਤ ਸਿਆਂ ਤੇਰਾ, ਬਈ ਭਜੰਗੀ ਸਿੰਘ ਤਾਂ ਦੇਖੋ ਮਹਾਰਾਜ ਦੀ ਕਿੰਨੀ ਸੇਵਾ ਕਰਦਾ, ਕਿੰਨਾ ਚੁਸਤ ਫੁਰਤ ਹੈ, ਕਿੰਨੀ ਚਿਹਰੇ ਤੇ ਲਾਲੀ ਹੈ। ਧੰਨ ਬਾਬਾ ਦੀਪ ਸਿੰਘ ਜੀ। ਪਿੰਡ ਦੇ ਜੋ ਸੰਬੰਧੀ ਆਏ ਸਨ ਉਹ ਹੈਰਾਨ ਹੋਏ ਜਾਣ ਕਿ ਸਾਡੇ ਪਿੰਡ ਦਾ ਇਹ ਜਿਹਨੂੰ ਅਸੀਂ ਦੀਪਾ ਕਹਿੰਦੇ, ਹੁਣ ਬਾਬਾ ਦੀਪ ਸਿੰਘ ਦੇ ਰੂਪ ਵਿੱਚ ਕਿੱਡੇ ਸੋਹਣੇ ਲੱਗਦੇ ਨੇ। ਅਸੀਂ ਤਾਂ ਭਾਈ ਫੇਰ ਉਹ ਮਾਫੀਆਂ ਮੰਗਦੇ, ਬਾਬਾ ਜੀ ਹੁਣ ਸਾਨੂੰ ਮਾਫ ਕਰ ਦਿਓ, ਸਾਨੂੰ ਕੀ ਪਤਾ ਸੀ ਤੁਸੀਂ ਇੰਨੇ ਮਹਾਨ ਪੁਰਖ ਹੋ। ਇਸ ਕਰਕੇ ਉਹ ਕਿਤਨੇ ਬਹਾਦਰ ਹੋ ਗਏ, ਸਾਰੇ ਤਾਰੀਫ ਕਰਨ ਲੱਗ ਪਏ। ਭਾਈ ਭਗਤ ਸਿੰਘ ਨੇ ਪਰਿਵਾਰ ਸਮੇਤ ਪਹਿਲਾਂ ਵਾਂਗ
कुछ देर उत्थे डेरा कीता, सेवा कीती, लंगर पकाउण दी सेवा, भांडे मांजण दी ते पानी ढोण दी, जल ढोण दी सारी सेवा कीती। लंगर ਲਈ जंगल चों ਲੱਕੜਾਂ ਲਿਆਉਣ ਦੀ सेवा ਵਿੱਚ जुटे रहे। बाबा दीप सिंह ਅਤੇ कदे संगतां दी सेवा करदे, कदे पिंडों आए संबंधियां ਦੀ देखभाल करदे। 1 ਮਹੀਨਾ भाई भगत सिंह ਤੇ ਉਹਨਾਂ ਦੇ ਸਾਥੀ ਸਾਰੇ ਪਿੰਡ ਵਾਲੇ ਉੱਥੇ ਰਹੇ। ਜਦੋਂ ਵਾਪਸ ਜਾਣ ਲਈ ਤਿਆਰ ਹੋਏ ਤਾਂ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਆਗਿਆ ਹੋਵੇ ਤਾਂ ਅਸੀਂ ਆਪਣੇ ਪੁੱਤਰ ਨੂੰ ਨਾਲ ਲੈ ਜਾਈਏ। ਦਸ਼ਮੇਸ਼ ਪਿਤਾ ਜੀ ਨੇ ਬਾਬਾ ਦੀਪ ਸਿੰਘ ਜੀ ਵੱਲ ਬੜੀ ਮਿਹਰ ਨਾਲ ਨਜ਼ਰ ਨਾਲ ਤੱਕਿਆ। ਉਹਨਾਂ ਨੇ ਉਹ ਬਾਬਾ ਜੀ ਨੂੰ ਹੀ ਪੁੱਛਿਆ, ਕਿਉਂ ਭਾਈ ਦੀਪ ਸਿੰਘ ਤੂੰ ਮਾਤਾ ਪਿਤਾ ਨਾਲ ਘਰ ਜਾਣਾ ਕਿ ਇੱਥੇ ਰਹਿਣਾ? ਦੇਖੋ ਇਹ ਗੱਲ ਦੇ ਵਿੱਚ ਵੀ ਇੱਕ ਰਮਜ ਹੈ, ਰਮਜ। ਅੰਦਰੋਂ ਆਪ ਵੀ ਨਹੀਂ ਚਾਹੁੰਦੇ ਹੈਗੇ ਭੇਜਣਾ, ਕਿਉਂਕਿ ਇਹ ਕੁਦਰਤੀ ਮਹਾਂਪੁਰਖਾਂ ਨਾਲ ਰਹਿ ਕੇ ਕਈ ਚੀਜ਼ਾਂ ਦੀ ਰਮਜ ਇਉਂ ਸਮਝ ਲੱਗ ਜਾਂਦੀ ਹੈ। ਆਹ ਜਿਹੜੀ ਗੱਲ ਕਰੀ ਕਿ ਜਾਣਾ ਚਾਹੁੰਦਾ ਕਿ ਰਹਿਣਾ ਚਾਹੁੰਦਾ, ਮਤਲਬ ਕਿ ਆਪ ਦਾ ਵੀ ਜੀ ਨਹੀਂ ਕਰਦਾ ਭੇਜਣ ਨੂੰ। ਬਾਬਾ ਦੀਪ ਸਿੰਘ ਨੇ ਕਿਹਾ ਜਿਵੇਂ ਆਪ ਦੀ ਆਗਿਆ ਹੋਵੇ। ਉਹ ਆਗਿਆਕਾਰੀ ਸਿੱਖ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਦੀ ਪਿੱਠ ਤੇ ਥਾਪੜਾ ਦਿੱਤਾ। ਉਹਨਾਂ ਖੁਸ਼ੀ ਨਾਲ ਬਾਬਾ ਜੀ ਨੂੰ ਮਾਪਿਆਂ ਨਾਲ ਜਾਣ ਦੀ ਆਗਿਆ ਦਿੱਤੀ, ਕਿਉਂਕਿ ਮਾਂ-ਬਾਪ ਵੀ ਗੁਰਸਿੱਖ ਨੇ, ਅੰਮ੍ਰਿਤਧਾਰੀ ਸਾਰਾ ਪਿੰਡ। ਮਹਾਰਾਜ ਨੂੰ ਇਹ ਪਤਾ ਸੀ ਜੇ ਪਿੰਡ ਜਾਣਗੇ ਤਾਂ ਉੱਥੇ ਵੀ ਸੰਥਿਆ ਕਰਾਉਣਗੇ, ਕਿਸੇ ਨੂੰ ਕਥਾ ਸਿਖਾਉਣਗੇ, ਕੋਈ ਪ੍ਰਚਾਰ ਕਰਨਗੇ, ਕੋਈ ਪਿੰਡ ਵਾਲਿਆਂ ਨੂੰ ਅੰਮ੍ਰਿਤ ਵੀ ਛਕਾਉਣਗੇ ਨਾ। ਗੁਰਸਿੱਖ ਤਾਂ ਥਾਂ ਤੇ ਜਾ ਕੇ ਪ੍ਰਚਾਰ ਕਰਦੇ ਹੀ ਚੰਗੇ ਲੱਗਦੇ। ਬਾਬਾ ਦੀਪ ਸਿੰਘ ਦੇ ਮਾਪਿਆਂ ਤੇ ਸਾਕ ਸੰਬੰਧੀਆਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਫਿਰ ਬਾਬਾ ਦੀਪ ਸਿੰਘ ਆਪ ਅੱਗੇ ਹੋ ਕੇ ਗੁਰੂ ਦੇ ਚਰਨਾਂ 'ਚ ਲਿਪਟ ਗਏ, ਨੇਤਰਾਂ 'ਚ ਜਲ ਭਰ। ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਦੀਪ ਸਿੰਘ ਨੇ ਮਹਾਰਾਜ ਨੂੰ ਬਚਨ ਕੀਤਾ, ਇਹ ਸਤਿਗੁਰੂ ਮਿਹਰ ਦੀ ਨਿਗਾਹ ਰੱਖਣੀ। ਮਹਾਰਾਜ ਨੇ ਉਹਨਾਂ ਨੂੰ ਦੋਹਾਂ ਬਾਹਾਂ ਤੋਂ ਫੜ ਕੇ ਉੱਪਰ ਉਠਾਇਆ। ਮਹਾਰਾਜ ਨੇ ਦੇਖੋ ਬਾਬਾ ਜੀ ਨੂੰ ਗਲ ਨਾਲ ਲਾ ਲਿਆ, ਬਈ ਤੂੰ ਤਾਂ ਸਾਡਾ ਲਾਡਲਾ ਪੁੱਤ ਆ, ਮਾਤਾ ਸਾਹਿਬ ਕੌਰ ਦਾ ਲਾਡਲਾ, ਸਾਡਾ ਲਾਡਲਾ ਤੂੰ। ਸੀਨੇ ਨਾਲ ਲਾ ਤੇ ਬਾਬਾ ਦੀਪ ਸਿੰਘ ਨੂੰ ਹੁਕਮ ਕੀਤਾ, ਭਾਈ ਦੀਪ ਸਿੰਘ ਜੀ ਦੇਖੋ 10ਵੇਂ ਪਾਤਸ਼ਾਹ ਵੱਲ ਦੇਖੋ ਕੀ ਕਹਿੰਦੇ ਨੇ। ਹੋਰ ਕੁਝ ਨਹੀਂ ਕਿਹਾ। ਕੀ ਬਚਨ ਕੀਤਾ ਬਾਬਾ ਦੀਪ ਸਿੰਘ ਨੂੰ? ਜੇ ਘਰ ਜਾਣ ਲੱਗੇ ਨਿਤਨੇਮ ਦਾ ਨਾਗਾ ਨਹੀਂ ਕਰਨਾ, ਇਹ ਧਿਆਨ ਰੱਖਣਾ ਚੰਗਾ। 5 ਬਾਣੀਆਂ ਆਪਣੇ ਟਾਈਮ ਸਿਰ ਪੜ੍ਹਨੀਆਂ, ਅੰਮ੍ਰਿਤ ਵੇਲਾ ਨਹੀਂ ਛੱਡਣਾ, ਰਹਿ ਰਾਤ ਸਮੇਂ ਸਿਰ ਪੜ੍ਹਿਓ, ਸੋਇਲਾ ਪੜ੍ਹ ਕੇ ਸੌਣਾ ਰਾਤ ਨੂੰ, ਦਿਨੇ ਗੁਰੂ ਗੁਰੂ ਜਪਣਾ, ਮੂਲ ਮੰਤਰ, ਸੁਖਮਨੀ ਸਾਹਿਬ, ਇਹ ਸਾਰਾ ਪਾਠ ਕਰਨਾ ਹੈ ਧਿਆਨ ਨਾਲ। 5 ਗ੍ਰੰਥੀ ਵੀ ਕਰਨੀ ਹੈ। ਆਪਣਾ ਜਿੰਨੀ ਬਾਣੀ ਰਹਿ ਚ ਪੱਕੇ ਰਹਿਣਾ, ਢਲਿਆਈ ਨਹੀਂ ਪਾਉਣੀ ਹੈ, ਸਿੱਖੀ ਸਿਰ ਤੇ ਭਰੋਸਾ ਰੱਖਣਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਮਾਪਿਆਂ ਨਾਲ ਆਪਣੇ ਪਿੰਡ ਵਾਪਸ ਜਾਣ ਦੀ ਆਗਿਆ ਦਿੱਤੀ। ਇਹ ਦੇਖ ਲਓ ਇਹ ਕਿੰਨਾ ਜ਼ਰੂਰੀ ਕਿਹਾ ਕਿ ਨਿਤਨੇਮ ਜ਼ਰੂਰ ਕਰਨਾ। ਇਹ ਨਾ ਉਦੋਂ ਜਾ ਕੇ ਪਿੰਡ ਹੁਣ ਤੁਸੀਂ 5 ਬਾਣੀਆਂ ਛੱਡ ਦਿਓ, ਨਿਤਨੇਮ ਕਰਨਾ ਸਾਰਾ ਛੱਡ ਦਿਓ। ਆਪਾਂ ਨੂੰ ਵੀ ਇਹ ਪੱਕੀ ਹਦਾਇਤ ਹੈ ਸਾਰਿਆਂ ਨੂੰ। ਕਈ ਸਿੰਘ ਢਲਿਆਈਆਂ ਜਿਹੀਆਂ ਕਰਦੇ ਨਿਤਨੇਮ 'ਚ, ਕਈ ਗੱਲਾਂ ਤਾਂ ਬਹੁਤ ਮਾਰਦੇ ਆ। ਮੈਂ ਜਾਣ ਕੇ ਹੀ ਨਹੀਂ ਪੁੱਛਦਾ ਉਹਨਾਂ ਨੂੰ ਵੀ ਤੂੰ 5 ਬਾਣੀਆਂ ਪੜ੍ਹਦਾ ਕਿ ਨਹੀਂ, ਪਤਾ ਤਾਂ ਹੈਗਾ ਵੀ ਪੜ੍ਹਦਾ ਤਾਂ ਹੈ ਨਹੀਂ। ਸੋ ਇਸ ਕਰਕੇ ਸਿੰਘ ਸਾਰੇ ਧਿਆਨ ਦਿਓ, ਜਿੱਥੇ ਵੀ ਕੋਈ ਅੰਮ੍ਰਿਤਧਾਰੀ ਸੁਣਦੇ ਆ 5 ਬਾਣੀਆਂ 'ਚ ਢਿਲਾਈ ਨਾ ਪਾਇਆ ਕਰੋ। ਫੇਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵਿਦਾ ਹੋ ਕੇ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਨਾਲ ਪਹੂ ਪਿੰਡ ਆ ਗਏ। ਇੱਥੇ ਆਪਣੇ ਪਰਿਵਾਰ ਵਿੱਚ ਰਹਿ ਕੇ ਰੋਜ਼ ਆਪਣੇ ਪਿਤਾ ਦੇ ਖੇਤਾਂ ਵਿੱਚ ਫੇਰ ਹਲ ਵਾਹੁਣ ਲੱਗ ਪਿਆ ਕੇ, ਕਿਉਂਕਿ ਹੁਣ ਘਰ ਦਾ ਕੰਮ ਵੀ ਤਾਂ ਨਾਲ ਨਾਲ ਕਰਨਾ ਸੀਗਾ। ਇਲਾਕੇ 'ਚ ਫਿਰ ਤੁਰ ਕੇ ਨੇਕਾਂ ਦਾ ਕੰਮ ਸਵਾਰਦੇ, ਵਾਹਿਗੁਰੂ ਦਾ ਸਿਮਰਨ ਕਰਦੇ ਅਤੇ ਹੋਰਨਾਂ ਨੂੰ ਭਲੇ ਪਾਸੇ ਲਾਉਂਦੇ। ਸਿੰਘ ਦਾ ਜੀਵਨ ਹੀ ਪ੍ਰਚਾਰ ਹੈ, ਸਿੰਘ ਦਾ ਬਾਣਾ ਪਾਇਆ ਹੋਇਆ ਹੀ ਪ੍ਰਚਾਰ ਹੈ। ਜਿਹੜੇ ਅੱਜ ਕੱਲ ਰਾਗੀ ਜਿੱਥੇ ਆਉਂਦੇ ਨੇ, ਮੈਂ ਸਾਰੀਆਂ ਕਮੇਟੀਆਂ ਨੂੰ ਵੀ ਬੇਨਤੀ ਕਰਦਾ ਹੁੰਦਾ, ਹੁਣ ਵੀ ਕਰਦਾ, ਸੰਗਤਾਂ ਨੂੰ ਵੀ ਕਰਦਾ, ਇਹ ਨਾ ਹੌਲੀ 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 ਬੜੇ ਚਲਾਕੀਆਂ ਜੇ ਮਾਰ ਕੇ ਕਿਰਪਾਨ ਸਾਰਿਆਂ ਨੂੰ ਥੱਲੀਆਂ ਪਾਉਣ ਲੱਗ ਪਏ ਤੇ ਹੌਲੀ ਹੌਲੀ ਇਹ ਗਲ ਵਾਲਾ ਪਰਨਾ ਵੀ ਛੱਡਤਾ। ਇਹ ਕਢਾਈਆਂ ਜਿਹੀਆਂ ਕਰਾ ਕੇ ਨਾ ਕੁੜਤਿਆਂ ਤੇ, ਜਿੱਦਾਂ ਕਲਾਕਾਰ ਹੁੰਦੇ ਨੇ ਗਾਉਣ ਵਾਲੇ, ਏਦਾਂ ਦੇ ਬਣ ਗਏ ਰਾਗੀ। ਹੁਣ ਜੇ ਗਾਤਰਾ ਪਾ ਲਓਗੇ ਉੱਪਰ ਦੀ, ਸੰਗਤ ਤੇ ਪ੍ਰਭਾਵ ਪਊਗਾ ਚੰਗਾ, ਸੰਗਤ ਪਾਊਗੀ, ਨਿੱਕੇ ਨਿਆਣੇ ਦੇਖਣਗੇ,
ਪੋਸਟਰ ਹੈ, ਸਿੰਘ ਤੁਰਿਆ ਫਿਰਦਾ ਹੀ ਪੋਸਟਰ ਹੁੰਦਾ। ਜੀਵਨ ਉਹਦਾ ਬਾਣਾ, ਉਹਦੀ ਸਾਰੀ ਹਰਕਤ ਨੂੰ ਦੇਖ ਕੇ ਹੋਰ ਸਾਰੇ ਵੀ ਉਸ ਪਾਸੇ ਲੱਗਦੇ ਨੇ। ਜੇ ਪ੍ਰਚਾਰਕ ਹੀ ਢਿੱਲੇ ਪੈ ਗਏ ਤਾਂ ਸਾਰੀ ਦੁਨੀਆ ਹੀ ਮਾਨੋ ਢਿੱਲੀ ਪਏ। ਪ੍ਰਚਾਰਕ ਦੀ ਤਾਂ ਇੱਕ ਗੱਲ ਨੂੰ ਲੋਕ ਇਉਂ ਭੱਜ ਕੇ ਫੜਦੇ ਨੇ ਜਿਵੇਂ ਚਿੱਟੇ ਚਾਦਰ ਦੇ ਉੱਤੇ ਕਾਲਾ ਦਾਗ ਫੱਟ ਦਿਖ ਜਾਂਦਾ। ਇਸ ਕਰਕੇ ਫਿਰ ਬਾਬਾ ਜੀ ਸਾਰਿਆਂ ਲੋਕਾਂ ਨੂੰ ਗੁਰਮਤਿ ਦੀ ਗੌਰਵਤਾ ਦੱਸਦੇ, ਪ੍ਰਚਾਰ ਕਰਦੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਰਹਿ ਕੇ ਜੋ ਕੁਝ ਦੇਖਿਆ ਸਿੱਖਿਆ ਤੇ ਉਹਨਾਂ ਨੂੰ ਵਰਣਨ ਕਰਦੇ। ਇਹਨੂੰ ਆਪਾਂ ਕਹਿੰਦੇ ਲਾਈਵ ਦੇਖਣਾ ਅਸੀਂ ਸਾਰਾ ਕੁਝ। ਕਹਿੰਦੇ ਜੀ ਸਿੱਧਾ ਪ੍ਰੋਗਰਾਮ ਆ ਰਿਹਾ। ਬਾਬਾ ਜੀ ਸਾਹਿਬ 10ਵੇਂ ਪਾਤਸ਼ਾਹ ਕੋਲ ਰਹਿ ਕੇ ਸਾਰਾ ਕੁਝ ਦੇਖ ਕੇ ਜਦੋਂ ਅੱਖੀਂ ਡਿੱਠਾ ਹਾਲ ਸ੍ਰੀ ਅਨੰਦਪੁਰ ਸਾਹਿਬ ਦਾ ਸੁਣਾਇਆ, ਉਹ ਬੜੇ ਲੋਕੀ ਤਿਆਰ ਹੋ ਗਏ, ਭਈ ਅਸੀਂ ਵੀ ਜਾਣਾ, ਅਸੀਂ ਵੀ ਦਰਸ਼ਨ ਕਰਨੇ, ਅਸੀਂ ਵੀ ਅੰਮ੍ਰਿਤ ਛਕਣਾ। ਸਾਰੀ ਸੰਗਤ ਦੇਖੋ ਹੌਲੀ ਹੌਲੀ ਇੱਕ ਬਾਬਾ ਜੀ ਦਾ ਆਪਣਾ ਭਜਨ ਬੰਦਗੀ ਦਾ ਪ੍ਰਤਾਪ, ਪਿਛਲੇ ਜਨਮਾਂ ਦੀ ਕਮਾਈ, ਜਿੱਧਰੋਂ ਲੰਘ ਜਾਣਾ ਲੋਕਾਂ ਨੇ ਖੜੇ ਦੇਖਦੇ ਹੀ ਰਹਿਣਾ। ਉਹ ਬਾਬਾ ਦੀਪ ਸਿੰਘ ਜੀ, ਉਹ ਬਾਬਾ ਮਾਂ ਮੈਂ ਵੀ ਅੰਮ੍ਰਿਤ ਛਕਣਾ। ਲੋਕਾਂ ਨਿਆਣਿਆਂ ਨੇ ਕਹਿਣਾ ਮਾਂ ਮੈਂ ਵੀ ਚੋਲਾ ਪਾਉਣਾ, ਮੈਂ ਵੀ ਗਾਤਰਾ ਪਾਉਣਾ, ਮੈਂ ਵੀ ਘੋੜੇ ਦੀ ਸਵਾਰੀ ਕਰਨੀ ਹੈ, ਮੈਂ ਵੀ ਬਰਛਾ ਚਲਾਉਣਾ। ਬਾਬਾ ਦਾ ਜੀਵਨ ਦੇਖ ਕੇ ਉਤਸ਼ਾਹਤ ਹੋ ਜਾਂਦੇ ਸੀ। ਬਾਬਾ ਜੀ ਸਾਰਿਆਂ ਨੂੰ ਸਤਿਗੁਰਾਂ ਦੇ ਚਰਨੀ ਲੱਗਣ ਲਈ ਪ੍ਰੇਰਦੇ। ਗੁਰੂ ਘਰ ਦੇ ਕਈ ਸ਼ਰਧਾਲੂ ਬਾਬਾ ਦੀਪ ਸਿੰਘ ਨੂੰ ਮਿਲਣ ਆਉਂਦੇ। ਉਹ ਗੁਰੂ ਮਹਾਰਾਜ ਦੀਆਂ ਸਾਖੀਆਂ ਤੇ ਸਿੱਖਿਆ ਸੁਣ ਕੇ ਪ੍ਰਸੰਨ ਹੋ ਕੇ ਮੁੜਦੇ, ਨਾਲੇ ਚਾਅ ਚੜ ਜਾਂਦਾ ਵੀ ਉੱਥੋਂ ਆਏ ਨੇ ਬਾਬਾ ਜੀ 10ਵੇਂ ਪਾਤਸ਼ਾਹ ਕੋਲੋਂ, ਇਲਾਕੇ ਦੇ ਲੋਕਾਂ ਨੇ ਦਰਸ਼ਨ ਕਰਨ ਆਉਣੇ ਵੀ ਉੱਥੋਂ ਆਏ ਨੇ। ਇਸ ਕਰਕੇ ਬੜਾ ਚਾਅ ਹੁੰਦਾ ਸੀ ਸਾਰਿਆਂ ਨੂੰ। ਇਉਂ ਬਾਬਾ ਜੀ ਨੇ ਆਪਣੀ ਜਵਾਨੀ ਦੀ ਉਮਰ ਵਿੱਚ ਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ। ਭਾਈ ਸੁੱਚੀ ਕਿਰਤ ਕਰਨੀ, ਮਿੱਠੇ ਬੋਲ ਬੋਲਣੇ, ਸਿੱਖੀ ਸਿਦਕ ਤੇ ਲੋਕ ਸੇਵਾ ਉਹਨਾਂ ਦੇ ਗੁਣ ਸੀ। ਬੜਾ ਕਮਾਲ ਦਾ ਜੀਵਨ ਹੈ। ਜਤ ਪਹਾਰਾ, ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਸਾਰੇ ਸ਼ੁਭ ਗੁਣਾਂ ਦੇ ਖਜ਼ਾਨੇ। ਧੰਨ ਬਾਬਾ ਦੀਪ ਸਿੰਘ ਜੀ, ਐਵੇਂ ਨਹੀਂ ਟਕਸਾਲ ਦੀ ਸੇਵਾ ਸੌਂਪੀ ਹੈ ਜੇ ਮਹਾਂਪੁਰਖਾਂ ਨੂੰ। ਤੇ ਇਸ ਕਰਕੇ ਧੰਨ ਬਾਬਾ ਭਾਈ ਮਨੀ ਸਿੰਘ ਜੀ, ਐਵੇਂ ਨਹੀਂ ਸੇਵਾ ਸੌਂਪੀ। ਮਹਾਨ ਹਸਤੀਆਂ ਨੂੰ 48 ਸਿੰਘਾਂ ਦੇ ਵਿੱਚੋਂ ਕੱਢ ਲਿਆ ਵੱਖਰੇ, ਦੋਨਾਂ ਨੇ ਸੇਵਾ ਕਰਨੀ ਹੈ, ਸੰਥਿਆ ਕਰਾਉਣੀ ਹੈ, ਕਥਾ ਸਿਖਾਉਣੀ ਹੈ। ਤੁਸੀਂ ਅੱਗੇ ਸਾਰਿਆਂ ਸਿੰਘਾਂ ਨੂੰ ਪੰਥ ਦੇ ਵਿੱਚ ਭਾਈ ਸੇਵਾ ਕਰਨੀ ਹੈ। ਤੁਸੀਂ ਕਿੱਧਰ ਚੱਲੇ ਹੋ? ਥੋੜੇ ਸਮੇਂ ਵਿੱਚ ਹੀ ਬਾਬਾ ਦੀਪ ਸਿੰਘ ਜੀ ਇਲਾਕੇ 'ਚ ਬਹੁਤ ਹਰਮਨ ਪਿਆਰੇ ਹੋ ਗਏ। ਹੌਲੀ ਹੌਲੀ ਉਹਨਾਂ ਦੇ ਸੱਚੇ ਤੇ ਉੱਚੇ ਗੁਣਾਂ ਦੀ ਖੁਸ਼ਬੂ ਫੈਲ ਗਈ ਦੂਰ ਤੱਕ। ਕਿਸੇ ਦੇ ਘਰੇ ਖੁਸ਼ਬੂ ਹੋਵੇ ਨਾ, ਚੰਗੀ ਸੋਹਣੀ ਅਗਰਬੱਤੀ ਕਈ ਵਾਰ ਲਾਈ ਹੋਵੇ, ਸਾਰੇ ਇਲਾਕੇ 'ਚ ਪਤਾ ਲੱਗ ਜਾਂਦਾ ਕਿ ਇੱਥੇ ਅਗਰਬੱਤੀ ਲੱਗੀ। ਖੁਸ਼ਬੂ ਨੂੰ ਲੋਕ ਸੁੰਘ ਕੇ ਆਪੇ ਉੱਥੇ ਆ ਜਾਂਦੇ ਹੁੰਦੇ ਨੇ। ਇਹ ਆ ਗੁਰਮੁਖਾਂ ਦੀ ਖੁਸ਼ਬੂ ਹੁੰਦੀ ਹੈ। ਆਪੇ ਹੌਲੀ ਹੌਲੀ ਸਾਰੀ ਸੰਗਤ ਆ ਜਾਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ 1704 ਈਸਵੀ ਵਿੱਚ ਕਈ ਪਿੰਡਾਂ ਤੋਂ ਨਗਰਾਂ ਤੋਂ ਹੁੰਦੇ ਹੋਏ ਪਿੰਡ ਸਾਬੋ ਕੇ ਤਲਵੰਡੀ ਜ਼ਿਲ੍ਹਾ ਬਠਿੰਡਾ 'ਚ ਪਹੁੰਚ ਗਏ। ਜਦੋਂ ਇੱਥੇ ਗੁਰੂ ਸਾਹਿਬ ਨੇ ਥੋੜਾ ਸਮਾਂ ਆਰਾਮ ਕੀਤਾ, ਸੋ ਇਸ ਸਥਾਨ ਨੂੰ ਅੱਜ ਕੱਲ੍ਹ ਵੀ ਆਪਾਂ ਦਮਦਮਾ ਸਾਹਿਬ ਦੇ ਨਾਂ ਨਾਲ ਯਾਦ ਕਰਦੇ ਹਾਂ, ਸਾਬੋ ਕੇ ਤਲਵੰਡੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੀ ਦੇਰ ਤੋਂ ਬਾਅਦ ਇੱਥੇ ਕਮਰ ਕਸਾ ਖੋਲ੍ਹਿਆ ਤੇ ਦਮ ਲਿਆ, ਇਸ ਕਰਕੇ ਦਮਦਮਾ ਸਾਹਿਬ ਨਾਂ ਪਿਆ। ਇਸੇ ਲਈ ਦਮਦਮਾ ਸਾਹਿਬ ਪ੍ਰਸਿੱਧ ਹੋ ਗਿਆ ਨਾਮ। ਸੋ ਡੱਲੇ ਸਿੱਖਾਂ ਦਾ ਪ੍ਰੇਮ ਦੇਖ ਕੇ ਇੱਥੇ ਗੁਰੂ ਮਹਾਰਾਜ ਲਗਭਗ 9.5 ਮਹੀਨੇ ਰਹੇ। 9.5 ਮਹੀਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਪਾਠ ਲਿਖਵਾਉਣਾ, ਸ਼ਾਮ ਨੂੰ ਕਥਾ ਕਰਨੀ, 9 ਮਹੀਨੇ 9 ਦਿਨ 9 ਘੜੀਆਂ 9 ਪਲ ਇਹ ਸਮਾਂ ਲੱਗਿਆ ਸੀ। ਆਪ ਜੀ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਵਿੱਚ ਪ੍ਰਵੀਨ ਹੋਣ ਦੀ ਸਿੱਖਿਆ ਦਿੱਤੀ ਅਤੇ ਗੁਰਮਤਿ ਪ੍ਰਚਾਰ ਲਈ ਤਿਆਰ ਕੀਤਾ। ਸਿੰਘ ਸਜਾਇਆ, ਅੰਮ੍ਰਿਤ ਛਕਾਇਆ। ਸਭ ਤੋਂ ਪਹਿਲਾਂ ਆਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਸੰਪੂਰਨ ਕਰਵਾਉਣ ਵੱਲ ਧਿਆਨ ਦਿੱਤਾ। ਸਾਰੀ ਵਿਉਂਤ ਬਣ ਗਈ ਤਾਂ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਆਗਿਆ ਦਿੱਤੀ ਕਿ ਭਾਈ ਦੀਪ ਸਿੰਘ ਨੂੰ ਸੱਦ ਲਓ। ਉਸ ਵੇਲੇ ਇੱਕ ਸੇਵਕ ਨੂੰ ਬੁਲਾ ਕੇ ਸਾਰੀ ਗੱਲ ਸਮਝਾ ਕੇ ਪਹੂਵਿੰਡ ਭੇਜਿਆ। ਸੋ ਉਹਨਾਂ ਨੂੰ ਆਖਿਆ ਗਿਆ ਕਿ ਉਹ ਭਾਈ ਦੀਪ ਸਿੰਘ ਨੂੰ ਨਾਲ ਲੈ ਕੇ ਹੀ ਆਉਣ। ਸੇਵਕ ਹੁਕਮ ਸੁਣਦਿਆਂ ਹੀ ਮਹਾਰਾਜ ਨੂੰ ਅਦਬ ਨਾਲ ਮੱਥਾ ਟੇਕ ਕੇ ਤੁਰ ਪਿਆ। ਮਾਲਵੇ ਦਾ ਇਲਾਕਾ ਲੰਘ ਕੇ ਪੈਂਡਾ ਕਰਦੇ ਹੋਏ ਸੇਵਕ ਮਾਝੇ ਵਿੱਚ ਆ ਪਹੁੰਚਿਆ। ਪਹੂਵਿੰਡ ਵਿੱਚ ਪਹੁੰਚ ਕੇ ਉਹ ਭਾਈ ਦੀਪ ਸਿੰਘ ਨੂੰ ਮਿਲਿਆ। ਭਾਈ ਦੀਪ ਸਿੰਘ ਨੂੰ ਜਦ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਸੱਦਿਆ, ਉਹ ਤਾਂ ਭਈ ਇੰਨਾ ਚਾਅ ਚੜ ਗਿਆ, ਖੁਸ਼ ਹੋ ਗਏ ਵੀ ਹੁਣੇ ਚੱਲ ਪਈ ਆਪਾਂ।
ਮਹਾਰਾਜ ਸੱਚੇ ਪਾਤਸ਼ਾਹ ਸੇਵਕ ਨੂੰ 1-2 ਦਿਨ ਫਿਰ ਆਪਣੇ ਕੋਲ ਠਹਿਰਾਇਆ ਵੀ ਥੱਕੇ ਆਏ ਹੋ, ਫਿਰ ਆਪਾਂ ਚੱਲਦੇ ਆਂ। ਬੜੇ ਪ੍ਰੇਮ ਨਾਲ ਸੇਵਾ ਕੀਤੀ, ਨਾਲੇ ਸੰਗਤਾਂ ਨੂੰ ਮਿਲਾਇਆ ਵੀ ਆਹ ਦੇਖੋ ਭਾਈ ਮਹਾਰਾਜ ਕੋਲੋਂ ਸਿੰਘ ਆਇਆ, ਇਹ ਮੈਨੂੰ ਲੈਣ ਲਈ ਆਇਆ। ਪਿੰਡ ਵਾਲੇ ਉਹਦੀ ਸੇਵਾ ਕਰਨ ਲੱਗ ਪਏ। ਉਹ 10ਵੇਂ ਪਾਤਸ਼ਾਹ ਕੋਲੋਂ ਸਿੰਘ ਆਇਆ ਹੈ। ਸਾਰੇ ਪਿੰਡ ਵਿੱਚ ਖਬਰ ਫੈਲ ਗਈ ਕਿ ਬਾਬਾ ਜੀ ਮੁੜ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਜਾ ਰਹੇ ਨੇ। ਬਾਬਾ ਜੀ ਦੀ ਸੰਗਤ ਕਰਨ ਵਾਲੇ ਪਿੰਡ ਵਿੱਚੋਂ ਹੋਰ ਇਧਰੋਂ ਇਲਾਕੇ ਚੋਂ ਇਕੱਠੇ ਹੋ ਕੇ ਆ ਕੇ ਸ਼ਰਧਾਲੂ ਬਣ ਗਏ। ਅੱਛਾ, ਮਹਾਰਾਜ ਕੋਲ ਜਾ ਰਹੇ ਹੋ ਤੁਸੀਂ? ਉਹਨਾਂ ਦੇ ਮਨ ਵਿੱਚ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੇ ਅੰਮ੍ਰਿਤ ਛਕਣ ਦੀ ਇੱਛਾ ਪੈਦਾ ਹੋ ਗਈ। ਉਹਨਾਂ ਵਿੱਚੋਂ ਕਈ ਬਾਬਾ ਦੀਪ ਸਿੰਘ ਜੀ ਦੇ ਨਾਲ ਗੁਰੂ ਦੇ ਦਰਸ਼ਨ ਲਈ ਤਿਆਰ ਹੋ ਗਏ। ਚਲੋ ਸਾਰਾ ਜਥਾ ਬਣਾ ਕੇ ਚੱਲਦੇ ਆਂ। ਫਿਰ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਤੁਰ ਪਏ। ਰਸਤੇ ਵਿੱਚ ਸ਼ਬਦ ਕੀਰਤਨ ਤੇ ਗੁਰਮਤਿ ਦਾ ਪ੍ਰਚਾਰ ਕਰਦੇ ਗਏ। ਰਸਤੇ ਵਿੱਚੋਂ ਵੀ ਕੁਝ ਸੰਗਤਾਂ ਨਾਲ ਲੈ ਕੇ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਜਾ ਕੇ ਹਾਜ਼ਰ ਹੋ ਗਏ। ਇੱਕ ਅੱਧਾ ਦਿਨ ਆਰਾਮ ਕੀਤਾ ਤਾਂ ਮਹਾਰਾਜ ਨੇ ਬਾਬਾ ਜੀ ਨੂੰ ਪਿਆਰ ਨਾਲ ਆਪਣੇ ਕੋਲ ਬਿਠਾਇਆ। ਆ ਜਾਓ ਭਾਈ ਦੀਪ ਸਿੰਘ, ਆ ਜਾਓ ਭਾਈ। ਫਿਰ ਭਾਈ ਮਨੀ ਸਿੰਘ ਨੂੰ ਬੁਲਾ ਲਿਆ ਤੇ ਕਿਹਾ, ਭਾਈ ਦੀਪ ਸਿੰਘ ਜੀ, ਤੁਸੀਂ ਭਾਈ ਮਨੀ ਸਿੰਘ ਨਾਲ ਮਿਲ ਕੇ ਗੁਰਬਾਣੀ ਦੇ ਸਰੂਪ ਤਿਆਰ ਕਰਨੇ ਨੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਧੀਰਮਲ ਕੋਲ ਵੀ ਸਿੰਘ ਭੇਜੇ, ਪਰ ਉਹਨੇ ਸਰੂਪ ਦੇਣ ਤੋਂ ਨਾ ਕਰ ਦਿੱਤੀ। ਫਿਰ ਉਹਨਾਂ ਨੇ ਜਦੋਂ ਆ ਕੇ ਕਿਹਾ, ਉਹ ਕਹਿੰਦੇ ਜੇ ਗੁਰੂ ਆਪਣੇ ਆਪ ਨੂੰ ਕਹਾਉਂਦੇ ਨੇ ਅੰਤਰਜਾਮਤਾ ਨਾਲ ਆਪੇ ਹੀ ਲਿਖ ਲੈਣ। ਮਹਾਰਾਜ ਕਹਿੰਦੇ ਠੀਕ ਹੈ ਬਈ। ਸਰੂਪ ਇੱਕ ਭਾਈ ਕੀ ਡਰੋਲੀ ਵੀ ਉਸ ਵਕਤ ਸੀ, ਪਰ ਮਹਾਰਾਜ ਨੇ ਕਿਹਾ ਹੁਣ ਸਿੱਖਾਂ ਦੇ ਮਨ 'ਚ ਕਿਤੇ ਸ਼ੰਕਾ ਹੀ ਨਾ ਹੋ ਜਾਏ ਵੀ ਹੁਣ ਸਾਰਾ ਸਰੂਪ ਅੰਤਰਜਾਮਤਾ ਨਾਲ ਹੀ ਲਿਖਾਵਾਂ। ਜਿੰਨੇ ਵੀ ਹੁਣ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਸਰੂਪਾਂ ਦੇ ਅਗਲੇ ਪਾਸੇ ਦੇਖੋ ਲਿਖਿਆ ਬੀੜ ਦਮਦਮੀ। ਇਹ ਦਮਦਮੀ ਬੀੜ ਹੈ। ਦਮਦਮਾ ਸਾਹਿਬ ਤੋਂ ਰਚੀ ਦਮਦਮੀ ਬੀੜ, ਦਮਦਮੀ ਟਕਸਾਲ। ਇਹ ਉਹ ਕਈ ਕਹਿੰਦੇ ਦਮਦਮੀ ਟਕਸਾਲ ਹੋਈ ਨਹੀਂ, ਇਹ ਸਾਖੀਆਂ ਨਹੀਂ ਹੋਈਆਂ। ਸੋ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ, ਏਡਾ ਵੱਡਾ ਇਤਿਹਾਸ ਹੈ, ਇੰਨਾ ਸਭ ਕੁਝ ਹੋ ਗਿਆ, ਸਾਰਾ ਕੁਝ 84 'ਚ ਦੇਖਿਆ, ਹਾਲੇ ਕਹਿੰਦੇ ਹੋਈ ਨਹੀਂ ਟਕਸਾਲ। ਠੀਕ ਹੈ, ਹੌਲੀ ਹੌਲੀ ਤੁਸੀਂ ਇਹੀ ਕਹੋਗੇ ਵੀ ਸਾਡਾ ਤਾਂ ਕੋਈ ਪਿਓ ਹੀ ਨਹੀਂ ਹੈਗਾ ਬਾਬਾ, ਨਾ ਬਾਬਾ ਦੀਪ ਸਿੰਘ ਹੋਇਆ, ਨਾ 10ਵੇਂ ਪਾਤਸ਼ਾਹ ਹੋਇਆ। ਖਬਰੇ ਤੁਸੀਂ ਕੀ ਮਿੱਥ ਕੇ ਬੈਠੇ ਹੋ ਸਾਰੇ ਜਾਣੇ। ਚਲੋ ਰਹੋ ਵਿਚਾਰ, ਤੁਹਾਡੀਆਂ ਗੱਲਾਂ ਤਾਂ ਅਸੀਂ ਮਨਾਉਂਦੇ ਹੀ ਨਹੀਂ ਵੀ ਬੁਰਾ ਵੀ ਮਨਾਉਂਦੇ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਕਰਾਂਗੇ। ਅਸੀਂ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਕੇ ਅਰਦਾਸ ਕਰਾਂਗੇ ਕਿ ਬਾਬਾ ਜੀ ਜੇ ਦਮਦਮੀ ਟਕਸਾਲ ਹੈ ਨਾ, ਤੁਸੀਂ ਉਹਦੇ ਮੁਖੀ ਹੋ, ਤਾਂ ਇਹ ਜਿਹੜੇ ਬੰਦੇ ਕਹਿੰਦੇ ਨਾ ਟਕਸਾਲ ਹੋਈ ਨਹੀਂ, ਤਾਂ ਬਾਬਾ ਜੀ ਤੁਸੀਂ ਫਿਰ ਹੁਣ ਉਹਨਾਂ ਨੂੰ ਮਾੜਾ ਜਿਹਾ ਸਮਝਾ ਦਿਓ ਤਰੀਕੇ ਨਾਲ। ਅਸੀਂ ਤਾਂ ਨਹੀਂ ਹੁਣ ਕੁਝ ਕਹਿੰਦੇ ਉਹਨਾਂ ਨੂੰ। ਇਸ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਇਹ ਹੁਕਮ ਹੋਇਆ। ਭਾਈ ਦੀਪ ਸਿੰਘ ਨੇ ਹੁਕਮ ਸੁਣਦੇ ਹੀ ਸਿਰ ਝੁਕਾਇਆ। ਇਹ 1705 ਈਸਵੀ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਤੰਬੂ ਲਗਵਾਇਆ ਜਿਸ ਵਿੱਚ ਆਪ ਬਿਰਾਜਮਾਨ ਹੋ ਗਏ। ਭਾਈ ਮਨੀ ਸਿੰਘ ਨੂੰ ਕੋਲ ਬਿਠਾ ਕੇ ਬਾਣੀ ਲਿਖਵਾਉਣ ਲੱਗੇ। ਬਾਬਾ ਦੀਪ ਸਿੰਘ ਦੀ ਡਿਊਟੀ ਸੀ ਸਾਰੀ ਲਿਖਣ ਸਮੱਗਰੀ ਤੁਸੀਂ ਤਿਆਰ ਕਰਨੀ ਹੈ ਤੇ ਹੋਰ ਹਰ ਪ੍ਰਕਾਰ ਦੀ ਸਹਾਇਤਾ ਨਾਲ ਕਰਨੀ ਹੈ। ਇੱਥੇ ਸਵੇਰ ਤੇ ਸ਼ਾਮ ਦੋਨੋਂ ਵੇਲੇ ਦੀਵਾਨ ਸਜਦੇ। ਸਵੇਰੇ ਮਹਾਰਾਜ ਬਾਣੀ ਲਿਖਵਾਉਂਦੇ, ਸ਼ਾਮ ਨੂੰ ਕਥਾ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ, ਕਥਾ ਕੀਰਤਨ ਹੁੰਦਾ। ਮਹਾਰਾਜ ਜੀ ਸਿੱਖਾਂ ਨੂੰ ਰਹਿਤ ਵਿੱਚ ਪੱਕਿਆਂ ਰਹਿਣ ਲਈ ਪ੍ਰੇਰਦੇ। ਉਹ ਸੰਗਤਾਂ ਨੂੰ ਹਰ ਵੇਲੇ ਤਿਆਰ ਬਰ ਤਿਆਰ ਰਹਿਣ ਦਾ ਹੁਕਮ ਕਰਦੇ। ਮਹਾਰਾਜ ਜੀ ਸਿੱਖਾਂ ਨੂੰ ਸੰਬੋਧਨ ਕਰਕੇ ਕਹਿੰਦੇ ਸਾਡੇ ਸਿੱਖਾਂ ਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ। ਸਵੇਰ ਦੇ ਦੀਵਾਨ ਉਪਰੰਤ ਮਹਾਰਾਜ ਸਾਰਾ ਦਿਨ ਸਰੂਪ ਦੀ ਤਿਆਰੀ ਵੀ ਦੇ ਕੰਮ ਵਿੱਚ ਰਹਿੰਦੇ। ਭਾਈ ਮਨੀ ਸਿੰਘ ਤੇ ਭਾਈ ਦੀਪ ਸਿੰਘ ਇਸ ਪਵਿੱਤਰ ਕਾਰਜ ਵਿੱਚ ਉਹਨਾਂ ਦੀ ਨਾਲ ਸੇਵਾ ਕਰਦੇ। ਲਗਭਗ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿੱਚ ਸਰੂਪ ਤਿਆਰ ਹੋਇਆ। ਸ਼ਾਮ ਨੂੰ ਕਥਾ ਹੁੰਦੀ ਰਹਿੰਦੀ। ਸੋ ਸ੍ਰੀ ਦਮਦਮਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ ਸੀ। ਇਸ ਲਈ ਇਹ ਸਰੂਪ ਦਾ ਨਾਮ ਹੀ ਦਮਦਮਾ ਸਾਹਿਬ ਵਾਲਾ ਬੀੜ ਲਿਖਿਆ ਹੁੰਦਾ। ਦਮਦਮਾ ਬੀੜ ਦਮਦਮੀ ਤੇ ਨਾਲ ਪ੍ਰਸਿੱਧ ਹੈ। 3 ਸਾਲ ਦਮਦਮਾ ਸਾਹਿਬ ਦੇ ਵਿੱਚ ਸੇਵਾ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਿਆਰ ਹੋਣ ਉਪਰੰਤ ਥੋੜੇ ਸਮੇਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਠਹਿਰੇ। ਫਿਰ ਆਪ ਨੇ ਦੱਖਣ ਦੀ ਤਿਆਰੀ ਕੀਤੀ। ਬਾਬਾ ਦੀਪ ਸਿੰਘ ਦੀ ਨਿਸ਼ਕਾਮ ਸੇਵਾ ਤੇ ਕਾਬਲੀਅਤ ਦੇਖ ਕੇ ਮਹਾਰਾਜ ਖੁਸ਼ ਹੋ ਗਏ।
ਇਸ ਲਈ ਮਹਾਰਾਜ ਨੇ ਇਸ ਸਥਾਨ ਦੀ ਸੇਵਾ ਸੰਭਾਲ ਦਾ ਕੰਮ ਜਿਹੜਾ ਬਾਬਾ ਜੀ ਦੇ ਸਪੁਰਦ ਕਰ ਦਿੱਤਾ। ਮਹਾਰਾਜ ਨੇ ਆਗਿਆ ਕੀਤੀ, ਭਾਈ ਦੀਪ ਸਿੰਘ, ਭਾਈ ਤੁਸੀਂ ਇੱਥੇ ਰਹਿ ਕੇ ਗੁਰਮਤਿ ਦਾ ਪ੍ਰਚਾਰ ਕਰੋ, ਇਸ ਸਥਾਨ ਦੀ ਉਸਾਰੀ ਕਰਵਾਓ, ਭਾਈ ਗੁਰਬਾਣੀ ਲਿਖੋ ਤੇ ਲਿਖਵਾਓ, ਸਿੱਖਾਂ ਨੂੰ ਗੁਰਮੁਖੀ ਪੜ੍ਹਾਓ ਅਤੇ ਪਾਠ ਦਾ ਅਭਿਆਸ ਕਰਾਓ। ਭਾਈ ਦੀਪ ਸਿੰਘ ਨੇ ਗੁਰੂ ਮਹਾਰਾਜ ਦੇ ਹੁਕਮ ਅੱਗੇ ਸਿਰ ਝੁਕਾਇਆ। ਇਹ ਬਾਬਾ ਦੀਪ ਸਿੰਘ ਦੀ ਡਿਊਟੀ ਲੱਗੀ। ਭਾਈ ਮਨੀ ਸਿੰਘ ਸਾਹਿਬ ਦੀ ਸੇਵਾ ਲੱਗੀ। ਮਾਤਾ ਸਾਹਿਬ ਕੌਰ ਦੇ ਜੀਵਨ 'ਚ ਆਪਾਂ ਸੁਣਿਆ ਕਿ ਮਾਤਾ ਸੁੰਦਰ ਕੌਰ ਹੁਣਾਂ ਨੇ ਵੀ 40 ਸਾਲ 10ਵੇਂ ਪਾਤਸ਼ਾਹ ਬਾਅਦ ਸੇਵਾ ਕੀਤੀ ਹੈ। ਭਾਈ ਮਨੀ ਸਿੰਘ ਦੀ ਸੇਵਾ ਹਰਮੰਦਰ ਸਾਹਿਬ ਲਾਈ ਮਾਤਾ ਸਾਹਿਬ ਕੌਰ ਜੀ ਹੁਣਾਂ ਨੇ, ਮਾਤਾਵਾਂ ਨੇ ਮਿਲ ਕੇ। ਇਸ ਕਰਕੇ ਉਹ ਗੱਲਾਂ ਨੂੰ ਭੁਲਾਉਣਾ ਨਹੀਂ ਚਾਹੀਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੁਝ ਸੰਗਤ ਨੂੰ ਨਾਲ ਲੈ ਕੇ ਦੱਖਣ ਵੱਲ ਤੁਰਨ ਲੱਗੇ। ਬਾਬਾ ਜੀ ਵਿਰਾਗ 'ਚ ਆ ਗਏ, ਉਹਨਾਂ ਦੀਆਂ ਅੱਖਾਂ 'ਚ ਅੱਥਰੂ ਆ ਗਏ। ਮਹਾਰਾਜ ਢਾਰਸ ਦਿੱਤੀ, ਗਲ ਨਾਲ ਲਾਇਆ ਤੇ ਚੜ੍ਹਦੀ ਕਲਾ 'ਚ ਰਹਿਣ ਦਾ ਹੁਕਮ ਕੀਤਾ। ਤਾਂ ਉੱਥੋਂ ਇਸ ਪ੍ਰਕਾਰ ਇਉਂ ਬਾਬਾ ਦੀਪ ਸਿੰਘ ਜੀ ਗੁਰੂ ਮਹਾਰਾਜ ਦੇ ਨਾਲ ਲਗਭਗ 10 ਮਹੀਨੇ ਰਹੇ। ਮਹਾਰਾਜ ਜਾਣ ਤੋਂ ਮਗਰੋਂ ਬਾਬਾ ਜੀ ਨੇ ਬਾਬਾ ਦੀਪ ਸਿੰਘ 2 ਸਾਲ ਤੋਂ ਵੱਧ ਉੱਥੇ ਰਹੇ। ਇਸ ਤਰ੍ਹਾਂ ਉਹਨਾਂ ਨੇ ਲਗਭਗ 3 ਸਾਲ ਦਮਦਮਾ ਸਾਹਿਬ, ਪਹਿਲੇ 9 ਮਹੀਨੇ 9.5 ਮਹੀਨੇ ਉਹ ਹੋ ਗਏ, ਬਾਕੀ 2 ਸਾਲ ਤੋਂ ਉੱਤੇ ਸਮਾਂ, ਕੁੱਲ 3 ਸਾਲ ਦਮਦਮਾ ਸਾਹਿਬ ਦੀ ਸੇਵਾ ਕੀਤੀ। ਬਾਬਾ ਜੀ ਦਾ ਬੁਰਜ ਵੀ ਉੱਥੇ, ਘੜਾ ਵੀ ਪਿਆ ਜਿੱਥੇ ਜਲ ਛਕਦੇ, ਸਾਰੀਆਂ ਨਿਸ਼ਾਨੀਆਂ ਵੀ ਨੇ। ਇਸ ਕਰਕੇ ਆਮ ਸੰਗਤਾਂ ਨੂੰ ਭਰਮ ਭੁਲੇਖਿਆਂ 'ਚ ਨਹੀਂ ਪੈਣਾ ਚਾਹੀਦਾ ਕਿ ਜਿਹੜੇ ਲੋਕ ਗੁੰਮਰਾਹ ਹੋ ਜਾਂਦੇ ਨੇ, ਉਹ ਗਲਤ ਪ੍ਰਚਾਰ ਕਰਦੇ ਨੇ, ਉਹਨਾਂ ਵੱਲ ਧਿਆਨ ਹੀ ਨਾ ਦਿਓ, ਸੁਣੋ ਹੀ ਨਾ ਉਹਨਾਂ ਨੂੰ। ਭਾਈ ਦੀਪ ਸਿੰਘ ਗੁਰੂ ਮਹਾਰਾਜ ਦੀ ਆਗਿਆ ਅਨੁਸਾਰ ਦਮਦਮਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਸੇਵਾ ਕਰਨ ਲੱਗ ਪਏ। ਆਪ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਜਾਣਾ ਬਾਬਾ ਜੀ ਨੇ। ਬਾਬਾ ਜੀ ਦੀ ਮੌਜ ਸੀ, 11 ਤੋਂ 1 ਵਜੇ ਤੱਕ ਹੀ ਲਗਭਗ ਆਰਾਮ ਕਰਦੇ ਸੀ ਬਾਬਾ ਜੀ। ਫੇਰ ਉੱਠ ਕੇ ਭਜਨ ਹੁੰਦਾ, ਇਸ਼ਨਾਨ ਪਾਣੀ ਤੋਂ ਬਾਅਦ ਬਾਣੀ ਦੇ ਪਾਠ ਕੀਰਤਨ ਹੁੰਦਾ, ਫਿਰ ਬਾਬਾ ਜੀ ਕਥਾ ਕਰਦੇ ਹੁੰਦੇ ਸੀ। ਇੱਥੋਂ ਫਿਰ ਕਥਾ ਸ਼ੁਰੂ ਹੋਈ। 10ਵੇਂ ਪਾਤਸ਼ਾਹ ਨੇ ਕਿਹਾ ਸੀ, ਆ ਜਿਹੜੀ ਹੁਣ ਕਥਾ ਤੁਹਾਨੂੰ ਸੁਣਾਈ ਹੈ, ਇਹ ਹੁਣ ਕਥਾ ਤੁਸੀਂ ਕਰਨੀ ਹੈ ਤੇ ਅੱਗੇ ਗੁਰਸਿੱਖਾਂ ਨੂੰ ਸੁਣਾਉਣੀ ਹੈ। ਇੱਥੇ ਸੰਥਿਆ, ਇਹ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਅੱਜ ਤੋਂ ਥਾਪ ਦਿੱਤੀ। ਸਾਡੇ ਸਿੱਖਾਂ ਨੂੰ ਹੁਣ ਕਾਸ਼ੀ ਜਾਣ ਦੀ ਲੋੜ ਨਹੀਂ। ਉਹ ਜਿਹੜੀਆਂ ਕਲਮਾਂ ਸੀ, ਸ਼ਾਹੀ ਸੀ, ਦਵਾਤਾਂ ਸੀ, ਉਹ ਜਿੱਥੇ ਸਰੋਵਰ ਲਿਖਣਸਾਰ ਹੈ ਉਹਦੇ ਵਿੱਚ ਸੁੱਟ ਦਿੱਤੀਆਂ। ਬਚਨ ਕੀਤਾ, ਜਿਹੜਾ ਸਿੱਖ ਇਸ਼ਨਾਨ ਕਰਕੇ, ਇੱਥੇ ਕੇਸੀ ਇਸ਼ਨਾਨ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਸਾਹਮਣੇ ਊੜਾ ਐੜਾ ਈੜੀ ਸੱਸਾ ਹਾਹਾ ਸਾਰੀ ਮੁਹਾਰਨੀ ਲਿਖ ਦੇਵੇਗਾ, ਉਹ ਬੈਲ ਬੁੱਧੀ ਵਾਲਾ ਵੀ ਪੰਡਾ ਬੁੱਧੀ ਬਣ ਜਾਵੇਗਾ। ਕਈ ਕਹਿੰਦੇ ਨੇ ਅਸੀਂ ਜਾਂਦੇ ਹਾਂ, ਆਹ ਮਰਿਆਦਾ ਰੱਖਿਆ ਕਰੋ, ਪਹਿਲਾਂ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ ਕੇਸੀ, ਫੇਰ ਊੜਾ ਐੜਾ ਲਿਖਣਾ ਹੈ, ਪਹਿਲਾਂ ਦੇਗ ਵੀ ਕਰਾਓ, ਅਰਦਾਸ ਵੀ ਕਰੋ। ਮਹਾਰਾਜ 10ਵੇਂ ਪਾਤਸ਼ਾਹ ਜੀ ਆਪ ਦੇ ਬਚਨਾਂ ਅਨੁਸਾਰ ਅਰਦਾਸ ਇੱਥੇ ਊੜਾ ਐੜਾ ਲਿਖਣ ਲੱਗਿਆ ਜੀ। ਬੈਲ ਬੁੱਧੀ ਹੈ ਮਹਾਰਾਜ, ਅਸੀਂ ਕਿਰਪਾ ਕਰੋ, ਸਾਨੂੰ ਸਮੱਤ ਬਖਸ਼ੋ, ਸਾਨੂੰ ਬੁੱਧੀ ਬਖਸ਼ੋ। ਉਹ ਦਿਨ ਵਿੱਚ ਪਿੰਡ ਦੇ ਬੱਚਿਆਂ ਨੂੰ ਬਾਬਾ ਜੀ ਪੜ੍ਹਾਉਂਦੇ ਰਹੇ। ਇਲਾਕੇ ਵਿੱਚੋਂ ਬਹੁਤ ਸਾਰਿਆਂ ਲੋਕਾਂ ਨੇ ਬਾਬਾ ਜੀ ਕੋਲ ਆਪਣੇ ਬੱਚੇ ਛੱਡਣੇ। ਉਦੋਂ ਇਹ ਡਿਗਰੀਆਂ ਤਾਂ ਤੁਹਾਡੇ ਵਾਲੀਆਂ ਹੁੰਦੀਆਂ ਹੀ ਨਹੀਂ ਸੀਗੀਆਂ। ਉਦੋਂ ਤਾਂ ਪਿੰਡਾਂ ਵਿੱਚ ਇਹੀ ਹੁੰਦਾ ਸੀ, ਸਾਡਾ ਬੱਚਾ ਸਿੱਖ ਬਣ ਜੇ, ਸਿੰਘ ਸਾਜੇ, ਸੰਥਿਆ ਕਰੇ। ਬਾਬਾ ਜੀ ਨੇ ਬੜੇ ਪਾਠੀ ਤਿਆਰ ਕੀਤੇ, ਬਹੁਤ ਕਥਾ ਸਿਖਾਈ, ਬੜੀ ਬਾਣੀ ਲਿਖਣ ਲਾਏ, ਸਾਰੇ ਸ਼ੁੱਧ ਸੰਥਿਆ ਕਰਾਉਣੀ। ਕਈ ਵੱਡੀ ਉਮਰ ਦੇ ਸ਼ਰਧਾਲੂ ਵੀ ਗੁਰਬਾਣੀ ਪੜ੍ਹਨ ਲਈ ਬਾਬਾ ਜੀ ਕੋਲ ਆ ਜਾਂਦੇ। ਹੌਲੀ ਹੌਲੀ ਸਹਿਜੇ ਇਲਾਕੇ ਵਿੱਚ ਆਪ ਦੀ ਧੁੰਮ ਪੈ ਗਈ। ਕਈ ਵਾਰ ਦੂਰੋਂ ਨੇੜਿਓਂ ਬਹੁਤ ਗਿਣਤੀ ਸੰਗਤਾਂ ਆ ਜਾਂਦੀਆਂ ਸੀ, ਕਿਉਂਕਿ ਸਥਾਨ ਸੀ ਮਹਾਰਾਜ ਦਾ। ਦਿਨ ਤਿਉਹਾਰਾਂ ਤੇ ਇਹਨਾਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਜਾਂਦੀ। ਬਾਬਾ ਦੀਪ ਸਿੰਘ ਦੀ ਗੁਰਬਾਣੀ ਦੀ ਵਿਆਖਿਆ ਸੁਣ ਕੇ ਲੋਕ ਜਿਹੜੇ ਸੀ ਉਹ ਪ੍ਰਭਾਵਿਤ ਹੁੰਦੇ। ਕਿਉਂ? ਇਹ ਗੁਰਬਾਣੀ ਦੀ ਵਿਆਖਿਆ ਕਲਗੀਧਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ ਟਕਸਾਲ ਤੇ। ਟਕਸਾਲ ਤੋਂ ਬਾਅਦ ਜਿਹੜੇ ਕਥਾ ਕਰਦੇ ਨੇ, ਇਹਨਾਂ ਨੇ ਕਥਾ 'ਚ ਰਸ ਨਹੀਂ ਪੈਂਦਾ। ਕਿਉਂ? ਇਹ ਸਮਝਦੇ ਖਾਨੀ ਅਸੀਂ ਸਾਡੀ ਕਥਾ 'ਚ ਰਸ ਨਹੀਂ ਪੈਂਦਾ ਹੁੰਦਾ। ਇਹ ਤਾਂ ਜਿਹੜਾ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ, ਕਲਗੀਧਰ ਮਹਾਰਾਜ ਦੀ ਕਿਰਪਾ ਹੁੰਦੀ ਹੈ, ਮਹਾਰਾਜ ਆਪ ਹੀ ਕਿਰਪਾ ਕਰਦੇ ਨੇ। ਇਹ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਬਖਸ਼ਿਸ਼ ਕਰਕੇ ਆਪ ਸਾਰਾ ਕੁਝ ਕਰਵਾਉਂਦੇ ਨੇ। ਦੁਪਹਿਰ ਤੇ ਸ਼ਾਮੀ ਮਹਾਰਾਜ ਦਾ ਲੰਗਰ ਵਰਤਦਾ। ਬਾਬਾ ਜੀ ਆਏ ਗਏ ਦੀ ਬਹੁਤ ਸੇਵਾ ਕਰਦੇ, ਲੋੜਵੰਦਾਂ ਨੂੰ ਪ੍ਰਸ਼ਾਦ ਛਕਾਉਂਦੇ, ਹੋਰਾਂ ਨੂੰ ਪ੍ਰਸ਼ਾਦ ਛਕਾ ਕੇ ਫਿਰ ਪਿੱਛੋਂ ਬਚਿਆ ਆਪ ਸਕੰਦਾ ਦੀ ਮਰਿਆਦਾ ਵੀ ਕਰਦੇ।
ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਗੁਰ ਇਤਿਹਾਸ ਸੁਣਾਉਂਦੇ, ਫਿਰ ਸੋਦਰ ਰਹਿ ਰਾਸ ਦਾ ਪਾਠ ਹੁੰਦਾ। ਰਾਤ ਨੂੰ ਢਾਡੀ ਵਾਰਾਂ ਵੀ ਹੁੰਦੀਆਂ ਸੀ। ਇਉਂ ਸੰਗਤਾਂ ਵਿੱਚ ਵੀਰ ਰਸ ਤੇ ਉਤਸ਼ਾਹ ਵੀ ਭਰਿਆ ਜਾਂਦਾ। ਜਦੋਂ ਥੋੜਾ ਸਮਾਂ ਮਿਲਦਾ ਤਾਂ ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਸ਼ਬਦ ਲਿਖ ਕੇ ਪੋਥੀਆਂ ਤਿਆਰ ਕਰਦੇ ਰਹਿੰਦੇ। ਉਹ ਇਹ ਪੋਥੀਆਂ ਵੱਖ-ਵੱਖ ਥਾਵਾਂ ਤੇ ਭੇਜ ਦਿੰਦੇ ਤਾਂ ਜੋ ਵੱਧ ਤੋਂ ਵੱਧ ਲੋਕੀ ਪੜ੍ਹ ਕੇ ਲਾਭ ਉਠਾ ਸਕਣ। 1706 ਈਸਵੀ ਦੀ ਵਿਸਾਖੀ ਦੇ ਮੌਕੇ ਤੇ ਭਾਰੀ ਗਿਣਤੀ ਸੰਗਤਾਂ ਜੁੜੀਆਂ ਹੋਈਆਂ ਸੀ। ਗੁਰਦੁਆਰਾ ਸਾਹਿਬ ਵਿੱਚ ਪਾਣੀ ਲਿਆਉਣ ਲਈ ਸੰਗਤਾਂ ਸੇਵਾ ਕਰ ਰਹੀਆਂ ਸਨ। ਜਦੋਂ ਬਾਬਾ ਜੀ ਨੇ ਸੋਚਿਆ ਕਿ ਸੰਗਤ ਨੂੰ ਦੂਰੋਂ ਪਾਣੀ ਲਿਆਉਣ ਲੱਗਿਆਂ ਬਹੁਤ ਖੇਚਲ ਹੁੰਦੀ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਖੂਹ ਲੱਗ ਜਾਣਾ ਚਾਹੀਦਾ। ਉਸੇ ਦਿਨ ਉੱਥੇ ਇੱਕ ਵੱਡਾ ਖੂਹ ਲਵਾਉਣ ਦੀ ਤਿਆਰੀ ਲਈ ਟੱਕ ਲੱਗ ਗਿਆ। ਛੇਤੀ ਖੂਹ ਤਿਆਰ ਹੋ ਗਿਆ। ਇਸ ਕੰਮ ਲਈ ਸਿੱਖਾਂ ਨੇ ਬਹੁਤ ਭਾਰੀ ਹੱਥੀਂ ਸੇਵਾ ਕੀਤੀ। ਮਾਇਆ ਪੱਖੋਂ ਦਸਵੰਧ ਲਿਆ ਕੇ ਸੇਵਾ ਕੀਤੀ। ਥੋੜੇ ਚਿਰ ਮਗਰੋਂ ਗੁਰਦੁਆਰੇ ਸਾਹਿਬ ਨੂੰ ਵੱਡਾ ਤੇ ਪੱਕਾ ਕਰਨ ਲਈ ਵਿਚਾਰ ਹੋਈ। ਗੁਰਦੁਆਰਾ ਸਾਹਿਬ ਦੇ ਕੋਲ ਖੁੱਲੀ ਜ਼ਮੀਨ ਵਿੱਚ ਆਵੇ ਲਗਵਾਏ ਗਏ। ਇੱਟਾਂ ਪਕਵਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਸੇਵਾ ਕਰਵਾਈ। ਹੁਣ ਨਿੱਤ ਦੇ ਕੰਮ ਦੇ ਨਾਲ ਸੰਗਤਾਂ ਇਮਾਰਤ ਦੀ ਉਸਾਰੀ ਵਿੱਚ ਹੱਥ ਵਟਾਉਣ ਲੱਗੀਆਂ। ਇਸ ਕੰਮ ਵਿੱਚ ਭਾਈ ਬੁੱਢਾ ਸਿੰਘ ਨੇ ਭਾਈ ਦੀਪ ਸਿੰਘ ਦਾ ਹੱਥ ਵਟਾਏ। ਉਸ ਟਾਈਮ ਦੇ ਜਥੇਦਾਰ ਹੋਏ ਨੇ ਭਾਈ ਬੁੱਢਾ ਸਿੰਘ ਜੀ। ਇਹ ਵੀ ਦਸ਼ਮੇਸ਼ ਪਿਤਾ ਦੀ ਹਜ਼ੂਰੀ ਦੇ ਸਿੱਖਾਂ ਵਿੱਚੋਂ ਇੱਕ ਹੋਏ ਨੇ ਭਾਈ ਬੁੱਢਾ ਜੀ। ਸੋ ਬਾਬਾ ਜੀ ਨੇ ਦਮਦਮਾ ਸਾਹਿਬ ਦੇ ਗੁਰਦੁਆਰੇ ਵਿੱਚ ਅਤੇ ਇਹਦੇ ਇਰਦ ਗਿਰਦ ਚਾਰੇ ਪਾਸੇ ਬੜੇ ਦਰਖਤ ਲਗਵਾਏ ਸੀ। ਇਹ ਦੇਖੋ ਸਿਆਣਪ ਦੀ ਵੀ ਬਾਗ ਲੱਗਣ, ਚੰਗੇ ਦਰਖਤ ਲੱਗਣ। ਜਿਵੇਂ ਖਡੂਰ ਸਾਹਿਬ ਹੁਣ ਬਾਬਾ ਜੀ ਲਗਵਾ ਰਹੇ, ਬਾਬਾ ਸੇਵਾ ਸਿੰਘ ਜੀ ਸੇਵਾ ਕਰਵਾ ਰਹੇ ਨੇ, ਤੇ ਉਧਰੋਂ ਸੰਤ ਸੀਚੇਵਾਲ ਜੀ ਨੇ ਆਪਣਾ ਸੁਲਤਾਨਪੁਰ ਸਾਹਿਬ ਦਾ ਇਲਾਕਾ ਬਹੁਤ ਸੋਹਣਾ ਬਣਾਤਾ। ਭਾਈ ਜੇ ਸਾਰੇ ਐਂ ਲੱਗ ਜਾਣ ਕਰਨ ਤਾਂ ਪੰਜਾਬ ਦੇ ਵਿੱਚ ਕਿੰਨੇ ਬਾਗ ਹੋਣ, ਫੁੱਲ ਹੋਣ, ਸੋਹਣੇ ਪੰਜਾਬ ਨੂੰ ਫਿਰ ਸੁੰਦਰ ਬਣਾ ਸਕਦੇ ਆਪਾਂ ਨੇ। ਆਪਦੇ ਲਾਏ ਹੋਏ ਬੇਰਾਂ ਦੇ ਕੋਈ ਦਰਖਤ ਅਜੇ ਵੀ ਮੌਜੂਦ ਨੇ ਉੱਥੇ। ਇਹਨਾਂ ਨਾਲ ਬਹੁਤ ਮਿੱਠੇ ਬੇਰ ਲੱਗਦੇ। ਤਾਈਓ ਬਾਬੇ ਦੇ ਜੀਵਨ ਚ ਆਉਂਦਾ ਕਿ ਬਾਬਾ ਜੀ ਬੇਰ ਛਕਦੇ ਹੁੰਦੇ ਸੀ ਤੇ ਬਸ ਜਲ ਛਕ ਲੈਣਾ, ਬੇਰ ਛਕ ਲੈਣੇ, ਬਸ ਫਿਰ ਬਹਿ ਜਾਣਾ ਭਗਤੀ। ਜਾਂ ਬਾਬਾ ਜੀ ਛੋਲੇ ਭਨਾ ਕੇ ਰੱਖਿਆ ਕਰਦੇ ਸੀ, ਗੁੜ ਛੋਲੇ ਛਕ ਲੈਣੇ ਤੇ ਫਿਰ ਭਗਤੀ ਚ ਬੈਠ ਜਾਣਾ। ਇਉਂ ਬਾਬਾ ਦੀਪ ਸਿੰਘ ਨੇ ਲਗਭਗ 3 ਸਾਲ ਦਮਦਮਾ ਸਾਹਿਬ ਰਹਿ ਕੇ ਸੇਵਾ ਕੀਤੀ, ਸਿੱਖੀ ਦਾ ਪ੍ਰਚਾਰ ਕੀਤਾ। ਆਪਦੇ ਇਸ ਪ੍ਰਚਾਰ, ਵਿਦਵਤਾ, ਸੇਵਾ ਤੇ ਸੁਗੜਤਾ ਕਾਰਨ ਬਾਬਾ ਜੀ ਨੂੰ ਨੌਜਵਾਨੀ ਦੀ ਅਵਸਥਾ ਵਿੱਚ ਹੀ ਲੋਕੀ ਬਾਬਾ ਜੀ ਕਹਿਣ ਲੱਗ ਪਏ, ਕਿਉਂਕਿ ਕਰਮ ਤੋਂ ਬਾਬਾ ਹੋ ਜਾਂਦਾ ਹੈ। ਐ ਤਾਂ ਕਈ ਬਹੁਤ ਆਮ ਜਿਹੜੇ ਹੁੰਦੇ ਨੇ ਕਈ ਸਾਲਾਂ ਦੇ, ਉਹਨਾਂ ਲੋਕ ਕਹਿੰਦੇ ਬੁੜਾ ਆ ਗਿਆ, ਪਰ ਸਤਿਕਾਰ ਨਾਲ ਛੋਟੇ ਜਿਹੇ ਬੱਚੇ ਨੂੰ ਮਾਝੇ ਦੇ ਵਿੱਚ ਇਹ ਰਿਵਾਜ ਹੈ। ਕਈ ਲੋਕਾਂ ਨੇ ਨਾ ਕਈ ਥਾਈਂ ਵਿਚਰਿਆ ਨਹੀਂ ਹੁੰਦਾ, ਅਸੀਂ ਸਾਰੇ ਥਾਈਂ ਵਿਚਰੇ ਹੋਏ ਆ। ਮਾਝੇ ਦਾ ਰਿਵਾਜ ਹੈ, ਭਾਵੇਂ 3 ਸਾਲ ਦੇ ਨਿਆਣੇ ਨੂੰ ਚੋਲਾ ਪਾਇਆ ਹੋਵੇ, ਲੋਕ ਉੱਥੇ ਕਹਿਣਗੇ ਬਾਬਾ ਆ ਗਿਆ, ਬਾਬਾ ਚਲਿਆ ਗਿਆ, ਉਹ ਬਾਬਾ ਹੀ ਕਹਿੰਦੇ ਨੇ ਉੱਥੇ। ਕਈ ਲੋਕਾਂ ਨੂੰ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਹੈ ਵੀ ਕਿਹੜੇ ਇਲਾਕੇ 'ਚ ਕਿਹੜੀ ਬੋਲੀ ਹੈ। ਮਾਲਵੇ 'ਚ ਬਾਬਾ ਅੱਖਰ ਦਾਦੇ ਲਈ ਵਰਤਿਆ ਜਾਂਦਾ ਹੈ, ਉਹ ਕਿਉਂਕਿ ਜੇ ਕੋਈ ਦਾਦਾ ਉਹਨੂੰ ਉੱਥੇ ਬਾਬਾ ਜੀ ਕਹਿੰਦੇ ਨੇ, ਤੇ ਮਾਝੇ 'ਚ ਬਾਪੂ ਜੀ ਕਹਿੰਦੇ ਨੇ ਬਜ਼ੁਰਗ ਨੂੰ। ਆ ਨਕੋਦਰ ਦੇ ਇਲਾਕੇ 'ਚ ਬਾਪੂ ਸਹੁਰੇ ਨੂੰ ਕਹਿੰਦੇ ਨੇ। ਇਸ ਕਰਕੇ ਸਾਰਿਆਂ ਇਲਾਕਿਆਂ ਦੀ ਬੋਲੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। 1707 ਈਸਵੀ ਵਿੱਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਚੜ੍ਹਾਈ ਕਰ ਗਿਆ ਤਾਂ ਉਹਦਾ ਵੱਡਾ ਲੜਕਾ ਮੁਅੱਜ਼ਮ ਤਖਤ ਉੱਪਰ ਬੈਠਾ। ਇਹ ਬਹਾਦਰ ਸ਼ਾਹ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਹਨੂੰ ਤਖਤ ਉੱਤੇ ਬੈਠਿਆਂ ਜੇ ਥੋੜਾ ਸਮਾਂ ਹੀ ਹੋਇਆ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਜਾਬ ਛੱਡ ਕੇ ਦੱਖਣ ਵੱਲ ਚਲੇ ਗਏ। ਦੱਖਣ ਵੱਲ ਜਾਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਮੇਲ ਜਿਹੜਾ ਸੀ ਬੰਦਾ ਬਰਾਗੀ ਜਿਹੜਾ ਸੀ ਉਹਦੇ ਨਾਲ ਹੋਇਆ। ਗੁਰੂ ਸਾਹਿਬ ਨੇ ਉਹਨੂੰ ਅੰਮ੍ਰਿਤ ਛਕਾ ਕੇ ਉਹਨਾਂ ਦਾ ਨਾਂ ਭਾਈ ਗੁਰਬਖਸ਼ ਸਿੰਘ ਜੀ ਰੱਖਿਆ, ਪਰ ਪੰਥ ਬੰਦਾ ਸਿੰਘ ਬਹਾਦਰ ਨਾਮ ਨਾਲ ਯਾਦ ਕਰਦਾ। ਇਹ ਆਪਣੇ ਆਪ ਨੂੰ ਗੁਰੂ ਮਹਾਰਾਜ ਦਾ ਬੰਦਾ ਭਾਵ ਸੇਵਕ ਹੁੰਦਾ। ਸੇਵਕ ਬੰਦੇ ਨੂੰ ਕਹਿੰਦੇ ਬੰਦਾ, ਸੋ ਮਹਾਰਾਜ ਮੈਂ ਸੇਵਕ ਹਾਂ ਜੀ, ਇਸ ਲਈ ਇਹਨਾਂ ਦਾ ਨਾਂ ਬੰਦਾ ਪ੍ਰਸਿੱਧ ਹੋ ਗਿਆ। ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੇ ਉਹ ਜ਼ੁਲਮ ਸੁਣਾਏ, ਜ਼ਾਲਮਾਂ ਦਾ ਨਾਸ਼ ਕਰਨ ਲਈ ਗੁਰੂ ਸਾਹਿਬ ਨੇ ਹੁਕਮ ਅਨੁਸਾਰ ਬੰਦਾ ਸਿੰਘ ਬਹਾਦਰ ਨੂੰ 1708 ਈਸਵੀ ਵਿੱਚ ਪੰਜਾਬ ਭੇਜਿਆ। ਉਹਨਾਂ ਦੀ ਅਗਵਾਈ ਵਿੱਚ ਸਿੱਖ ਫੌਜਾਂ ਜਥੇਬੰਦ ਹੋਣ ਲੱਗੀਆਂ। ਸੋ ਉਹਨਾਂ ਨੇ ਜ਼ਾਲਮ ਹਾਕਮਾਂ ਨਾਲ ਲੜਾਈ ਕੀਤੀ। ਸਿੱਖਾਂ ਅੰਦਰ ਇੱਕ ਨਵਾਂ ਜੋਸ਼ ਉੱਭਰਿਆ ਆਇਆ। ਬੰਦਾ ਬਹਾਦਰ ਨੂੰ ਪੰਜਾਬ ਭੇਜਣ ਮਗਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਗਏ ਸਨ। ਹੁਣ ਬੰਦਾ ਬਹਾਦਰ ਸਿੱਖਾਂ ਦਾ ਉਸ ਵਕਤ ਮਹਾਰਾਜ ਨੇ ਆਗੂ ਥਾਪਿਆ। ਇਹਦੇ ਵਿੱਚ ਨਾਲ ਇੱਕ ਚੀਜ਼ ਯਾਦ ਕਰਾ ਦਈਏ ਕਿ ਜਦੋਂ ਬਾਬਾ ਦੀਪ ਸਿੰਘ ਨੂੰ ਬਹੁਤ ਬਰਾਗ ਹੋਇਆ ਤਾਂ ਬਾਬਾ ਜੀ 10ਵੇਂ ਪਾਤਸ਼ਾਹ ਤੋਂ ਪਹਿਲਾਂ ਆਗਿਆ ਲੈ ਸੀ ਮਿਲਣ ਵੀ ਆਉਣਾ। ਬਾਬਾ ਜੀ ਉਦੋਂ ਗਏ ਵੀ ਸੀ, ਹਜੂਰ ਸਾਹਿਬ ਵੀ ਗਏ, ਕਿਉਂਕਿ ਜਦੋਂ ਇਹ ਵੀ ਇਤਿਹਾਸ ਚ ਆਉਂਦਾ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੌਂਪੀ ਆ,
ਉਦੋਂ ਬਾਬਾ ਜੀ ਤਾਬਿਆ ਪੰਜ ਸਿੰਘਾਂ ਵਿੱਚ ਖੜੇ ਸੀ। ਬਾਅਦ ਚ ਬਾਬਾ ਜੀ ਫਿਰ ਆਏ ਸੀ ਵਾਪਸ, ਕਿਉਂਕਿ ਉੱਥੋਂ ਹੀ ਫਿਰ ਆ ਕੇ ਬਾਅਦ ਚ ਬੰਦੇ ਬਹਾਦਰ ਨਾਲ ਮਿਲੇ ਸੀ। ਬਾਬਾ ਦੀਪ ਸਿੰਘ ਨੇ ਸੁਣਿਆ ਕਿ ਬਾਬਾ ਬੰਦਾ ਬਹਾਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਆਦੇਸ਼ ਮੁਤਾਬਕ ਪੰਜਾਬ ਆਏ ਹੋਏ ਨੇ ਤੇ ਉਹਦੀ ਕਮਾਨ ਹੇਠ ਸਿੱਖ ਚੜ੍ਹਦੀ ਕਲਾ ਵਿੱਚ ਵਿਚਰ ਰਹੇ ਨੇ। ਬਾਬਾ ਦੀਪ ਸਿੰਘ ਦੇ ਮਨ ਵਿੱਚ ਆਇਆ ਕਿ ਉਹ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਬਹਾਦਰ ਨਾਲ ਸ਼ਾਮਲ ਹੋਣ ਅਤੇ ਸਿੱਖੀ ਸ਼ਾਨ ਨੂੰ ਵਧਾਉਣ ਲਈ ਮੈਦਾਨ ਵਿੱਚ ਨਿੱਤਣ। ਸੋ ਬਾਬਾ ਜੀ ਨੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਸੁਨੇਹੇ ਭੇਜੇ। ਥੋੜੇ ਦਿਨਾਂ 'ਚ ਹਜ਼ਾਰਾਂ ਸਿੱਖ ਦਮਦਮਾ ਸਾਹਿਬ ਇਕੱਠੇ ਹੋ ਗਏ। ਕਈ ਸੂਰਮੇ ਘੋੜੇ ਲੈ ਕੇ ਆਏ ਭੇਟਾ ਕਰਨ ਲਈ। ਸੰਗਤਾਂ ਕੋਈ ਨਾ ਕੋਈ ਸ਼ਸਤਰ ਲੈ ਕੇ ਪਹੁੰਚੀਆਂ। ਥੋੜੇ ਜਿਹੇ ਸਮੇਂ 'ਚ ਸ਼ਸਤਰਾਂ ਦਾ ਢੇਰ ਲੱਗ ਗਿਆ। ਬਾਬਾ ਦੀਪ ਸਿੰਘ ਜੀ ਨੇ ਆਪਣੇ ਸੱਦੇ ਤੇ ਆਏ ਸਿੱਖਾਂ ਨੂੰ ਵੰਗਾਰ ਕੇ ਆਖਿਆ, ਜੋ ਸਿੱਖ ਸੂਰਮੇ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਮਿਲ ਕੇ ਸਿੱਖਾਂ ਵਾਸਤੇ ਲੜਨਾ ਚਾਹੁੰਦੇ ਹਨ ਉਹ ਮੈਦਾਨ ਵਿੱਚ ਨਿੱਤਰਨ। ਸੈਂਕੜੇ ਹੀ ਸਿੱਖ ਉਸ ਵੇਲੇ ਤਿਆਰ ਹੋ ਗਏ। ਉਹਨਾਂ ਵਿੱਚੋਂ ਕੁਝ ਘੋੜਸਵਾਰ ਬਾਬਾ ਜੀ ਨੇ ਕਈ ਗੱਡਿਆਂ ਦਾ ਪ੍ਰਬੰਧ ਕੀਤਾ ਤੇ ਆਪਣੇ ਸਾਥੀਆਂ ਸਮੇਤ ਤੁਰਨ ਲਈ ਤਿਆਰੀਆਂ ਕਰ ਲਈਆਂ। ਦਮਦਮਾ ਸਾਹਿਬ ਦੇ ਗੁਰਦੁਆਰੇ ਸੇਵਾ ਭਾਈ ਨੱਥਾ ਸਿੰਘ ਨੂੰ ਸੌਂਪ ਕੇ ਬਾਬਾ ਦੀਪ ਸਿੰਘ ਦੇਸ਼ ਦੇ ਉਧਾਰ ਅਤੇ ਜ਼ਾਲਮਾਂ ਦੇ ਖਾਤਮੇ ਲਈ ਮੈਦਾਨ ਜੰਗ 'ਚ ਕੁੱਦ ਪਏ। ਗੁਰਦੁਆਰੇ ਵਿੱਚ ਭਾਈ ਨੱਥਾ ਸਿੰਘ ਦੇ ਨਾਲ 100 ਸੇਵਕ ਪਿੱਛੇ ਰਿਹਾ। ਬਾਬਾ ਜੀ ਨੇ ਉਹਨਾਂ ਨੂੰ ਗੁਰਬਾਣੀ ਦੇ ਪ੍ਰਚਾਰ ਅਤੇ ਆਏ ਗਏ ਦੀ ਸੇਵਾ ਦੀ ਹਦਾਇਤ ਕੀਤੀ। ਇਉਂ ਬਾਬਾ ਜੀ ਸੈਂਕੜੇ ਸਾਥੀਆਂ ਸਮੇਤ ਦਮਦਮਾ ਸਾਹਿਬ ਤੋਂ ਤੁਰ ਪਏ। ਰਸਤੇ ਵਿੱਚ ਜਿਉਂ-ਜਿਉਂ ਉਹ ਅੱਗੇ ਵੱਧਦੇ ਗਏ ਅਨੇਕਾਂ ਹੋਰ ਸਿੱਖ ਵੀ ਉਹਨਾਂ ਨਾਲ ਸ਼ਾਮਲ ਹੁੰਦੇ ਗਏ। ਬਾਬਾ ਬੰਦਾ ਸਿੰਘ ਨਾਲ ਸ਼ਾਮਲ ਹੋਣ ਤੱਕ ਬਾਬਾ ਦੀਪ ਸਿੰਘ ਦੇ ਨਾਲ ਹਜ਼ਾਰਾਂ ਸਿੱਖ ਸਨ। ਉਹਨਾਂ ਵਿੱਚੋਂ 300-400 ਘੋੜਸਵਾਰ ਵੀ ਸਨ। ਬਾਬਾ ਦੀਪ ਸਿੰਘ ਵਰਗੀ ਉੱਚੀ ਸ਼ਖਸੀਅਤ ਦਾ ਬਾਬਾ ਬੰਦਾ ਬਹਾਦਰ ਸਿੰਘ ਦੇ ਨਾਲ ਜਾ ਕੇ ਮਿਲਣਾ ਬੜਾ ਹੀ ਲਾਭਦਾਇਕ ਸਾਬਤ ਹੋਇਆ। ਜਿਉਂ-ਜਿਉਂ ਦੂਰ-ਦੂਰ ਦੇ ਸਿੱਖਾਂ ਨੇ ਸੁਣਿਆ ਕਿ ਬਾਬਾ ਦੀਪ ਸਿੰਘ ਨੇ ਬੰਦਾ ਬਹਾਦਰ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਅਨੇਕਾਂ ਸਿੱਖ ਵੀਰਾਂ ਘੱਤ ਕੇ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋਣ ਲੱਗ ਪਏ। ਸਨ 1708 ਤੋਂ 1715 ਤੱਕ 7 ਸਾਲ ਬਾਬਾ ਦੀਪ ਸਿੰਘ ਨੇ ਬੰਦਾ ਬਹਾਦਰ ਦੀ ਹਰ ਯੁੱਧ ਤੇ ਹਰ ਮੁਹਿੰਮ ਵਿੱਚ ਸਹਾਇਤਾ ਕੀਤੀ। ਇਹ ਧਿਆਨ ਰੱਖੋ ਕਿ ਬਾਬਾ ਜੀ ਦੀ ਸੇਵਾ ਕਿੰਨੀ ਹੈ। 1708 ਤੋਂ ਤੇ 1715 ਤੱਕ ਬੰਦਾ ਬਹਾਦਰ ਨੇ ਬਾਬਾ ਦੀਪ ਸਿੰਘ ਤੇ ਹੋਰ ਸਿੱਖ ਸੂਰਮਿਆਂ ਦੀ ਮਦਦ ਨਾਲ ਸਮਾਣਾ, ਸਢੌਰਾ, ਸਹਾਰਨਪੁਰ ਤੇ ਸਰਹੰਦ ਆਦਿ ਹੋਰ ਸਾਰੇ ਇਲਾਕੇ ਜਿੱਤ ਲਏ। ਸੋ ਬਾਬਾ ਜੀ ਨੂੰ ਅਨੰਦਪੁਰ ਸਾਹਿਬ 'ਚ ਸ਼ਹੀਦੀ ਖਿਤਾਬ। ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਹੋਣ ਉਪਰੰਤ ਹੀ ਬੰਦਾ ਬਹਾਦਰ ਪਹਾੜਾਂ ਤੋਂ ਮੈਦਾਨਾਂ 'ਚ ਆ ਗਿਆ। ਸਿੱਖਾਂ ਦੀ ਸਹਾਇਤਾ ਨਾਲ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਜ਼ਾਲਮ ਹਾਕਮਾਂ ਨੂੰ ਮਾਰ ਦਿੱਤਾ ਗਿਆ। ਕੁਝ ਦੇਰ ਮਗਰੋਂ ਬੰਦਾ ਬਹਾਦਰ 3 ਮਹੀਨਿਆਂ ਤੋਂ ਬਾਅਦ ਅਨੰਦਪੁਰ ਸਾਹਿਬ ਵਿੱਚ ਰਿਹਾ। ਬਾਬਾ ਦੀਪ ਸਿੰਘ ਤੇ ਉਹਨਾਂ ਦੇ ਕੁਝ ਸਾਥੀ ਵੀ ਬੰਦੇ ਨਾਲ ਸੀ। ਸਾਰੀਆਂ ਮੁਹਿੰਮਾਂ ਵਿੱਚ ਬਾਬਾ ਦੀਪ ਸਿੰਘ ਦਾ ਜਥਾ ਹਮੇਸ਼ਾ ਅੱਗੇ ਰਹਿੰਦਾ ਰਿਹਾ। ਬਾਬਾ ਜੀ ਆਪ ਸ਼ੇਰਾਂ ਵਾਂਗ ਗੱਜਦੇ ਤੇ ਬਿਜਲੀ ਦੀ ਤਰ੍ਹਾਂ ਕੜਕਦੇ। ਇਹਨਾਂ ਨੇ ਲੜਾਈਆਂ ਮਗਰੋਂ ਹੁਣ ਕੁਝ ਸੁੱਖ ਦਾ ਸਾਹ ਲਿਆ। ਕੁਝ ਦੇਰ ਇੱਥੇ ਸ਼ਾਂਤ ਵਾਯੂ ਮੰਡਲ ਵਿੱਚ ਰਹਿ ਕੇ ਬਾਬਾ ਜੀ ਨੇ ਮੁੜ ਅਨੰਦਪੁਰ ਸਾਹਿਬ ਦੀ ਪੁਰਾਣੀ ਯਾਦ ਤਾਜ਼ਾ ਕੀਤੀ। ਅਨੰਦਪੁਰ ਸਾਹਿਬ ਠਹਿਰਨ ਸਮੇਂ ਦੋਨੋਂ ਵਕਤ ਦੀਵਾਨ ਸਜਦੇ, ਸ਼ਬਦ ਕੀਰਤਨ ਹੁੰਦਾ, ਗੁਰਮਤਿ ਦਾ ਪ੍ਰਚਾਰ ਹੁੰਦਾ। ਬਾਬਾ ਦੀਪ ਸਿੰਘ ਜੀ ਗੁਰਸ਼ਬਦ ਦੀ ਕਥਾ ਤੇ ਗੁਰਬਾਣੀ ਦੀ ਵਿਆਖਿਆ ਬਹੁਤ ਕੀਤੀ ਉੱਥੇ। ਜਿਵੇਂ ਦਮਦਮਾ ਸਾਹਿਬ ਵਿੱਚ ਆਪ ਨੇ ਰਹਿ ਕੇ ਗੁਰਬਾਣੀ ਦਾ ਪ੍ਰਚਾਰ ਕਰਕੇ ਨਾਮਣਾ ਖੱਟਿਆ, ਇਸੇ ਤਰ੍ਹਾਂ ਹੀ ਇੱਥੇ 3 ਮਹੀਨਿਆਂ ਵਿੱਚ ਆਪ ਨੇ ਬਹੁਤ ਸ਼ਲਾਘਾ ਪ੍ਰਾਪਤ ਕੀਤੀ। ਬਾਬਾ ਜੀ ਬਹੁਤ ਸੋਹਣੀ ਕਥਾ, ਬਹੁਤ ਸੋਹਣੀ ਕਥਾ ਕਰਦੇ। ਜਿਹੜੇ ਇਹ ਕਹਿੰਦੇ ਵੀ ਇਹ ਹੋਇਆ ਨਹੀਂ, ਆਹ ਨਹੀਂ ਹੋਇਆ, ਇਹ ਵੱਡਿਆਂ ਨੂੰ ਲਾਜ ਨਹੀਂ ਲਾਈਦੀ ਹੁੰਦੀ, ਵੱਡਿਆਂ ਨੂੰ ਹਮੇਸ਼ਾ ਸਿਰ ਝੁਕਾਈਦਾ ਹੁੰਦਾ। ਇਸ ਕਰਕੇ ਨਿਆਣੀ ਮੱਤ ਨੂੰ ਛੱਡ ਦਿਓ, ਸਿਆਣੇ ਬਣੋ। ਇੱਕ ਦਿਨ ਸਵੇਰ ਦੇ ਦੀਵਾਨ ਵਿੱਚ ਬਾਬਾ ਦੀਪ ਸਿੰਘ ਜਦ ਕਥਾ ਕਰਕੇ ਬੈਠੇ, ਭੋਗ ਪੈਣ ਤੋਂ ਪਹਿਲਾਂ ਬੰਦਾ ਬਹਾਦਰ ਨੇ ਉੱਠ ਕੇ ਸੰਗਤਾਂ ਨੂੰ ਸੰਬੋਧਨ ਕੀਤਾ। ਉਸ ਨੇ ਆਖਿਆ, ਸਮਾਣਾ, ਸਢੌਰਾ, ਸਹਾਰਨਪੁਰ ਤੇ ਸਰਹੰਦ ਦੇ ਯੁੱਧਾਂ ਵਿੱਚ ਸਾਨੂੰ ਜੋ ਜਿੱਤਾਂ ਪ੍ਰਾਪਤ ਹੋਈਆਂ ਹਨ ਉਹ ਗੁਰੂ ਦੀ ਮਿਹਰ ਦਾ ਸਦਕਾ ਨੇ, ਮੇਰੇ ਨਾਲ ਦੇ ਸਿੰਘਾਂ ਨੇ ਅਤੇ ਬਾਬਾ ਦੀਪ ਸਿੰਘ ਤੇ ਉਹਨਾਂ ਦੇ ਜਥੇ ਨੇ ਬਹੁਤ ਘਾਲਣਾ ਘਾਲੀਆਂ ਨੇ। ਉਹਨਾਂ ਦੀ ਸ਼ਲਾਘਾ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ। ਬਾਬਾ ਦੀਪ ਸਿੰਘ ਹਰ ਸਮੇਂ ਮੈਦਾਨ ਵਿੱਚ ਅੱਗੇ ਰਹੇ ਨੇ। ਉਹਨਾਂ ਦਾ ਕੋਈ ਵਾਰ ਖਾਲੀ ਨਹੀਂ ਸੀ ਜਾਂਦਾ। ਉਹਨਾਂ ਦਾ ਲੰਬਾ ਕੱਦ, ਭਰਮਾ ਚਿਹਰਾ, ਲਾਲ ਭਖਦਾ ਰੰਗ ਤੇ ਬਾਹੂ ਵੱਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿੱਚ ਨਿਡਰਤਾ ਹੈ, ਸ਼ਹਾਦਤ ਦਾ ਚਾਅ ਹੈ ਅਤੇ ਗੁਰਬਾਣੀ ਨਾਲ ਪਿਆਰ ਹੈ। ਇਹ ਅਜਿਹੇ ਗੁਣਾਂ ਕਰਕੇ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਮਨ ਮੋਹ ਲਏ ਨੇ। ਬਾਬਾ ਦੀਪ ਸਿੰਘ ਗਿਆਨੀ ਵੀ ਹਨ ਤੇ ਪ੍ਰਚਾਰਕ ਵੀ ਹਨ ਅਤੇ ਨਾਲ ਹੀ ਉਹ ਇੱਕ ਬਹਾਦਰ ਤੇ ਨਿਰਭੈ ਯੋਧੇ ਵੀ ਹਨ। ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਕਹੇ ਹੋਏ ਲਫ਼ਜ਼ ਨੇ, ਜਿਨ੍ਹਾਂ ਨੇ ਬਾਬਾ ਜੀ ਨੂੰ ਕਿਹਾ, ਇਹ ਗਿਆਨੀ, ਬ੍ਰਹਮ ਗਿਆਨੀ, ਵਿਦਿਆ ਮਾਰਤੰਡ,
ਪ੍ਰਚਾਰਕ ਨਾਲ ਯੋਧੇ ਵੀ ਨੇ, ਸ਼ਸਤਰਧਾਰੀ ਵੀ ਨੇ, ਬੜੇ ਗੁਣ ਸੰਪੰਨ ਹਨ। ਬਾਬਾ ਦੀਪ ਸਿੰਘ ਆਪਣੀ ਉਪਮਾ ਸੁਣਦੇ ਹੀ ਇੱਕਦਮ ਦੀਵਾਨ ਵਿੱਚ ਉੱਠ ਕੇ ਖੜੇ ਹੋ ਗਏ। ਦੇਖੋ ਸਿੱਖ, ਜੇ ਸਾਡੇ ਵਰਗੇ ਦੀ ਉਪਮਾ ਕਰੀ ਹੀ ਫੁੱਲ ਜਾਂਦੇ ਆ। ਗਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਕਹਿਣ ਲੱਗੇ, ਬਸ ਕਰੋ, ਹੋਰ ਕੋਈ ਨਾ ਕਰੋ। ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਘਰ ਦਾ ਸੇਵਕ ਹਾਂ। ਇੱਥੇ ਆਨੰਦਪੁਰ ਸਾਹਿਬ ਰਹਿ ਕੇ ਮੈਂ ਗੁਰੂ ਜੀ ਕੋਲੋਂ ਅਮਰ ਛਕਿਆ, ਸਤਿਗੁਰਾਂ ਤੋਂ ਉਹਨਾਂ ਕੋਲੋਂ ਸਿੱਖਿਆ ਲਈ ਸੀ ਤੇ ਅਸੀਸਾਂ ਪ੍ਰਾਪਤ ਕੀਤੀਆਂ ਸਨ। ਇਹ ਸਭ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਨਾਲ ਹੀ ਹੈ ਮੈਂ ਕੁਝ ਸੇਵਾ ਕਰ ਸਕਿਆ। ਮੇਰੀ ਸਿਫਤ ਨਾ ਕਰੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਸਿਫਤਾਂ ਕਰੋ, ਉਹ ਉਹਨਾਂ ਦੇ ਗੁਣ ਗਾਓ। ਸਾਡੀਆਂ ਜਿੱਤਾਂ ਇਸ ਕਰਕੇ ਹੋਈਆਂ ਕਿ ਗੁਰੂ ਮਹਾਰਾਜ ਦਾ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਹੈ, ਸਾਡੀ ਪਿੱਠ ਤੇ ਉਹਨਾਂ ਦਾ ਹੱਥ ਹੈ। ਉਹ 10ਵੇਂ ਪਾਤਸ਼ਾਹ ਸਾਡੇ ਅੰਗ ਸੰਗ ਨੇ। ਇਹ ਸ਼ਹੀਦਾਂ ਦਾ ਸਤਿਕਾਰ ਕਰੋ, ਇਹ 10ਵੇਂ ਪਾਤਸ਼ਾਹ ਦਾ ਸਤਿਕਾਰ ਕਰੋ। ਸਾਧ ਸੰਗਤ ਜੀ, ਆਪਾਂ ਕੁਛ ਨਹੀਂ, ਇਹ 10ਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਬਾਬਾ ਦੀਪ ਸਿੰਘ ਨੇ ਜਦ ਇਹੋ ਜਿਹੇ ਨਿਮਰਤਾ ਭਰਪੂਰ ਤੇ ਦਰਦ ਭਰੇ ਸ਼ਬਦ ਕਹੇ, ਉੱਥੇ ਬੈਠੀਆਂ ਸੰਗਤਾਂ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸਿੱਖੀ, ਧੰਨ ਬਾਬਾ ਦੀਪ ਸਿੰਘ ਜੀ। ਸੰਗਤ ਵਿੱਚੋਂ ਇੱਕ ਬਜ਼ੁਰਗ ਨੇ ਆਖਿਆ, ਬਾਬਾ ਦੀਪ ਸਿੰਘ ਜਿੰਦਾ ਸ਼ਹੀਦ ਹੈ, ਇਸ ਨੂੰ ਸ਼ਹੀਦ ਦਾ ਖਿਤਾਬ ਦੇਣਾ ਚਾਹੀਦਾ। ਸੰਗਤਾਂ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ। ਆਪ ਦੇ ਇਸ ਖਿਤਾਬ ਤੋਂ ਹੀ ਸ਼ਹੀਦਾਂ ਦੀ ਮਿਸਲ ਚੱਲੀ ਹੈ। ਇਉਂ ਜਾਣ ਲਓ ਸ਼ਹੀਦਾਂ ਦੀ ਮਿਸਲ ਕਿੱਥੋਂ ਚੱਲੀ। ਸੰਗਤਾਂ ਨੇ ਜਿਉਂਦੇ ਜੀ ਬਾਬਾ ਜੀ ਨੂੰ ਕਿਹਾ, ਇਹ ਜਿਉਂਦਾ ਸ਼ਹੀਦ ਹੈ, ਸਾਡਾ ਜਿੰਦਾ ਸ਼ਹੀਦ ਹੈ, ਇਸ ਕਰਕੇ ਸ਼ਹੀਦ ਦਾ ਖਿਤਾਬ ਮਿਲਿਆ। ਉਹ ਤੋਂ ਸ਼ਹੀਦਾਂ ਦੀ ਮਿਸਲ ਚੱਲੀ। ਬਾਬਾ ਜੀ ਇਸ ਮਿਸਲ ਦੇ ਸਭ ਤੋਂ ਵੱਡੇ ਮੁਖੀ ਸਨ। ਇਸ ਮਿਸਲ ਵਿੱਚ ਆਪ ਦੇ ਨਾਲ ਕੁਝ ਹੋਰ ਮੁਖੀਏ ਵੀ ਸਨ। ਉਹਨਾਂ ਵਿੱਚੋਂ ਕੁਝ ਜਿਹੜੇ ਗੁਰਸਿੱਖ ਸਨ, ਉਹਨਾਂ ਦੇ ਨਾਮ ਆਪਾਂ ਨੂੰ ਇਸ ਪ੍ਰਕਾਰ ਪਤਾ ਹੀ ਹੈ। ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੇਲ, ਭਾਈ ਸੁੱਧ ਸਿੰਘ ਪਿੰਡ ਦੋਹਾ, ਭਾਈ ਦਰਗਾਹ ਸਿੰਘ, ਭਾਈ ਸ਼ੇਰ ਸਿੰਘ, ਭਾਈ ਹੀਰਾ ਸਿੰਘ ਆਦਿਕ ਸੀ। ਸ਼ਹੀਦਾਂ ਦੀ ਮਿਸਲ ਨੇ ਸਮੇਂ-ਸਮੇਂ ਸਿਰ ਦੇਸ਼ ਤੇ ਕੌਮ ਦੀ ਸੇਵਾ ਕੀਤੀ। ਸ੍ਰੀ ਅਨੰਦਪੁਰ ਸਾਹਿਬ 3 ਮਹੀਨੇ ਰਹਿ ਕੇ ਬਾਬਾ ਦੀਪ ਸਿੰਘ ਬੰਦਾ ਬਹਾਦਰ ਨਾਲ ਮਾਝੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਬੰਦਾ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬਚਨ ਦਿੱਤਾ ਸੀ ਕਿ ਉਹ ਜੀਵਨ ਭਰ ਗੁਰੂ ਦਾ ਬੰਦਾ ਰਹੇਗਾ। ਉਹਨਾਂ ਨੇ ਇਹ ਵੀ ਕਿਹਾ ਸੀ ਕਿ 5 ਸਿੰਘਾਂ ਦੀ ਸਲਾਹ ਵਿੱਚ ਰਹੇਗਾ। ਜਦ ਬੰਦਾ ਬਹਾਦਰ ਨੂੰ ਜਿੱਤਾਂ ਪ੍ਰਾਪਤ ਹੋਈਆਂ ਤਾਂ ਉਸ ਦੀ ਅਗਵਾਈ ਵਿੱਚ ਸਿੱਖ ਭਾਰੀ ਗਿਣਤੀ 'ਚ ਇਕੱਠੇ ਹੋ ਗਏ। ਉਹਨਾਂ ਦੀ ਹਰ ਪਾਸੇ ਜੈ ਜੈਕਾਰ ਹੋਣ ਲੱਗ ਪਈ। ਬੰਦਾ ਬਹਾਦਰ ਸਿੰਘ ਵਿੱਚ ਸਫਲਤਾ ਕਾਰਨ ਫਿਰ ਹਉਮੈ ਆ ਗਈ। ਦੇਖੋ, ਬਾਬਾ ਜੀ ਵਿੱਚ ਨਿਮਰਤਾ ਆਈ, ਉਹਨਾਂ ਵਿੱਚ ਫਿਰ ਇਹ ਹਉਮੈ ਆ ਗਈ। ਸਾਰੇ ਪੰਜਾਬ ਦਾ ਸਿੱਖਾਂ ਦਾ ਦਬਦਬਾ ਬੈਠਦਾ ਜਾ ਰਿਹਾ ਸੀ ਸਾਰਿਆਂ ਦਾ ਜਦੋਂ ਪੰਜਾਬ 'ਚ, ਪਰ ਬੰਦਾ ਇਹ ਸਮਝਣ ਲੱਗ ਪਿਆ ਕਿ ਸਭ ਜਿੱਤਾਂ ਉਸ ਦੀ ਬਹਾਦਰੀ ਦੇ ਕਾਰਨ ਹੀ ਨੇ। ਇੱਥੇ ਆ ਕੇ ਥੋੜਾ ਜਿਹਾ ਧਿਆਨ ਦੇਣਾ ਪੈਂਦਾ। ਜਦੋਂ ਚੜ੍ਹਦੀ ਕਲਾ ਹੋਣ ਲੱਗਦੀ ਨਾ ਕਿਸੇ ਦੀ ਵੀ, ਫਿਰ ਉਹਦੇ 'ਚ ਇਹ ਆਂਦੇ ਕਿ ਮੈਂ ਕਰ ਰਿਹਾ। ਨਹੀਂ, ਚੜ੍ਹਦੀ ਕਲਾ ਬਾਜਾਂ ਵਾਲੇ ਦੀ ਕਿਰਪਾ ਨਾਲ ਹੀ ਹੈ। ਜੇ ਚਾਹੁਣ ਤਾਂ ਚੜ੍ਹਦੀ ਕਲਾ ਹੁੰਦੀ ਹੈ, ਜੇ ਨਾ ਚਾਹੁਣ ਤਾਂ ਨਹੀਂ ਹੁੰਦੀ। ਫਿਰ ਇਸ ਕਰਕੇ ਹਮੇਸ਼ਾ ਇਹ ਗੱਲ ਯਾਦ ਰੱਖੋ, ਜਦੋਂ ਵੀ ਕੋਈ ਸੇਵਾ ਕਰੋ, ਕੋਈ ਸਿਮਰਨ ਕਰੋ, ਕੋਈ ਕਥਾ ਕਰੋ, ਕੁਝ ਵੀ ਕਰੋ, ਇਹੀ ਬਾਬਾ ਦੀਪ ਸਿੰਘ ਵਾਲੇ ਬਚਨ ਯਾਦ ਰੱਖਣੇ ਆ ਵੀ ਨਹੀਂ, ਬਾਬਾ ਜੀ ਨੇ ਕਿਹਾ ਨਾ ਵੀ ਕਲਗੀਧਰ ਮਹਾਰਾਜ ਦੀ ਕਿਰਪਾ, ਖਬਰਦਾਰ ਇਹ ਜਿਹੀਆਂ ਗੱਲਾਂ ਕੀਤੀਆਂ ਜੀ। ਸੋ ਉਹਦੇ ਮਨ ਵਿੱਚੋਂ ਸੇਵਾ ਦੀ ਭਾਵਨਾ ਅਲੋਪ ਹੋਣ ਲੱਗ ਪਈ। ਉਸ ਦੀ ਥਾਂ ਮਨ ਵਿੱਚ ਅਭਿਮਾਨ ਆਉਣਾ ਸ਼ੁਰੂ ਹੋ ਗਿਆ। ਉਹ ਇਹ ਭੁੱਲ ਗਏ ਕਿ ਉਸ ਦੀ ਸਫਲਤਾ ਸਿੱਖਾਂ ਦੇ ਸਹਿਯੋਗ ਕਾਰਨ ਸੀ। ਬੰਦਾ ਸਿੰਘ ਪ੍ਰਭਤਾ ਤੇ ਵਡਿਆਈ ਪਾ ਕੇ ਆਪੇ ਤੋਂ ਬਾਹਰ ਹੋਣ ਲੱਗ ਪਿਆ। ਉਹ ਸਿੱਖਾਂ ਉੱਪਰ ਗੁਰੂ ਸਾਹਿਬ ਵਾਂਗ ਹੁਕਮ ਹਾਸਲ ਕਰਨਾ ਚਾਹੁੰਦਾ ਸੀ। ਉਹਨੇ ਹਰਮੰਦਰ ਸਾਹਿਬ ਦੇ ਅੰਦਰ ਗੱਦੀ ਲਗਾ ਕੇ ਬੈਠਣਾ ਚਾਹਿਆ। ਸਿੱਖਾਂ ਨੇ ਇੰਜ ਕਰਨੋਂ ਵਰਜ ਦਿੱਤਾ। ਸਿੱਖਾਂ ਨੇ ਆਖਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤੁਹਾਨੂੰ ਗੁਰੂ ਨਹੀਂ ਸੀ ਥਾਪਿਆ, ਉਹਨਾਂ ਤਾਂ ਕੇਵਲ ਜੰਗੀ ਜਰਨੈਲ ਬਣਾ ਕੇ ਭੇਜਿਆ ਸੀ। ਹਰਮੰਦਰ ਸਾਹਿਬ ਵਿੱਚ ਤੁਸੀਂ ਗੱਦੀ ਲਗਾ ਕੇ ਨਹੀਂ ਬੈਠ ਸਕਦੇ। ਬੰਦਾ ਇੱਕ ਵਾਰ ਤਾਂ ਇੰਜ ਕਰਨੋਂ ਰੁਕ ਗਿਆ, ਪਰ ਫਿਰ ਉਸ ਨੇ ਇਹ ਖਿਆਲ ਕੀਤਾ ਕਿ ਉਹ ਜਿਵੇਂ ਕਰਨਾ ਚਾਹੇ ਕਰ ਸਕਦਾ ਹੈ। ਕਿਸੇ ਸਿੱਖ ਦੀ ਕੋਈ ਹਿੰਮਤ ਹੈ ਕਿ ਉਹਨੂੰ ਰੋਕ ਸਕੇ। ਸਨ 1716 ਦੀ ਵਿਸਾਖੀ ਨੂੰ ਸਿਰ ਉੱਪਰ ਛਤਰ ਝਲਾਉਂਦਾ ਉਹ ਹਰਮੰਦਰ ਸਾਹਿਬ ਦੇ ਅੰਦਰ ਗੱਦੀ ਲਗਾ ਕੇ ਬੈਠ ਗਿਆ। ਉਸ ਸਮੇਂ ਬਾਬਾ ਦੀਪ ਸਿੰਘ ਵੀ ਅੰਮ੍ਰਿਤਸਰ ਹੀ ਸਨ। ਉਹਨਾਂ ਨੇ ਜਦੋਂ ਖਬਰ ਸੁਣੀ, ਉਹ ਇੱਕਦਮ ਹਰਮੰਦਰ ਸਾਹਿਬ ਦੇ ਅੰਦਰ ਪਹੁੰਚ ਗਏ। ਉਹਨਾਂ ਉੱਥੇ ਬੈਠੀ ਸੰਗਤ ਦੇ ਸਾਹਮਣੇ ਸਖਤੀ ਨਾਲ ਬੰਦੇ ਨੂੰ ਵੰਗਾਰਿਆ। ਨਾਲ ਹੀ ਸੰਗਤ ਨੂੰ ਪ੍ਰੇਰਿਆ ਕਿ ਤੁਸੀਂ ਕਿਵੇਂ ਬੰਦੇ ਨੂੰ ਇਸ ਤਰ੍ਹਾਂ ਇੱਥੇ ਬਹਿਣ ਦਿੱਤਾ। ਬਾਬਾ ਦੀਪ ਸਿੰਘ ਦੀ ਗਰਜਵੀਂ ਆਵਾਜ਼ ਵਿੱਚ ਲਲਕਾਰੇ ਜਦੋਂ ਉਹਨਾਂ ਦਾ ਗੁੱਸੇ 'ਚ ਲਾਲ ਸੂਹਾ ਚਿਹਰਾ ਦੇਖ ਕੇ ਬੰਦਾ ਸਿਰ ਤੋਂ ਪੈਰਾਂ ਤੱਕ ਕੰਬ ਗਿਆ। ਉਸ ਸਮੇਂ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ
ਬਾਬਾ ਕਾਹਨ ਸਿੰਘ ਭੋਲਾ ਵੀ ਸੰਗਤ ਵਿੱਚ ਬੈਠੇ ਸਨ। ਉਹ ਦੋਵੇਂ ਇੱਕਦਮ ਕੁੱਦ ਕੇ ਉੱਠੇ। ਉਹਨਾਂ ਨੇ ਅੱਗੇ ਵੱਧ ਕੇ ਬੰਦੇ ਨੂੰ ਫੜ ਕੇ ਗਦੈਲੇ ਤੋਂ ਉਠਾਤਾ। ਬੰਦਾ ਉਸ ਸਮੇਂ ਤਾਂ ਹਰਿਮੰਦਰ ਸਾਹਿਬ ਤੋਂ ਬਾਹਰ ਆ ਗਿਆ, ਪਰ ਉਹਨੇ ਆਪਣੀ ਗਲਤੀ ਨਾ ਮੰਨੀ। ਜੇ ਤਾਂ ਉਹ ਆਪਣੀ ਭੁੱਲ ਦੀ ਮਾਫੀ ਮੰਗ ਲੈਂਦਾ ਤਾਂ ਮਾਮਲਾ ਖਤਮ ਹੋ ਜਾਂਦਾ। ਬੰਦਾ ਜਿੱਦੀ ਤੇ ਹੰਕਾਰੀ ਹੋ ਗਿਆ ਸੀ। ਉਹ ਸਿੱਖਾਂ ਦੇ ਸਮਝਾਉਣ ਬੁਝਾਉਣ ਤੇ ਵੀ ਆਪਣੇ ਜਿੱਦ ਤੇ ਕਾਇਮ ਰਿਹਾ। ਉਹਨੇ ਹਰ ਮਾਮਲੇ ਵਿੱਚ ਸਿੱਖ ਅਸੂਲਾਂ ਤੋਂ ਵੱਖ ਆਪਣੀ ਰਾਹ ਰੀਤੀ ਕਾਇਮ ਕਰਨ ਦੇ ਯਤਨ ਆਰੰਭ ਕਰਤੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਤੇ ਉਹਨੇ ਕੀ ਕਿਹਾ? ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ, ਦਰਸ਼ਨੀ ਫਤਿਹ ਬੁਲਾਉਣ ਦਾ ਹੁਕਮ ਕੀਤਾ। ਬੰਦੇ ਵੱਲੋਂ ਸਿੱਖ ਅਸੂਲਾਂ ਦੀ ਵਿਰੋਧਤਾ ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਸੀ? ਸਿੱਖਾਂ ਨੂੰ ਇੱਕ ਹੋਰ ਤੌਖਲਾ ਸੀ, ਉਹ ਇਹ ਕਿ ਪਿਛਲੇ ਕੁਝ ਸਾਲਾਂ ਵਿੱਚ ਬੰਦੇ ਨੇ ਜੋ ਕੰਮ ਕੀਤਾ ਸੀ ਕਿਤੇ ਉਹ ਖਤਮ ਹੀ ਨਾ ਹੋ ਜਾਵੇ। ਉਸ ਦੀ ਅਗਵਾਈ ਵਿੱਚ ਜੋ ਜਿੱਤਾਂ ਪ੍ਰਾਪਤ ਹੋਈਆਂ ਸਨ ਉਹ ਆਪਸੀ ਫੁੱਟ ਕਾਰਨ ਮਿੱਟੀ 'ਚ ਨਾ ਮਿਲ ਜਾਣ ਕਿਤੇ। ਇਸ ਲਈ ਸਿੱਖਾਂ ਵੱਲੋਂ ਬੰਦੇ ਨੂੰ ਸਮਝਾਉਣ ਬੁਝਾਉਣ ਲਈ ਬੜਾ ਉਪਰਾਲਾ ਹੋਇਆ, ਪਰ ਬੰਦਾ ਮੰਨਿਆ ਨਾ। ਬੰਦੇ ਬਹਾਦਰ ਨੂੰ ਇਹ ਵੀ ਦੱਸਿਆ ਗਿਆ ਕਿ ਸਿੱਖਾਂ ਵਿੱਚ ਫੁੱਟ ਪੰਥ ਨੂੰ ਤੇ ਦੇਸ਼ ਨੂੰ ਨੁਕਸਾਨ ਪਹੁੰਚਾਏਗੀ, ਵੈਰੀਆਂ ਦੇ ਹੌਸਲੇ ਬਦਲਣਗੇ, ਤੁਸੀਂ ਧਾਰਮਿਕ ਮਾਮਲਿਆਂ 'ਚ ਦਖਲ ਨਾ ਦੇਵੋ। ਪਰ ਬੰਦੇ ਨੇ ਇੱਕ ਵੀ ਨਾ ਮੰਨੀ। ਕੁਝ ਸਿੱਖ ਸਰਦਾਰਾਂ ਨੇ ਏਕਾ ਕਰਕੇ ਬੰਦੇ ਵਿਰੁੱਧ ਆਵਾਜ਼ ਉਠਾਈ। ਉਹਨਾਂ ਨੇ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕੱਠ ਕੀਤਾ। ਇਸ ਇਕੱਠ ਵਿੱਚ ਸੈਂਕੜੇ ਸਿੱਖ ਹੋਇਆ ਹਾਜ਼ਰ। ਉੱਥੇ ਪਹਿਲਾਂ ਤਾਂ ਬੰਦੇ ਦੇ ਵਤੀਰੇ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ। ਇਸ ਇਕੱਠ ਵਿੱਚ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ ਭੋਲਾ, ਭਾਈ ਫਤਿਹ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਧਰਮ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਕੇਸਰਾ ਸਿੰਘ, ਭਾਈ ਰਾਮ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਬਹਾਦਰ ਸਿੰਘ ਦੀਵਾਨ, ਭਾਈ ਬੁੱਢਾ ਸਿੰਘ ਤਾਰੂਕੇ, ਭਾਈ ਤੇਜਾ ਸਿੰਘ, ਭਾਈ ਨਗਾਈਆ ਸਿੰਘ, ਭਾਈ ਹਰੀ ਸਿੰਘ, ਭਾਈ ਹਰਸਾ ਸਿੰਘ ਅਤੇ ਬਹੁਤ ਸਾਰੇ ਪ੍ਰਸਿੱਧ ਸਿੱਖ ਸ਼ਾਮਲ ਹੋਏ। ਇਹਨਾਂ ਨੇ ਆਪਣੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਪ੍ਰੇਰਿਆ ਕਿ ਉਹ ਬੰਦੇ ਤੋਂ ਅੱਡ ਹੋ ਜਾਣ। ਇਹਨਾਂ ਸਭ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਿਵੇਕਸਰ ਦੇ ਕੰਢੇ ਤੇ ਆਪਣਾ ਡੇਰਾ ਲਾਇਆ। ਇਹਨਾਂ ਦੇ ਦਲ ਦਾ ਨਾਂ ਤਤ ਖਾਲਸਾ ਪਿਆ। ਕੁਝ ਕੁ ਸਿੱਖ ਤਾਂ ਬੰਦੇ ਦੇ ਨਾਲ ਰਹੇ। ਇਹਨਾਂ ਵਿੱਚੋਂ ਪ੍ਰਸਿੱਧ ਨਾਂ ਇਹ ਹਨ: ਭਾਈ ਬਾਜ ਸਿੰਘ, ਭਾਈ ਬਾਗ ਸਿੰਘ, ਭਾਈ ਬਲਾਕੀ ਸਿੰਘ, ਭਾਈ ਮੱਲੀ ਸਿੰਘ, ਭਾਈ ਈਸਰ ਸਿੰਘ ਤੇ ਭਾਈ ਮਾਨ ਸਿੰਘ ਆਦਿਕ। ਇਹਨਾਂ ਤੇ ਇਹ ਸਾਥੀ ਬੰਦਈ ਖਾਲਸਾ ਖਵਾਏ। ਇੱਕ ਤਤ ਖਾਲਸਾ ਬਣਿਆ, ਜਿਹੜੇ ਚੰਗੇ ਸਿੰਘ ਸੀ, ਇਹ ਬੰਦਈ ਖਾਲਸਾ ਬਣਿਆ। ਇਉਂ ਸਿੱਖਾਂ ਦੇ ਦੋ ਜਥੇ ਬਣ ਗਏ। ਸਵਾਲ ਉੱਠਿਆ ਕਿ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਕਿਹੜੇ ਜਥੇ ਕੋਲ ਹੋਵੇਗਾ? ਦੋਹਾਂ ਧਿਰਾਂ ਦੇ ਕੁਝ ਚੋਣਵੇਂ ਸਿੱਖ ਇਕੱਠੇ ਹੋਏ। ਆਪਸ ਵਿੱਚ ਬੜਾ ਖਿੱਚੋਤਾਣ ਹੋਈ, ਪਰ ਕੋਈ ਫੈਸਲਾ ਨਾ ਹੋ ਸਕਿਆ। ਉਦੋਂ ਬਾਬਾ ਦੀਪ ਸਿੰਘ ਤੇ ਉਹਨਾਂ ਦੇ ਸਾਥੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਨ। ਕੋਈ ਫੈਸਲਾ ਨਾ ਹੁੰਦਾ ਵੇਖ ਕੇ ਬਾਬਾ ਜੀ ਨੇ ਦੋਹਾਂ ਧਿਰਾਂ ਨੂੰ ਆਖਿਆ ਕਿ ਜੇ ਤੁਹਾਡੇ ਕੋਲੋਂ ਫੈਸਲਾ ਨਹੀਂ ਹੁੰਦਾ ਤਾਂ ਗੁਰੂ ਅੱਗੇ ਅਰਦਾਸ ਕਰਕੇ ਫੈਸਲਾ ਗੁਰੂ ਤੋਂ ਹੀ ਕਰਵਾ ਲਓ। ਉਹਨਾਂ ਤਜਵੀਜ਼ ਪੇਸ਼ ਕੀਤੀ ਕਿ ਦੋ ਕਾਗਜ਼ ਲਿਆਓ, ਇੱਕ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੋ, ਦੂਜੀ ਉੱਪਰ ਦਰਸ਼ਨੀ ਫਤਿਹ ਲਿਖੋ। ਦੋਹਾਂ ਨੂੰ ਅਰਦਾਸ ਕਰਕੇ ਹਰਿਮੰਦਰ ਸਾਹਿਬ ਦੀ ਹਰ ਕੀ ਪੌੜੀ ਤੇ ਖੜੇ ਹੋ ਕੇ ਸਰੋਵਰ ਦੇ ਵਿੱਚ ਮਾੜੇ ਵਿੱਚ ਉਦੋਂ ਛੋਟੇ ਛੋਟੇ ਰੋੜੇ ਜੇ ਪਾਰਨੇ ਹੁੰਦੇ ਸੀਗੇ ਵੀ ਪਰਚੀਆਂ ਥੱਲੇ ਨੂੰ ਇੱਕ ਵਾਰ ਡੁੱਬ ਜਾਣ, ਜਿਹੜੀ ਉੱਪਰ ਤਰ ਆਈ ਉਹ ਪਰਚੀ ਮੰਨੀ ਜਾਊਗੀ। ਜਿਹੜਾ ਕਾਗਜ਼ ਤਰ ਪਏ ਉਹ ਉੱਪਰ ਜਿਸ ਦੀ ਫਤਿਹ ਵਾਲਾ ਬੋਲ ਹੋਵੇ ਉਹ ਇੱਥੇ ਰਹੇ, ਦੂਜੀ ਧਿਰ ਹਰਿਮੰਦਰ ਛੱਡ ਕੇ ਚਲੀ ਜਾਵੇ। ਦੋਹਾਂ ਨੇ ਬਾਬਾ ਦੀਪ ਸਿੰਘ ਦੀ ਤਜਵੀਜ਼ ਮੰਨ ਲਈ। ਇੰਜ ਹੀ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਤਰ ਆਈ ਤੇ ਦੂਜੀ ਡੁੱਬ ਗਈ। ਸਿੱਖਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਲਾਉਣੇ ਸ਼ੁਰੂ ਕਰਤੇ। ਇਹਨਾਂ ਜਕਾਰਿਆਂ ਨਾਲ ਸਾਰਾ ਵਾਯੂ ਮੰਡਲ ਗੂੰਜ ਉੱਠਿਆ। ਇਉਂ ਰੱਬ ਨੇ ਫੈਸਲਾ ਕੀਤਾ। ਇਹ ਫੈਸਲਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਿਆ। ਇਹ ਫੈਸਲਾ ਗੁਰੂ ਦਾ ਫੈਸਲਾ। ਫੈਸਲੇ ਤਾਂ ਬਾਅਦ ਵਿੱਚ ਵੀ ਕਈ ਹੋਏ ਨੇ, ਪਰਚੀਆਂ ਤਾਂ ਬਾਅਦ ਵਿੱਚ ਵੀ ਪਾਈਆਂ ਸੀ ਕਿ ਇਹ ਬਾਣੀ ਹੈ ਕਿ ਨਹੀਂ ਬਾਣੀ ਰਾਗਮਾਲਾ, ਤੇ ਫਿਰ ਪਰਚੀ ਤਾਂ ਉੱਤੇ ਤਰਿਆ ਹੀ ਸੀ ਇਹ ਬਾਣੀ ਹੈ, ਪਰ ਫਿਰ ਮੰਨਣ ਵਾਲਿਆਂ ਨੇ ਮੰਨੀ ਨਹੀਂ। ਬਾਬਾ ਦੀਪ ਸਿੰਘ ਬੰਦੇ ਨਾਲੋਂ ਵੱਖਰੇ ਹੋ ਗਏ। ਬੰਦੇ ਦੇ ਸਾਥੀ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਗਏ। ਬਾਬਾ ਦੀਪ ਸਿੰਘ ਦੀ ਤਜਵੀਜ਼ ਦਾ ਸਦਕਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੜਾਈ ਹੁੰਦੀ ਬਚ ਗਈ। ਇਸ ਨਾਲ ਬਾਬਾ ਜੀ ਦਾ ਸਤਿਕਾਰ ਹੋਰ ਵੀ ਵਧਿਆ। ਬੰਦਾ ਬਹਾਦਰ ਦਾ ਹੰਕਾਰ ਖਤਮ ਹੋ ਗਿਆ। ਭਾਵ ਬੰਦਾ ਸਿੰਘ ਬਹਾਦਰ ਦਾ ਜਿਹੜਾ ਹੰਕਾਰ ਸੀ ਉਹ ਸਾਰਿਆਂ 'ਚ ਪ੍ਰਗਟ ਹੋ ਗਿਆ ਤੇ ਉਹ ਖਤਮ ਨਾ ਹੋਇਆ। ਇਸ ਲਈ ਬਾਬਾ ਦੀਪ ਸਿੰਘ ਦਾ ਬੰਦਾ ਬਹਾਦਰ ਨਾਲ ਮਤਭੇਦ ਹੋ ਜਾਣਾ ਕੁਦਰਤੀ ਸੀ। ਬਾਬਾ ਜੀ ਨੇ ਆਪਣੇ ਜਥੇ ਸਮੇਤ ਬੰਦੇ ਦਾ ਸਾਥ ਛੱਡ ਦਿੱਤਾ। ਉਹ ਦਮਦਮਾ ਸਾਹਿਬ ਚਲੇ ਗਏ। ਉੱਥੇ ਮੁੜ ਉਹਨਾਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ। ਗੁਰਬਾਣੀ ਦਾ ਪ੍ਰਚਾਰ ਕਰਨ ਲੱਗ ਪਏ। ਇਲਾਕੇ ਦੇ ਲੋਕਾਂ ਦੀਆਂ ਲੋੜਾਂ ਵੱਲ ਧਿਆਨ ਦੇ ਕੇ ਉਹਨਾਂ ਦੀ ਸਹਾਇਤਾ ਕਰਨ ਲੱਗੇ।
ਮਾਲਵੇ ਦੇ ਲੋਕ ਬਹੁਤ ਖੁਸ਼ ਹੋਏ ਕਿ ਬਾਬਾ ਦੀਪ ਸਿੰਘ ਜੀ ਵਾਪਸ ਆ ਗਏ। ਗੁਰਪੁਰਬਾਂ ਤੇ ਵਿਸਾਖੀ ਦੇ ਤੇ ਦੀਵਾਲੀ ਆਦਿਕ ਤਿਉਹਾਰਾਂ ਦੇ ਮੌਕੇ ਤੇ ਇਲਾਕੇ ਦੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਦਮਦਮਾ ਸਾਹਿਬ ਆ ਕੇ ਜੁੜਦੀਆਂ। ਇਹਨਾਂ ਮੌਕਿਆਂ ਤੇ ਬਾਬਾ ਦੀਪ ਸਿੰਘ ਉਹਨਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਦੇ, ਕਥਾ ਸੁਣਾਉਂਦੇ, ਅੰਮ੍ਰਿਤ ਛਕਾਉਂਦੇ। ਅੰਮ੍ਰਿਤ ਸੰਚਾਰ ਭਾਰੀ ਗਿਣਤੀ 'ਚ ਹੁੰਦੇ ਸੀ। ਹੌਲੀ-ਹੌਲੀ ਬਾਬਾ ਦੀਪ ਸਿੰਘ ਨੇ ਇਲਾਕੇ ਦੇ ਕਈ ਸਿੱਖਾਂ ਨੂੰ ਚੁਣ ਕੇ ਉਹਨਾਂ ਦੀ ਯੋਗਤਾ ਅਨੁਸਾਰ ਕੰਮ ਵੀ ਉਹਨਾਂ ਨੂੰ ਥਾਪਿਆ ਵੀ ਤੂੰ ਆਹ ਕੰਮ ਕਰਨਾ ਹੈ, ਤੂੰ ਆਹ ਸੇਵਾ ਕਰਨੀ ਹੈ। ਜੋ ਸਿੱਖ ਪ੍ਰਚਾਰ ਦੇ ਕੰਮ 'ਚ ਲਾਏ ਜਾਂਦੇ ਉਹ ਪਿੰਡਾਂ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਦੇ। ਕੁਝ ਸਿੱਖ ਇਲਾਕੇ 'ਚ ਫਿਰ ਕੇ ਸੰਗਤਾਂ 'ਚ ਜੰਗੀ ਜੋਸ਼ ਭਰਦੇ। ਜੋ ਸਿੱਖ ਸਰੀਰ ਵਿੱਚ ਤਕੜੇ ਅਤੇ ਦਿਲ ਦੇ ਮਜ਼ਬੂਤ ਦਿਸਦੇ ਉਹਨਾਂ ਨੂੰ ਸ਼ਸਤਰ ਵਿੱਦਿਆ ਤੇ ਘੋੜਸਵਾਰੀ ਲਈ ਕਹਿੰਦੇ। ਇਉਂ ਬਾਬਾ ਦੀਪ ਸਿੰਘ ਨੂੰ ਪਤਾ ਸੀ ਕਿ ਉਹਨਾਂ ਦੇ ਜਥੇ ਵਿੱਚ ਅਤੇ ਇਲਾਕੇ ਵਿੱਚ ਕੌਣ-ਕੌਣ ਕਿਹੜਾ-ਕਿਹੜਾ ਕੰਮ ਕਰ ਸਕਦਾ ਹੈ। ਦਮਦਮਾ ਸਾਹਿਬ ਵਿੱਚ ਬਾਬਾ ਦੀਪ ਸਿੰਘ ਨੇ ਮੁੜ ਕਥਾ ਤੇ ਵਿਖਿਆਨ ਕਰਨੀ ਆਰੰਭ ਕੀਤੀ। ਆਪ ਆਪਣੇ ਹੱਥੀਂ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਵੰਡਦੇ ਸੀ ਅਤੇ ਕਈ ਹੋਰ ਸਿੱਖਾਂ ਨੂੰ ਇਉਂ ਕਰਨ ਲਈ ਪ੍ਰੇਰਦੇ ਸੀ। ਚੰਗੀ ਲਿਖਾਈ ਕਰਨ ਵਾਲੇ ਕੁਝ ਕੁ ਸਿੱਖ ਉਹਨਾਂ ਕੋਲ ਰਹਿ ਕੇ ਗੁਰਬਾਣੀ ਲਿਖਦੇ। ਇਉਂ ਬਾਬਾ ਜੀ ਨੇ ਸੈਂਕੜੇ ਪੋਥੀਆਂ ਲਿਖਵਾ ਕੇ ਗੁਰਸਿੱਖਾਂ ਵਿੱਚ ਵੰਡੀਆਂ। ਬਹਾਦਰ ਸ਼ਾਹ ਦੀ ਮੌਤ ਪਿੱਛੋਂ ਬੰਦਾ ਬਹਾਦਰ ਦੀ ਸ਼ਹੀਦੀ ਜਿਹੜੀ ਹੋਈ, ਉਹਦਾ ਲੜਕਾ ਜਹਾਨ ਜਿਹੜਾ ਸੀ ਨਾ, ਜਹਾਨਦਾਰਾ ਖਾਨ, ਕੇਵਲ 1 ਸਾਲ ਹੀ ਤਖਤ ਉੱਪਰ ਬੈਠਿਆ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ। ਸੋ ਫਰਖਸ਼ੀਅਰ ਨੇ ਜੋ ਬਹਾਦਰ ਸ਼ਾਹ ਦਾ ਭਤੀਜਾ ਸੀ, ਉਹਨੇ ਜਹਾਨਦਾਰਾ ਖਾਨ ਕੋਲੋਂ ਤਖਤ ਖੋਹ ਲਿਆ। ਫਰਖਸ਼ੀਅਰ ਬੜਾ ਜ਼ਾਲਮ ਤੇ ਪੱਥਰ ਦਿਲ ਇਨਸਾਨ ਸੀ। ਉਹਦੀ ਨੀਤੀ ਸੀ ਕਤਲ ਕਰੋ, ਕਤਲ ਕਰੋ ਤੇ ਕਤਲ ਕਰੋ, ਬਸ ਕਿਸੇ ਵੀ ਵਿਰੋਧੀ ਨੂੰ ਜਿਉਂਦਾ ਨਾ ਛੱਡੋ। ਸਿੱਖਾਂ ਦੀ ਇਸ ਪ੍ਰਕਾਰ ਵਾਧੀ ਤਾਕਤ ਨੂੰ ਰੋਕਣ ਲਈ ਫਰਖਸ਼ੀਅਰ ਨੇ ਅਬਦੁਲ ਸਮਦ ਖਾਨ ਨੂੰ ਲਾਹੌਰ ਦਾ ਸੇਵਾ ਸੂਬੇਦਾਰ ਥਾਪਿਆ। ਅਬਦੁਲ ਸਮਦ ਖਾਨ ਨੂੰ ਸੋ ਉਹਨੇ ਸਿੱਖਾਂ ਉੱਪਰ ਬੜੀਆਂ ਸਖਤੀਆਂ ਕੀਤੀਆਂ। ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮਚ ਗਈ। ਅਬਦੁਲ ਸਮਦ ਖਾਨ ਨੇ ਗੁਰਦਾਸ ਨੰਗਲ ਤੋਂ ਬੰਦਾ ਬਹਾਦਰ ਨੂੰ ਘੇਰ ਕੇ ਉਸ ਨੂੰ ਤੇ ਉਹਦੇ ਕਈ ਸਾਥੀਆਂ ਨੂੰ ਪਕੜ ਲਿਆ। ਉਹਨਾਂ ਸਭ ਨੂੰ ਭਾਰੀ ਫੌਜ ਦੀ ਨਿਗਰਾਨੀ ਹੇਠ ਦਿੱਲੀ ਭਿਜਵਾਤਾ, ਜਿੱਥੇ ਫਰਖਸ਼ੀਅਰ ਨੇ ਬੜੀ ਬੇਰਹਿਮੀ ਨਾਲ ਬੰਦੇ ਨੂੰ ਤੇ ਉਹਦੇ ਲੜਕੇ ਨੂੰ ਸ਼ਹੀਦ ਕੀਤਾ। ਉਹਦੇ ਸੈਂਕੜੇ ਸਾਥੀਆਂ ਨੂੰ ਵੀ ਕਤਲ ਕਰਵਾ ਦਿੱਤਾ ਗਿਆ। ਇਉਂ ਬੰਦਾ ਬਹਾਦਰ ਦੀ ਸ਼ਹੀਦੀ ਦੀ ਖਬਰ ਦਮਦਮਾ ਸਾਹਿਬ ਪਹੁੰਚੀ ਤਾਂ ਬਾਬਾ ਦੀਪ ਸਿੰਘ ਨੇ ਆਖਿਆ, ਬੰਦਾ ਬੜਾ ਸੂਰਬੀਰ ਸੀ, ਉਹਨੇ ਪੰਥ ਦੀ ਸ਼ਾਨ ਉੱਚੀ ਕੀਤੀ ਸੀ, ਉਹਨੇ ਸਿੱਖਾਂ ਦਾ ਧਾਰਮਿਕ ਆਗੂ ਬਣਨ ਦਾ ਨਿਸਫਲ ਯਤਨ ਕੀਤਾ, ਇਸੇ ਲਈ ਤੱਤ ਖਾਲਸਾ ਤੋਂ ਵੱਖ ਹੋ ਗਿਆ। ਪਰ ਅੰਤ ਨੂੰ ਉਸਨੇ ਸ਼ਹੀਦੀ ਪ੍ਰਾਪਤ ਕਰਕੇ ਆਪਣੇ ਨਾਮ ਉੱਪਰ ਲੱਗਿਆ ਦਾਗ ਧੋ ਦਿੱਤਾ। ਉਹ ਜਦੋਂ ਗੁਰੂ ਜੀ ਨੂੰ ਦਿੱਤੇ ਬਚਨ ਤੋਂ ਫਿਰ ਗਿਆ ਤਾਂ ਅਸਾਂ ਉਹਦਾ ਸਾਥ ਛੱਡਿਆ ਸੀ, ਪਰ ਹੁਣ ਉਹ ਸ਼ਹੀਦ ਹੋ ਕੇ ਮੁੜ ਗੁਰੂ ਦੀ ਨਾਲ ਜੁੜ ਗਿਆ। ਇਸ ਕਰਕੇ ਸਾਡਾ ਸਿਰ ਉੱਚਾ ਹੋਇਆ ਕਿ ਬੰਦਾ ਦੁਸ਼ਮਣ ਅੱਗੇ ਝੁਕਿਆ ਨਹੀਂ, ਉਹਨੇ ਸ਼ਹੀਦੀ ਪਾਈ ਹੈ। ਆਪਣੀਆਂ ਅੱਖਾਂ ਸਾਹਮਣੇ ਬੱਚੇ ਦੀ ਸ਼ਹਾਦਤ ਦੇਖ ਕੇ ਵੀ ਉਹਦਾ ਮਨ ਨਹੀਂ ਡੋਲਿਆ। ਸਾਡੀ ਅਰਦਾਸ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੰਦਾ ਬਹਾਦਰ ਨੂੰ ਆਪਣੀ ਦਰਗਾਹ ਵਿੱਚ ਥਾਂ ਦੇਣ। ਇਹ ਬਾਬਾ ਜੀ ਨੇ ਅਰਦਾਸ ਵੀ ਕੀਤੀ ਵੀ ਸ਼ਹੀਦੀ ਪਾਈ ਆ ਉਹਨਾਂ ਨੇ। ਇਸ ਕਰਕੇ ਮਹਾਰਾਜ 10ਵੇਂ ਪਾਤਸ਼ਾਹ ਨੇ ਬਾਬਾ ਜੀ ਨੂੰ ਆਪਣੇ ਚਰਨਾਂ ਵਿੱਚ ਸਥਾਨ ਵੀ ਬਖਸ਼ਿਸ਼ ਕੀਤਾ। ਬਾਬਾ ਦੀਪ ਸਿੰਘ ਨੇ ਸੰਗਤ ਦੇ ਸਾਹਮਣੇ ਬੰਦੇ ਦੀ ਬੰਦ ਖਲਾਸੀ ਲਈ ਅਰਦਾਸ ਕੀਤੀ। ਅਰਦਾਸ ਮਗਰੋਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਬਾਬਾ ਜੀ ਨੇ ਕਿਹਾ, ਗੁਰੂ ਗੋਬਿੰਦ ਸਿੰਘ ਨੇ ਬੰਦਾ ਬਹਾਦਰ ਨੂੰ ਸਿੱਖ ਫੌਜ ਦਾ ਜਰਨੈਲ ਬਣਾ ਕੇ ਭੇਜਿਆ ਸੀ। ਉਹਦੀ ਅਗਵਾਈ ਵਿੱਚ ਸਿੱਖਾਂ ਨੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਇਹਨਾਂ ਜਿੱਤਾਂ ਖਾਤਰ ਅਨੇਕਾਂ ਸਿੱਖ ਸ਼ਹੀਦ ਹੋਏ। ਸਮੇਂ ਦੀ ਜ਼ਾਲਮ ਹਕੂਮਤ ਸਾਡਾ ਖੁਰਾ ਖੋਜ ਮਿਟਾਉਣਾ ਚਾਹੁੰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਨਾਲ ਨੇ। ਬੰਦਾ ਬਹਾਦਰ ਦੀ ਸ਼ਹੀਦੀ ਮਗਰੋਂ ਸਿੱਖਾਂ ਉੱਪਰ ਸਖਤੀਆਂ ਦਾ ਦੌਰ ਜਾਰੀ ਰਿਹਾ। ਸਿੱਖ ਜੰਗਲਾਂ ਵਿੱਚ ਜਥੇ ਬਣਾ ਕੇ ਰਹਿਣ ਲੱਗੇ, ਕਈ ਪਹਾੜਾਂ ਵੱਲ ਚਲੇ ਗਏ। ਇਤਨੇ ਅਤਿਆਚਾਰਾਂ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਉੱਚੇ ਸਨ। ਉਹਨਾਂ ਦੇ ਵੱਡੇ ਅੰਦੋਲਨ ਲਈ ਤਿਆਰੀਆਂ ਆਰੰਭਣੀਆਂ ਸ਼ੁਰੂ ਕਰ ਦਿੱਤੀਆਂ। ਸ਼ਹੀਦੀਆਂ ਪ੍ਰਾਪਤ ਕਰਨਾ ਉਸ ਸਮੇਂ ਦੇ ਸਿੱਖਾਂ ਲਈ ਖੇਡ ਸੀ। ਮਰਨ ਤੋਂ ਉਹ ਡਰਦੇ ਨਹੀਂ ਸਨ। ਮੌਤ ਨੂੰ ਮਖੌਲ ਸਮਝ ਕੇ ਹੱਸ-ਹੱਸ ਕੇ ਸ਼ਹੀਦੀਆਂ ਪਾਉਂਦੇ ਸਨ। ਉਹ ਦ੍ਰਿੜਤਾ ਦੇ ਵਿਸ਼ਵਾਸ ਨਾਲ ਮੈਦਾਨ ਵਿੱਚ ਨਿੱਤਰਦੇ ਸਨ। ਕਈ ਵਾਰ ਇੱਕ ਤੋਂ ਵੱਧ ਸਿੱਖ ਵੀ ਇਸ ਪ੍ਰਕਾਰ ਜਿਹੜੇ ਸੀ ਫਸ ਜਾਂਦੇ ਸੀ। ਜਦ ਉਹਨਾਂ ਨੂੰ ਤਸੀਹੇ ਦੇ ਕੇ ਮਾਰਨ ਲੱਗਦੇ ਤਾਂ ਉਹ ਇੱਕ ਦੂਜੇ ਤੋਂ ਅੱਗੇ ਹੋ ਕੇ ਪਹਿਲਾਂ ਸ਼ਹੀਦੀਆਂ ਲਈ ਵੱਧਦੇ ਸੀ। ਬੰਦੇ ਤੇ ਉਹਦੇ ਸਾਥੀਆਂ ਦੇ ਸ਼ਹੀਦ ਹੋਣ ਮਗਰੋਂ ਸ਼ਹੀਦੀਆਂ ਦਾ ਸਿਲਸਿਲਾ ਜਾਰੀ ਰਿਹਾ। ਅਬਦੁਲ ਸਮਦ ਖਾਨ ਦਾ ਲੜਕਾ ਖਾਨ ਬਹਾਦਰ ਜ਼ਕਰੀਆ ਖਾਨ 1726 ਤੋਂ 1744 ਤੱਕ ਪੰਜਾਬ ਦਾ ਸੂਬੇਦਾਰ ਰਿਹਾ। ਇਸ ਨੇ ਵੀ ਆਪਣੇ ਬਾਪ ਵਾਂਗ ਹੀ ਸਿੱਖਾਂ ਉੱਪਰ ਸਖਤੀਆਂ ਦਾ ਦੌਰ ਜਾਰੀ ਰੱਖਿਆ। ਉਹਦੇ ਸਮੇਂ ਵਿੱਚ ਅਨੇਕਾਂ ਸਿੱਖ ਸ਼ਹੀਦ ਕੀਤੇ ਗਏ। ਸਨ 1738 ਚ ਭਾਈ ਮਨੀ ਸਿੰਘ ਜੀ ਦਾ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ।
1 ਸਾਲ ਮਗਰੋਂ 1739 ਈਸਵੀ ਚ ਭਾਈ ਬੋਤਾ ਸਿੰਘ ਨੂੰ ਸ਼ਹੀਦ ਕੀਤਾ ਗਿਆ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮੀਰਾ ਕੋਟੀਆਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਜਿਹੜਾ ਇਹ ਸੀ ਮੱਸਾ ਰੰਗੜ, ਸ਼ਰਾਬ ਪੀ ਕੇ ਦਰਬਾਰ ਸਾਹਿਬ ਚ ਕੰਜਰੀਆਂ ਨਚਾਉਣ ਵਾਲਾ ਮੱਸਾ ਰੰਗੜ, ਇਹਨਾਂ ਨੇ ਫਿਰ ਜਾ ਕੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਮੀਰਾ ਕੋਟੀਆਂ ਨੇ ਮੱਸਾ ਰੰਗੜ ਦਾ ਸਿਰ ਵੱਢਿਆ ਸੀ। ਇਸ ਲਈ ਉਹਨਾਂ 1743 ਈਸਵੀ ਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਸੇ ਸਾਲ ਹੀ ਭਾਈ ਤਾਰੂ ਸਿੰਘ ਦੀ ਖੋਪੜੀ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਸਬੇਗ ਸਿੰਘ ਤੇ ਉਹਨਾਂ ਦੇ ਲੜਕੇ ਸ਼ਹਬਾਜ਼ ਸਿੰਘ ਨੂੰ ਚਰਖੜੀਆਂ ਚਾੜ ਕੇ ਬੜੀ ਬੇਰਹਿਮੀ ਨਾਲ ਗੰਨੇ ਵਾਂਗੂ ਪੀੜ ਕੇ ਸ਼ਹੀਦ ਕੀਤਾ ਗਿਆ। ਇਹੋ ਜਿਹੀਆਂ ਸਖਤੀਆਂ ਦੇ ਬਾਵਜੂਦ ਸਿੱਖ ਚੜ੍ਹਦੀ ਕਲਾ ਵਿੱਚ ਵਿਚਰਦੇ ਰਹੇ। ਉਹ ਬੇਅੰਤ ਮੁਸੀਬਤਾਂ ਤੇ ਤਸੀਹੇ ਸਹਿ ਕੇ ਹੱਸ-ਹੱਸ ਜਾਨਾਂ ਵਾਰਦੇ ਰਹੇ। ਸਿੱਖ ਸੰਗਤਾਂ ਹਰ ਰੋਜ਼ ਸਿੱਖਾਂ ਦੀ ਜਿੱਤ ਲਈ ਅਰਦਾਸ ਕਰਦੀਆਂ। ਉਹ ਸਭ ਮਿਲ ਕੇ ਅਰਦਾਸ ਮਗਰੋਂ ਪੜ੍ਹਦੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੈਂਗੇ, ਬਚੇ ਸ਼ਰਨ ਜੋ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਾਜੇ ਹੋਏ ਇਹ ਸਿੱਖ ਆਪਣੇ ਧਰਮ ਦੀ ਖਾਤਰ ਸ਼ਹੀਦ ਹੋਣ ਤੋਂ ਕਦੇ ਨਹੀਂ ਸਨ ਡਰਦੇ ਤੇ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨਾ ਉਹਨਾਂ ਲਈ ਇੱਕ ਮਾਮੂਲੀ ਗੱਲ ਸੀ। ਉਹ ਇਹ ਸਮਝਦੇ ਸੀ ਜਿਹੜਾ ਸ਼ਹੀਦ ਹੋਊਗਾ ਉਹ 10ਵੇਂ ਪਾਤਸ਼ਾਹ ਚਰਨਾਂ ਜਾ ਕੇ ਸਮਾ ਜਾਊਗਾ। ਇਉਂ ਸਾਰੇ ਸਿੱਖ ਸਿੰਘ, ਸਾਰੀਆਂ ਬੀਬੀਆਂ, ਮਾਈਆਂ, ਭਾਈ, ਬੱਚਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਮੀਰ ਮੰਨੂ ਦੀ ਜੇਲ੍ਹ ਵਿੱਚ ਸਹਿਤੇ ਕਹਿ ਕਸ਼ਟ ਵੀ ਸਾਰੇ। ਸਾਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਾਕੀ ਦਾ ਜਿਹੜਾ ਹੈ ਉਹ ਕੱਲ ਸ਼ਰਵਣ ਕਰਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਆਓ ਹੁਣ ਵਾਹਿਗੁਰੂ ਜਪੀਏ ਤੇ ਸਮਾਪਤੀ ਕਰੀਏ। ਵਾਹਿਗੁਰੂ 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 ਵਾਹਿਗੁਰੂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।